ਲਓ ਜੀ, ਸਵਾਗਤ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਫੋਕਸ ਲੈ ਕੇ ਹਾਜ਼ਰ ਹਾਂ। ਤੁਸੀਂ ਕਹਿਣਾ ਵੀ ਯਾਰ ਬੰਦਾ ਇਸ ਵੇਲੇ ਬਹਿ ਜਾਂਦਾ ਗੱਲਾਂ ਬਾਤਾਂ ਕਰਨ ਦੇ ਲਈ, ਨਾਲ ਪਰਮਵੀਰ ਬਾਠੂਰੀ ਹੁੰਦੇ ਨੇ। ਚੱਕਰ ਇਹ ਆ ਕਿ ਵੀ ਵੈਸੇ ਤਾਂ ਅੱਜ ਦੇ ਦਿਨ ਆਪਣੇ ਨਾਲ ਜਤਿੰਦਰ ਪੰਨੂ ਜੀ ਹੁੰਦੇ ਸੀ, ਪਰ ਉਹਨਾਂ ਦਾ ਕੁਰਜੀਵਾਂ ਕਰਕੇ ਅੱਜ ਫਿਰ ਬਾਠਾਂ ਵਾਲੇ ਬਾਠ ਨੂੰ ਅਸੀਂ ਤੰਗ ਕੀਤਾ, ਤੇ ਫਿਰ ਬੰਦੇ ਨੂੰ ਉਹ ਮਤਲਬ ਧਰਤੀ ਦੇ ਇੱਕ ਹੋਰ ਨੁੱਕਰ 'ਤੇ ਸਮੁੰਦਰ ਦੇ ਕੰਢੇ ਜਾ ਕੇ ਫੜਿਆ। ਮੈਂ ਕਿਹਾ ਵੀ ਨਾ ਨਾ ਨਾ, ਇਹਦਾ ਮਤਲਬ ਇਹ ਨਹੀਂ ਵੀ ਹੁਣ ਜੇ ਥੋੜ੍ਹੀ ਗਰਮੀ ਆ, ਪਾਣੀ ਠੀਕ ਆ, ਅਤੇ ਆਪਾਂ ਹੁਣ ਸਮੁੰਦਰ 'ਚ ਹੀ ਵੜੇ ਰਹਿਣਾ, ਥੋੜ੍ਹਾ ਜਿਹਾ ਕੰਮ ਧੰਦਾ ਵੀ ਕਰ ਲਈਏ। ਅਤੇ ਕੀ ਹਾਲ ਨੇ ਫਿਰ ਬਾਠਾਂ ਵਾਲਾ ਬਾਠ? ਸਤਿ ਸ਼੍ਰੀ ਅਕਾਲ ਸੰਧਾਲੀਆ ਸਾਹਿਬ, ਚੜ੍ਹਦੀ ਕਲਾ ਜੀ। ਤੁਸੀਂ ਸੁਣਾਓ ਕੀ ਹਾਲ ਚਾਲ ਨੇ? ਆ ਤੁਸੀਂ ਵਧੀਆ ਕੀਤਾ ਕਿ ਸਮੁੰਦਰ ਦੀ ਗੱਲ ਕੀਤੀ। ਸੰਧਾਲੀਆ ਸਾਹਿਬ, ਜਿੰਨਾ ਕੁ ਮੇਰਾ ਸਰੀਰ ਆ ਨਾ, ਸਮੁੰਦਰ ਦੀਆਂ ਬਹੁਤੀਆਂ ਛੱਲਾਂ ਇਹ ਸਹਿੰਦਾ ਨਹੀਂ। ਅੱਗੇ ਤਾਂ ਮੈਂ ਤੁਹਾਡੀ ਬਾਂਹ ਬੂਹ ਫੜ ਕੇ ਨਾਲ ਟਹਿਲ ਲੈਂਦਾ ਸੀ ਮਾੜਾ ਮੋਟਾ ਪਾਣੀ 'ਚ। ਨਹੀਂ ਨਹੀਂ, ਵੇਖੋ ਹੌਲੀ ਚੀਜ਼ ਨੂੰ ਸਮੁੰਦਰ ਉਸੇ ਵੇਲੇ ਬਾਹਰ ਮਾਰਦਾ ਚੁੱਕ ਕੇ, ਤੁਹਾਡੇ ਡੁੱਬਣ ਦਾ ਕੋਈ ਖਤਰਾ ਨਹੀਂ। ਤੁਸੀਂ ਮਾੜਾ ਜਿਹਾ ਅੰਦਰ ਜਾਣਾ, ਅਗਲੀ ਛਾਲ ਨੇ ਕਹਿਣਾ ਵੀ ਚੱਲ ਕਾਕਾ ਬਾਹਰ। ਨੋ ਬੇਟਾ, ਇਸ ਤਰ੍ਹਾਂ ਨਹੀਂ ਕਰੀਦਾ। ਮੰਮੀ ਪਾਪਾ ਨਾਲ ਲੈ ਕੇ ਆਉਣਾ, ਕਹਿਣਾ ਇਕੱਲੇ ਨਹੀਂ ਆਉਣਾ ਹੈਗਾ, ਇਕੱਲੇ ਨਹੀਂ ਆਉਣਾ ਹੈਗਾ। ਇਹ ਗੱਲ ਸੰਧਾਲੀਆ ਸਾਹਿਬ ਤੁਹਾਡੀ ਠੀਕ ਹੈ। ਕੱਲ ਨਾ ਕਿਉਂਕਿ ਸੜਕੀ ਰਸਤੇ ਕੱਲ ਅਸੀਂ, ਮੈਨੂੰ ਲੱਗਦਾ ਕਿ 900 ਕਿਲੋਮੀਟਰ ਦਾ ਸਫ਼ਰ, 850-900 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਇੱਥੇ ਆਸਟ੍ਰੇਲੀਆ 'ਚ। ਤੇ ਇੱਕ ਚੀਜ਼ ਜਿਹੜੀ ਮੈਨੂੰ ਯਾਦ ਆ ਰਹੀ ਸੀ ਕਿ ਜਦੋਂ 2007, 8, 9 ਦਾ ਚੱਕਰ ਸੀ ਨਾ, ਇਹ ਅੱਜ ਦੇ ਨੌਜਵਾਨਾਂ ਦੇ ਲਈ ਬੜੀ ਮੈਨੂੰ ਲੱਗਦਾ ਮਹੱਤਵਪੂਰਨ ਗੱਲ ਹੋਊਗੀ। ਉਦੋਂ ਪੰਜਾਬ ਦੇ ਵਿੱਚ ਖਬਰਾਂ ਲੱਗਦੀਆਂ ਸੀ ਕਿ ਆਸਟ੍ਰੇਲੀਆ ਦੇ ਵਿੱਚ ਪੜ੍ਹਨ ਗਏ ਪੰਜਾਬੀ ਵਿਦਿਆਰਥੀ ਔਖੇ, ਕੰਮਾਂ ਕਾਰਾਂ ਦੀ ਭਾਰੀ ਕਿੱਲਤ, ਫੀਸਾਂ ਕੱਢਣੀਆਂ ਹੋਈਆਂ ਔਖੀਆਂ, ਵਿਦਿਆਰਥੀ ਰੋਟੀ ਤੋਂ ਆਪ ਤੁਰ ਜਾਣੀ, ਵਿਦਿਆਰਥੀਆਂ ਦੀ ਗਿਣਤੀ ਲਾ ਲਓ ਵੱਧ ਗਈ ਸੀ, ਕੁਝ ਰਿਸੈਸ਼ਨ ਦਾ ਚੱਕਰ ਸੀ, ਕੰਮ ਧੰਦੇ ਮੱਠੇ ਸੀ। ਉਹ 2 ਸਾਲ ਦਾ ਸਮਾਂ ਇਦਾਂ ਦਾ ਸੀ ਸੰਧਾਲੀਆ ਸਾਹਿਬ, ਜਦੋਂ ਐਂ ਲੱਗਣ ਲੱਗ ਪਿਆ ਸੀ ਕਿ ਭਾਈ ਆਸਟ੍ਰੇਲੀਆ ਦੇ ਵਿੱਚ ਤਾਂ ਜਾ ਕੇ ਨਿਆਣਿਆਂ ਦੇ ਪੈਰ ਲੱਗੇ ਹੀ ਨਹੀਂ ਸਕਦੇ, ਕਿਉਂਕਿ ਜੇ ਕੰਮ ਨਹੀਂ ਹੋਊਗਾ ਰੋਟੀ ਕਿੱਥੋਂ ਖਾਣੀ ਹੈ, ਕੰਮ ਨਹੀਂ ਹੋਊਗਾ ਆਪਾਂ ਘਰਾਂ ਦੇ ਕਿਰਾਏ ਕਿੱਥੋਂ ਦੇਣੇ ਆ, ਕੰਮ ਨਹੀਂ ਹੋਊਗਾ ਯੂਨੀਵਰਸਿਟੀ ਦੀ ਮਾੜੀ ਮੋਟੀ ਅਗਲੀ ਫੀਸ ਜਿਹੜੀ 20 ਘੰਟੇ ਹਫ਼ਤੇ 'ਚ ਕੰਮ ਕਰਕੇ ਜੋੜਨੀ ਹੁੰਦੀ ਹੈ, ਉਹ ਕਿੱਥੋਂ ਜੋੜਨੀ ਹੈ। ਤੇ ਹੁਣ ਦੇਖੋ ਤੁਸੀਂ, ਉਸ ਗੱਲ ਨੂੰ 15-16 ਸਾਲ ਹੋ ਗਏ, ਤੇ ਐਤਕੀ ਇਸ ਫੇਰੀ ਦੇ ਵਿੱਚ ਬਹੁਤ ਸਾਰੇ ਸੱਜਣ ਉਹ ਮਿਲੇ ਨੇ ਜਿਹੜੇ 2006, 7, 8, 9 ਦੇ ਵਿੱਚ ਆਸਟ੍ਰੇਲੀਆ ਸਟੱਡੀ ਵੀਜ਼ੇ ਤੇ ਆਏ ਸੀ। ਉਹ ਕਹਿੰਦੇ ਜੀ ਸੱਚੀ ਮੁੱਚੀ ਬਹੁਤ ਔਖੇ ਦਿਨ ਦੇਖੇ। ਹੁਣ ਤਾਂ ਜਿੱਦਾਂ ਦੁਕਾਨਾਂ ਦੇ ਬਾਹਰ ਬੋਰਡ ਲੱਗੇ ਹੁੰਦੇ ਆ ਨਾ ਕਿ ਭਾਈ ਇੱਥੇ ਅਸੀਂ ਕੰਮ ਕਰਨ ਵਾਲੇ ਬੰਦੇ ਦੀ ਲੋੜ ਹੈ, ਉਹ ਕਹਿੰਦੇ ਜੀ ਉਦੋਂ ਦੁਕਾਨਾਂ ਦੇ ਬਾਹਰ ਲਿਖ ਕੇ ਉਹਨਾਂ ਨੇ ਲਾਤਾ ਸੀ ਕਿ ਸਾਡੇ ਕੋਲੇ ਕੰਮ ਨਹੀਂ ਹੈ, ਕਿਰਪਾ ਕਰਕੇ ਇੱਥੇ ਕੰਮ ਲੈਣ ਨਾ ਆਓ। ਕਿਉਂਕਿ ਜਦੋਂ ਰੋਜ਼ 25-25, 30-30, 40-40 ਬੰਦੇ ਉੱਥੇ ਕੰਮ ਮੰਗਣ ਆਉਂਦੇ ਹੋਣੇ ਆ, ਤੇ ਅਗਲੇ ਵੀ ਔਖੇ ਭਾਰੇ ਹੁੰਦੇ ਹੋਣੇ ਆ ਨਾ, ਕੰਮਾਂ ਕਾਰਾਂ ਦੇ ਵਿੱਚ ਵਿਘਨ ਪੈਂਦਾ ਹੋਣਾ। ਪਰ ਤੁਸੀਂ ਦੇਖੋ ਕਿ ਜਿਹੜੇ ਨੌਜਵਾਨ ਉਦੋਂ ਜੱਦੋਜਹਿਦ ਕਰਦੇ ਰਹੇ, ਸੰਘਰਸ਼ ਕਰਦੇ ਰਹੇ, ਇੱਧਰ ਉੱਧਰ ਟੱਕਰਾਂ ਮਾਰਦੇ ਰਹੇ, ਅੱਜ ਉਹ ਇੱਥੇ ਕਾਗਜ਼ ਪੱਤਰ ਉਹਨਾਂ ਦੇ ਸਿੱਧੇ ਹੋ ਗਏ। ਕਈ ਉਦੋਂ ਖੱਜਲ ਖਰਾਬ ਵੀ ਹੋਏ, ਕਈ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਵੀ ਹੋਏ, ਕਈਆਂ ਨੇ ਹੌਸਲਾ ਵੀ ਛੱਡ ਦਿੱਤਾ, ਕਈਆਂ ਨੂੰ ਸੂਬੇ ਚੇਂਜ ਕਰਨੇ ਪਏ, ਕਈਆਂ ਦੀ ਪੜ੍ਹਾਈ ਵੀ ਅੱਧ ਵਿਚਾਲੇ ਛੁੱਟੀ। ਜਾਣੀ ਮੈਂ ਜਦੋਂ ਗੱਲਾਂ ਕਰਦੇ ਸੀ ਕਿ ਬੜਾ ਮਾੜਾ ਸਮਾਂ ਸੀ ਜੀ, ਬੜਾ ਔਖਾ ਸਮਾਂ ਸੀ, ਕੰਮ ਲੱਭਦੇ ਨਹੀਂ ਸੀ, ਕਈ ਵਾਰੀ ਖਾਣ ਜੋਗੇ ਵੀ ਡਾਲਰ ਕੋਲ ਨਹੀਂ ਸੀ ਹੁੰਦੇ ਕਿ ਰੋਟੀ ਕਿੱਥੋਂ ਖਾ ਲਈਏ, ਮੈਂ ਸੋਚਦਾ ਸੀ ਕਿ ਉਸ ਲਈ ਜਿਹੜੇ ਤਾਂ ਬੰਦੇ ਅੜੇ ਰਹੇ, ਖੜੇ ਰਹੇ, ਵੀ ਜੱਦੋਜਹਿਦ ਕਰਦੇ ਰਹੇ, ਦ੍ਰਿੜ ਰਹੇ, ਥੋੜ੍ਹੇ ਜਾ ਕੇ ਕੋਈ ਗੱਲ ਨਹੀਂ ਭਾਈ, ਦੜਵੱਟ ਜ਼ਮਾਨਾ ਕੱਟ ਭਲੇ ਦਿਨ ਆਵਣਗੇ, ਉਹ ਤਾਂ ਅੱਜ ਸਿਰੇ ਲੱਗੇ ਪਏ ਆ। ਇਸ ਕਰਕੇ ਜਿਹੜੇ ਬੱਚੇ ਜਿਹੜੇ ਵੀ ਮੁਲਕ ਦੇ ਵਿੱਚ ਅੱਜ ਪੜ੍ਹਨ ਜਾ ਰਹੇ ਨੇ, ਕਿਸੇ ਵੀ ਕਾਰਨ ਵਸ ਜਾ ਰਹੇ ਆ, ਹੋ ਸਕਦਾ ਤੁਹਾਨੂੰ ਕੰਮਾਂ ਦੀ ਸਮੱਸਿਆ ਹੋਵੇ, ਹੋ ਸਕਦਾ ਤੁਹਾਨੂੰ ਕੋਈ ਬੰਦਾ ਇਹ ਕਹੇ ਕਿ ਹੁਣ ਤਾਂ ਪੱਕੇ ਹੋਣਾ ਬਹੁਤ ਔਖਾ ਜੀ, ਕੋਈ ਤੁਹਾਨੂੰ ਕਹੇ ਕੰਨਾਂ ਦੇ ਵਿੱਚ ਆਣ ਕੇ ਫੂਕਾਂ ਮਾਰੇ, ਅਜੇ ਤਾਂ ਰਸੈਸ਼ਨ ਸ਼ੁਰੂ ਹੋਇਆ, ਅਜੇ ਦੇਖਿਓ ਤੁਸੀਂ ਕੀ ਹੁੰਦਾ। ਪਰ ਤੁਸੀਂ ਇੱਕੋ ਹੀ ਗੱਲ ਮਨ 'ਚ ਰੱਖਿਓ ਕਿ ਜੇ ਰਿਸੈਸ਼ਨ ਆਉਂਦਾ ਹੈ ਨਾ, ਜੇ ਕੰਮਾਂ ਧੰਦਿਆਂ 'ਚ ਮੰਦੀ ਆਉਂਦੀ ਹੈ ਤੇ ਮੰਦੀ ਜਾਂਦੀ ਵੀ ਹੈ, ਉਹ ਬੈਠੀ ਨਹੀਂ ਰਹਿੰਦੀ। ਦੁਨੀਆ 'ਚ ਜਿੰਨੀ ਵਾਰ ਵੀ ਮੰਦੀ ਆਈ ਆਰਥਿਕ ਤੌਰ ਦੇ ਉੱਤੇ, ਜਿੰਨੀ ਵਾਰ ਵੀ ਕੰਮ ਧੰਦੇ ਘਟੇ ਆ, ਉਹ ਮੰਦੀ ਦੂਰ ਵੀ ਹੋਈ ਹੈ, ਕੰਮ ਧੰਦੇ ਮੁੜ ਕੇ ਵਧੇ ਵੀ ਹੈ। ਜੀ ਬਿਲਕੁਲ ਠੀਕ ਆ। ਜਦੋਂ ਤੁਸੀਂ ਆਹ ਦੱਸਦੇ ਪਏ ਸੀ ਤੇ ਮੇਰੇ ਦਿਮਾਗ ਦੇ ਵਿੱਚ ਬਿਲਕੁਲ ਇੱਥੋਂ ਵਾਲੀ ਕੈਨੇਡਾ ਵਾਲੀ ਤਸਵੀਰ ਆਈ ਜਾਂਦੀ ਸੀ ਵੀ ਇੱਥੇ ਆਪਾਂ ਜਦੋਂ ਪਿਛਲੇ ਲਗਭਗ 3-4 ਮਹੀਨਿਆਂ ਤੋਂ ਜੋ ਸੁਣਦੇ ਆ ਰਹੇ ਹਾਂ, ਚਾਹੇ ਉਹ ਮਹਿੰਗਾਈ ਦੇ ਪੱਖ ਤੋਂ ਹੋਵੇ, ਚਾਹੇ ਉਹ ਜਿਹੜੇ ਆਪਣੇ ਯੰਗਸਟਰ ਪੜ੍ਹਨ ਲਿਖਣ ਆਏ ਨੇ ਇੱਥੇ, ਉਹਨਾਂ ਦੇ ਪੱਖ ਤੋਂ ਹੋਵੇ ਕਿ ਕਈ ਵਾਰ ਉਹ ਇਤਰਾਜ਼ ਕਰਦੇ ਨੇ ਵੀ ਜੋਬ ਨਹੀਂ ਮਿਲਦੀ, ਜੇ ਮਿਲਦੀ ਵੀ ਆ ਤਾਂ ਪੂਰਾ ਸਮਾਂ ਨਹੀਂ ਮਿਲਦਾ, ਜਾਂ ਮਾਇਆ ਦੀ ਕਮੀ ਹੁੰਦੀ ਆ, ਜਾਂ ਜਿੰਨੀ ਕੁ ਮਿਲਦੀ ਹੈ ਉਹਦੇ ਨਾਲ ਇੱਥੇ ਰਹਿਣਾ ਸਹਿਣਾ ਔਖਾ ਥੋੜ੍ਹਾ ਜਿਹਾ। ਅਤੇ ਮੇਰਾ ਚੰਗੀ ਗੱਲ ਹੈ ਵੀ ਇੱਕ ਉਦਾਹਰਨ ਆਲਰੇਡੀ ਆਪਾਂ ਆਪਣੇ ਹੀ ਪਰਿਵਾਰ ਦੇ ਜੀਆਂ ਨੇ ਕਿਸੇ ਹੋਰ ਮੁਲਕ ਦੇ ਵਿੱਚ ਸਿਰਜੀ ਹੋਈ ਹੈ ਵੀ ਉੱਥੇ ਵੀ ਕੋਈ ਏਡੀ ਗੱਲ ਨਹੀਂ ਸੀ, ਕੋਈ ਔਖ ਸੌਖ ਸੀਗੀ, ਲੱਗੇ ਰਹੇ, ਡਟੇ ਰਹੇ, ਅਤੇ ਅਖੀਰ ਆਪਾਂ ਕਾਮਯਾਬ ਹੋ ਗਏ। ਸੋ ਅੱਜ ਹੋ ਸਕਦਾ ਵੀ 2023 ਜਿਹੜਾ ਔਖਾ ਹੋਵੇ, ਅੱਜ ਤੋਂ 5 ਸਾਲ ਬਾਅਦ ਉਹੀ ਬੰਦਾ ਇੱਥੇ ਰਮਾਨ ਨਾਲ ਆਪਣਾ ਘਰ ਪਰਿਵਾਰ ਜੀਆ ਜੰਤ ਲੈ ਕੇ ਬੈਠਾ ਹੋਵੇ, ਤਾਂ ਆ ਕੇ ਹਾਂ ਉਹ ਦਿਨ ਔਖੇ ਸੀ ਪਰ ਹੁਣ ਜਾਨ ਸੌਖੀ ਹੈ।
ਪਰ ਇਹ ਸਾਰੇ ਕੁਛ ਨੂੰ ਪਾਉਣ ਦੇ ਲਈ ਰਸਤਾ ਬਾਠ ਸਾਹਿਬ ਮੈਨੂੰ ਲੱਗਦਾ ਵੀ ਇੱਕੋ ਇੱਕ ਹੀ ਜਾਂਦਾ, ਅਤੇ ਉਹਨੂੰ ਪੰਜਾਬੀ 'ਚ ਮਿਹਨਤ ਕਹਿੰਦੇ ਆ, ਉਹ ਵੀ ਇਮਾਨਦਾਰੀ ਦੇ ਨਾਲ। ਅਤੇ ਜੇ ਇਮਾਨਦਾਰੀ ਨਾਲ ਮਿਹਨਤ ਕਰ ਲਾਂਗੇ ਫਿਰ ਡੈਫੀਨੇਟਲੀ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਸੁੱਖ ਸਹੂਲਤਾਂ ਨੇ, ਉਹ ਆਪਣੇ ਕੋਲੇ ਹੋਣਗੀਆਂ। ਪਰ ਜਿੱਦਾਂ ਦੀਆਂ ਅੱਜ ਕੱਲ੍ਹ ਖਬਰਾਂ ਆਉਣ ਲੱਗ ਪਈਆਂ ਵੀ ਆਪਣੇ ਮੈਂ ਕੁਝ ਕੁ ਸ਼ਬਦ ਇਸ ਕਰਕੇ ਵਰਤ ਰਿਹਾ ਵੀ ਕਿਤੇ ਇੱਕਾ ਦੁੱਕਾ ਵੀ ਆ ਜਾਂਦੇ ਨੇ, ਅਤੇ ਉਹ ਹਾਈਲਾਈਟ ਬਹੁਤ ਹੁੰਦੇ ਨੇ ਵੀ ਆਪਣੇ ਹੀ ਕੋਈ ਛੋਟੇ ਵੀਰ ਨਿੱਕੇ ਭੈਣ ਭਰਾ ਜਦੋਂ ਕੋਈ ਗਲਤ ਸੰਗਤ 'ਚ ਪੈ ਕੇ ਆਉਂਦੇ ਵੀ ਯਾਰ ਸ਼ਾਰਟਕਟ ਵਰਤ ਲਈਏ, ਰਾਤੋਂ ਰਾਤ ਕੁਛ ਨਾ ਕੁਛ ਹਾਸਲ ਕਰ ਲਈਏ, ਉਹ ਦੇਰ ਸਵੇਰ ਕਿਤੇ ਨਾ ਕਿਤੇ ਫਿਰ ਇੱਥੋਂ ਦੀ ਪੁਲਿਸ 'ਤੇ ਕਾਬੂ ਆ ਜਾਂਦੇ ਆ, ਅਤੇ ਫਿਰ ਉਹਨਾਂ ਦੀ ਜ਼ਿੰਦਗੀ ਕਿਸੇ ਹੋਰ ਟਰੈਕ 'ਤੇ ਪੈ ਜਾਂਦੀ ਹੈ। ਸੋ ਉਹ ਵਾਲਾ ਰਸਤਾ ਨਹੀਂ ਅਖਤਿਆਰ ਕਰਨਾ ਚਾਹੀਦਾ। ਔਖ ਭਾਵੇਂ ਜਿੰਨੀ ਮਰਜ਼ੀ ਆ ਉਹ ਨਿਕਲ ਜਾਊਗੀ, ਬਸ ਮਿਹਨਤ ਤੇ ਇਮਾਨਦਾਰੀ ਦਾ ਪੱਲਾ ਨਹੀਂ ਛੱਡਣਾ। ਇਹ ਗੱਲ ਸੰਧਾਲੀਆ ਸਾਹਿਬ ਤੁਹਾਡੀ ਬਿਲਕੁਲ ਠੀਕ ਹੈ ਜੀ ਕਿ ਉਹ ਇਮਾਨਦਾਰੀ ਤੇ ਮਿਹਨਤ ਦਾ ਪੱਲਾ ਨਹੀਂ ਛੱਡਣਾ ਚਾਹੀਦਾ, ਕਿਉਂਕਿ ਲੱਖਾਂ ਅੰਤਰਰਾਸ਼ਟਰੀ ਵਿਦਿਆਰਥੀ ਨੇ ਜਿਹੜੇ ਵਧੀਆ ਤਰੀਕੇ ਦੇ ਨਾਲ ਪੱਕੇ ਹੋਏ ਆ, ਕਾਗਜ਼ ਪੱਤਰ ਸਿੱਧੇ ਹੋਏ ਆ, ਸੁੱਖ ਨਾਲ ਹੁਣ ਕਾਰੋਬਾਰ ਵੀ ਉਹਨਾਂ ਦੇ ਬਥੇਰੇ ਨੇ। ਜਿਨ੍ਹਾਂ ਫੀਲਡਾਂ ਦੇ ਵਿੱਚ, ਜਿਨ੍ਹਾਂ ਖੇਤਰਾਂ ਦੇ ਵਿੱਚ ਪਹਿਲਾਂ ਪੰਜਾਬੀ ਕਦੇ ਪੈਰ ਵੀ ਨਹੀਂ ਸੀ ਰੱਖਦੇ, ਜਦੋਂ ਬੱਚੇ ਮਿਹਨਤ ਕਰਦੇ ਆ 5-7 ਸਾਲ ਭਾਵੇਂ ਲੱਗ ਜਾਂਦੇ ਉਹਨਾਂ ਨੂੰ ਸੈੱਟ ਹੋਣ ਨੂੰ, ਪਰ ਉਹਨਾਂ ਖੇਤਰਾਂ ਦੇ ਵਿੱਚ ਜਾ ਕੇ ਵੀ ਬੜੀਆਂ ਤਰੱਕੀਆਂ ਕੀਤੀਆਂ। ਹੁਣ ਤਾਂ ਜਿਹੜੇ ਸ਼ਹਿਰ ਦੇ ਵਿੱਚ ਤੁਸੀਂ ਬੈਠੇ ਹੋ, ਹੋਰ 2-4 ਮਹੀਨਿਆਂ ਨੂੰ ਇੱਥੇ ਵਿਧਾਨ ਸਭਾ ਦੀਆਂ ਚੋਣਾਂ, ਪ੍ਰੋਵਿੰਸ਼ੀਅਲ ਇਲੈਕਸ਼ਨ ਹੈ। ਇੱਥੇ ਤੁਸੀਂ ਦੇਖਿਓ ਕਿ ਆਪਣੇ ਪੰਜਾਬੀ ਮੂਲ ਦੇ ਕਈ ਉਹ ਉਮੀਦਵਾਰ ਵੀ ਮੈਦਾਨ ਦੇ ਵਿੱਚ ਹੋਣਗੇ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ਦੇ ਉੱਤੇ 8-10 ਸਾਲ ਪਹਿਲਾਂ ਹੀ ਕੈਨੇਡਾ ਦੇ ਵਿੱਚ ਆਏ ਸੀ ਤੇ ਇਹ ਵੇਲੇ ਇਲੈਕਸ਼ਨ ਲੜ ਰਹੇ। ਸੋ ਇਸ ਕਰਕੇ ਮਾੜਾ ਮੋਟਾ ਉੱਪਰ ਥੱਲੇ ਹੁੰਦਾ ਰਹਿੰਦਾ ਕੰਮ, ਕੋਈ ਗੱਲ ਨਹੀਂ, ਉਹਦੇ ਵਿੱਚ ਘਬਰਾਉਣ ਦੀ ਲੋੜ ਕੋਈ ਨਹੀਂ। ਸਾਲ 6 ਮਹੀਨੇ ਦੰਦਾਂ ਥੱਲੇ ਜੀਭ ਲੈ ਕੇ ਕੱਢਣ ਦੀ ਗੱਲ ਹੁੰਦੀ ਬਸ। ਬਿਲਕੁਲ ਸਹੀ ਗੱਲ। ਚਲੋ ਆਸ ਕਰਦੇ ਹਾਂ ਵੀ ਇਹਨਾਂ ਚੀਜ਼ਾਂ ਨੂੰ ਜਦੋਂ ਆਪਾਂ ਇੱਕ ਤੋਂ ਦੂਸਰੇ ਮੁਲਕ ਦੀ ਗੱਲ ਸਾਂਝੀ ਕਰਦੇ ਹਾਂ, ਤੇ ਫਿਰ ਉੱਥੋਂ ਦੇ ਹਾਲਾਤਾਂ ਨੂੰ ਸਮਝ ਕੇ ਬੰਦਾ ਆਪਣੇ ਹਿਸਾਬ ਨਾਲ ਚੁੰਨੀ ਦੇ ਪੱਲੇ ਨਾਲ ਇੱਕ ਗੰਢ ਦੇ ਲੈਂਦਾ ਵੀ ਨਹੀਂ ਬਈ ਹੁਣ ਇਸੇ ਹਿਸਾਬ ਨਾਲ ਚੱਲਣਾ, ਬਾਕੀ ਇਹ ਤੋਂ ਗਾਂਹ ਦੇਖਾਂਗੇ। ਹੁਣ ਮੁੜੀਏ ਆਪਾਂ ਖਬਰਾਂ ਵਾਲੇ ਪਾਸੇ, ਤੇ ਗੱਲ ਜੇ ਖਬਰਾਂ ਦੀ ਕਰੀਏ ਤੇ ਕੱਲ੍ਹ ਆਪਾਂ ਨਵਜੋਤ ਸਿੰਘ ਸਿੱਧੂ ਸਾਹਿਬ ਦੀ ਰਿਹਾਈ ਦੀ ਗੱਲ ਕੀਤੀ ਸੀ। 10 ਕੁ ਮਹੀਨਿਆਂ ਬਾਅਦ ਉਹ ਰਿਹਾ ਹੋ ਕੇ ਆਏ ਜੇਲ੍ਹੋਂ। ਜਿਵੇਂ ਉਹ ਆਉਂਦੇ ਹੀ ਜਿਸ ਰੂਪ ਦੇ ਵਿੱਚ ਨਜ਼ਰ ਆਏ ਸੀ, ਬਹੁਤਾ ਕਰਕੇ ਅੰਦਾਜ਼ਾ ਲੱਗ ਗਿਆ ਸੀ ਵੀ ਹੁਣ ਉਹ ਕਿਸੇ ਪਾਸਿਓਂ ਢਿੱਲ ਨਹੀਂ ਗੁਜ਼ਾਰਨ ਵਾਲੇ। ਇੱਕ ਦਿਨ ਉਹਨਾਂ ਨੇ ਪਰਿਵਾਰ ਦੇ ਨਾਲ ਕੱਢਿਆ, ਤੇ ਅੱਜ ਸਿੱਧੂ ਮੂਸੇਵਾਲੇ ਦੇ ਘਰ ਹੁਣ ਕਹਿੰਦੇ ਵੀ ਜਾਣਾ, ਉੱਥੇ ਜਾ ਕੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਕਰਨਗੇ। ਉੱਥੇ ਉਹ ਪਹਿਲਾਂ ਕਹਿ ਗਏ ਸੀ ਅਮਨ ਕਾਨੂੰਨ ਦੀ ਸਥਿਤੀ ਤੇ ਹੋਰਨਾਂ ਚੀਜ਼ਾਂ ਦੇ ਬਾਰੇ 'ਚ ਮੈਂ ਉੱਥੇ ਜਾ ਕੇ ਗੱਲ ਕਰਾਂਗਾ। ਸੋ ਅੱਜ ਦਾ ਦਿਨ ਨਵਜੋਤ ਸਿੰਘ ਸਿੱਧੂ ਸਾਹਿਬ ਦੀ ਸਰਗਰਮੀ ਨੂੰ ਦੇਖਦਿਆਂ ਵਾਹਵਾ ਸਰਗਰਮ ਰਹਿਣ ਵਾਲਾ। ਬਿਲਕੁਲ ਸੰਧਾਲੀਆ ਸਾਹਿਬ, ਅੱਜ ਮੈਨੂੰ ਲੱਗਦਾ ਕਿ ਪੂਰੀ ਠਾਠਾ ਹੋਊਗੀ ਇਸ ਮੁੱਦੇ ਦੇ ਉੱਤੇ। ਅੱਜ ਪਹਿਲਾ ਦਿਨ ਹੋਣਾ ਨਵਜੋਤ ਸਿੰਘ ਸਿੱਧੂ ਹੋਰਾਂ ਦਾ, ਜਿੱਦਣ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਉਹਨਾਂ ਨੇ ਆਪਣੀ ਜਨਤਕ ਸਰਗਰਮੀ ਸ਼ੁਰੂ ਕਰਨੀ ਹੈ। ਬਹੁਤ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ, ਤੈਅ ਹੋ ਜਾਣਗੀਆਂ, ਕਿਉਂਕਿ ਬੀਤੇ ਕੱਲ੍ਹ ਦਾ ਦਿਨ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਆਪਣੇ ਘਰੇ ਬਿਤਾਇਆ। ਬਣਦਾ ਵੀ ਹੈ, ਕਈ ਮਹੀਨਿਆਂ ਦੇ ਬਾਅਦ ਉਹ ਆਪਣੇ ਟੱਬਰ ਨੂੰ ਮਿਲੇ ਸੀ, ਤੇ ਡਾਕਟਰ ਨਵਜੋਤ ਕੌਰ ਸਿੱਧੂ ਢਿੱਲੇ ਮੱਠੇ ਵੀ ਹੈ, ਪਰਿਵਾਰ ਦੇ ਵਿੱਚ ਹੋਰ ਜੀ ਧੀ ਪੁੱਤ ਉਹਨਾਂ ਦੇ। ਚਲੋ ਅਸੀਂ ਤਾਂ ਕਹਿੰਦੇ ਆ ਕਿ ਸਾਰੇ ਬੰਦੇ ਜਿਹੜੇ ਆ ਉਹ ਸਿਹਤਯਾਬ ਹੋਣ। ਹੁਣ ਸੰਧਾਲੀਆ ਸਾਹਿਬ, ਜਿਹੜਾ ਅੱਜ ਉਹਨਾਂ ਨੇ ਨਵਾਂ ਆਪਣਾ ਰੂਪ ਵਿਖਾਉਣਾ ਹੈ, ਨਵੇਂ ਸਿਰਿਓਂ ਆਪਣੀ ਰਣਨੀਤੀ ਜਿਹੜੀ ਹੈ ਲੋਕਾਂ ਦੇ ਸਾਹਮਣੇ ਰੱਖਣੀ ਹੈ, ਕਿਉਂਕਿ ਸਿੱਧਿਆਂ ਹੀ ਪਟਿਆਲਾ ਜੇਲ੍ਹ ਦੇ ਵਿੱਚੋਂ ਰਿਹਾਈ ਤੋਂ ਬਾਅਦ ਆਪਣੇ ਟੱਬਰ ਕੋਲ ਜਾਣਾ, ਤੇ ਉਹਦੇ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪਰਿਵਾਰ ਕੋਲ ਜਾਣ ਦਾ ਐਲਾਨ ਕਰ ਦੇਣਾ, ਇਹ ਦੱਸਦਾ ਕਿ ਇੱਕ ਤਾਂ ਮੌਜੂਦਾ ਸੂਬਾ ਸਰਕਾਰ ਦੇ ਉੱਤੇ ਭਰਾਊ ਰਹਿਣਗੇ, ਦੂਸਰਾ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਉਹ ਸਭ ਤੋਂ ਵੱਧ ਹਮਲਾਵਰ ਰੁਖ ਅਪਣਾ ਸਕਦੇ ਆ, ਕਿਉਂਕਿ ਬਹੁਤ ਸਾਰੇ ਲੋਕ ਇਸ ਉਡੀਕ ਦੇ ਵਿੱਚ ਸੀ ਕਿ ਪਤਾ ਲੱਗੇ ਸਿੱਧੂ ਸਾਹਿਬ ਜਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਤਾਂ ਕੀ ਉਹਨਾਂ ਦਾ ਰੁਖ ਪਹਿਲਾਂ ਵਰਗਾ ਆਕਰਾਮਕ ਹੋਊਗਾ, ਹਮਲਾਵਰ ਹੋਊਗਾ, ਜਾਂ ਸਿੱਧੂ ਸਾਹਿਬ ਦੀ ਸ਼ੈਲੀ ਦੇ ਵਿੱਚ ਕੁਝ ਫਰਕ ਪਊਗਾ, ਕਿ ਸਿੱਧੂ ਸਾਹਿਬ ਥੋੜੇ ਦਿਨ ਸ਼ਾਂਤ ਰਹਿਣਗੇ, ਉਹਦੇ ਤੋਂ ਬਾਅਦ ਰਣਨੀਤੀ ਦਾ ਖੁਲਾਸਾ ਕਰਨਗੇ। ਪਰ ਉਹਨਾਂ ਨੇ ਆਉਂਦੇ ਹੀ ਕਲੀਅਰ ਕਰ ਦਿੱਤਾ ਕਿ ਬੀਜੇਪੀ ਦੇ ਵੀ ਖਿਲਾਫ ਨੇ, ਆਮ ਆਦਮੀ ਪਾਰਟੀ ਦੇ ਵੀ ਖਿਲਾਫ ਨੇ, ਕੇਂਦਰ ਤੇ ਸੂਬਾ ਦੋਨਾਂ ਸਰਕਾਰਾਂ ਦੇ ਖਿਲਾਫ ਨੇ, ਤੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੇ ਹੱਕ 'ਚ ਨੇ। ਸੂਬਾ ਕਾਂਗਰਸ ਦੀ ਲੀਡਰਸ਼ਿਪ ਪ੍ਰਤੀ ਨਜ਼ਰੀਆ ਰੁਝਾਨ ਉਹਨਾਂ ਦਾ ਕੀ ਹੋਊਗਾ ਉਹ ਅਜੇ ਸਪਸ਼ਟ ਨਹੀਂ ਕੀਤਾ। ਹੁਣ ਸਮਾਂ ਬੜਾ ਸੰਵੇਦਨਸ਼ੀਲ ਹੈ ਸੰਧਾਲੀਆ ਸਾਹਿਬ। ਜਦੋਂ ਅੱਜ ਨਵਜੋਤ ਸਿੰਘ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਕੋਲ ਜਾ ਰਹੇ ਨੇ, ਤਾਂ ਐਨ ਉਸ ਮੌਕੇ ਦੇ ਉੱਤੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੇ ਕਈ ਕੁਝ ਆਖਿਆ, ਕਿਉਂਕਿ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਜਿਹੜੇ ਉਹਨਾਂ ਦੀ ਸੇਵਾ ਮੁਕਤੀ ਦਾ ਸਮਾਂ ਵੀ ਸੀ। ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਮੈਂਬਰ ਐਤਵਾਰ ਨੂੰ ਆਪਣੇ ਸਮਰਥਕਾਂ ਨੂੰ ਜਾਂ ਸਿੱਧੂ ਮੂਸੇਵਾਲੇ ਨੂੰ ਚਾਹੁਣ ਵਾਲਿਆਂ ਨੂੰ ਵੀ ਮਿਲਦੇ ਆ। ਉੱਥੇ ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਬਲਕੌਰ ਸਿੰਘ ਹੋਰਾਂ ਨੇ ਕਿਹਾ ਕਿ ਭਾਈ ਜੇ ਲਾਰੈਂਸ ਬਿਸ਼ਨੋਈ ਸੱਤਾਧਾਰੀਆਂ ਨੂੰ ਇੰਨਾ ਹੀ ਚੰਗਾ ਲੱਗਦਾ ਤਾਂ ਉਹਨੂੰ ਮੈਂਬਰ ਪਾਰਲੀਮੈਂਟ ਬਣਾ ਦਿਓ। ਉਹ ਕਹਿੰਦੇ ਪਹਿਲਾਂ ਕਿਹੜਾ ਡਾਕੂ ਐਮਪੀ ਨਹੀਂ ਬਣਦੇ ਰਹੇ, ਇੱਕ ਹੋਰ ਬਣ ਜਾਊਗਾ ਤਾਂ ਕੀ ਹੋਇਆ। ਦੂਸਰਾ ਉਹ ਕਹਿੰਦੇ ਜੀ ਐਨਐਸਏ ਉਹਨਾਂ ਲੋਕਾਂ ਦੇ ਉੱਤੇ ਲਾਤਾ, ਪਤਾ ਨਹੀਂ ਉਹਨਾਂ ਦੇ ਜਾਇਜ਼ ਸੀ ਕਿ ਨਹੀਂ ਜਾਇਜ਼ ਸੀ। ਲਾਰੈਂਸ ਬਿਸ਼ਨੋਈ ਵਰਗਿਆਂ ਦੇ ਉੱਤੇ ਨੈਸ਼ਨਲ ਸਿਕਿਉਰਿਟੀ ਐਕਟ ਲਾਉਣਾ ਚਾਹੀਦਾ ਸੀ, ਉਹਨਾਂ ਦੇ ਉੱਤੇ ਐਨਐਸਏ ਤੁਸੀਂ ਅਜੇ ਲਾਇਆ ਕੋਈ ਨਹੀਂ।
ਜਾਣੀ ਜੇ ਇਸ ਤਰੀਕੇ ਦੇ ਨਾਲ ਬਲਕੌਰ ਸਿੰਘ ਹੋਰੀ ਇਸ ਵੇਲੇ ਸਿੱਧੂ ਮੂਸੇਵਾਲੇ ਦੇ ਕਤਲकांड ਤੋਂ ਬਾਅਦ ਜਿਸ ਤਰ੍ਹਾਂ ਦੇ ਇਨਸਾਫ ਦੀ ਆਸ ਤੇ ਉਮੀਦ ਰੱਖਦੇ ਸੀ, ਉਹ ਆਸ ਤੇ ਉਹਨਾਂ ਦੀ ਪੂਰੀ ਹੋਈ ਨਹੀਂ ਲੱਗਦੀ। ਉਹਦੇ ਤੋਂ ਬਾਅਦ ਜਿੰਨਾ ਹਮਲਾਵਰ ਰੁਖ ਬਲਕੌਰ ਸਿੰਘ ਹੋਰਾਂ ਨੇ ਅਪਣਾਇਆ, ਜਦੋਂ ਇਹਨ ਉਸ ਮੌਕੇ ਦੇ ਉੱਤੇ ਨਵਜੋਤ ਸਿੰਘ ਸਿੱਧੂ ਉੱਥੇ ਅਪਣਨਗੇ, ਹਮਲਾਵਰ ਸ਼ੈਲੀ ਉਹਨਾਂ ਦੀ ਵੀ ਹੁੰਦੀ ਹੈ। ਤੇ ਅੱਜ ਹੋ ਸਕਦਾ ਕਿ ਕੋਈ ਵੱਡਾ ਐਲਾਨ, ਕੋਈ ਵੱਡਾ ਬਿਆਨ ਜਿਹੜਾ ਉਹ ਮੂਸੇ ਪਿੰਡ ਤੋਂ ਇੱਕ ਵਾਰੀ ਫੇਰ ਹੋ ਜੇ। ਇਹ ਬਿਲਕੁਲ ਹੋ ਸਕਦਾ। ਬਾਕੀ ਜਿੱਦਾਂ ਮੂਸੇਵਾਲੇ ਦੇ ਫਾਦਰ ਸਾਹਿਬ ਨੇ ਇਹ ਗੱਲ ਕਹੀ ਕਿ ਵੀ ਇਹ ਜੋ ਕੁਛ ਵੀ ਹੋਇਆ ਜੀ, ਇਹ ਉਹਦੇ ਨਾਲ ਸਾਡੇ ਦਿਲਾਂ ਦੇ ਉੱਪਰ ਜੋ ਠੇਸ ਇਸ ਵਕਤ ਪਹੁੰਚੀ ਆ, ਉਹ ਤਾਂ ਕਿਸੇ ਪਾਸੇ ਲੱਗ ਨਹੀਂ ਸਕਦੀ। ਧਮਕੀਆਂ ਤੋਂ ਅਸੀਂ ਡਰਨ ਵਾਲੇ ਹੈ ਨਹੀਂ। ਪੁੱਤ ਸਾਡਾ ਚੱਲ ਗਿਆ, ਜੇ ਕੱਲ੍ਹ ਨੂੰ ਅਸੀਂ ਵੀ ਤੁਰ ਗਏ ਤਾਂ ਕੋਈ ਫਰਕ ਨਹੀਂ ਪੈਂਦਾ, ਘੱਟੋ ਘੱਟ ਇਨਸਾਫ ਦੀ ਗੱਲ ਤੇ ਕਰਦੇ ਹਨ। ਫਿਰ ਉਹ ਜਿੱਦਾਂ ਮਾਤਾ ਜੀ ਚਰਨ ਕੌਰ ਹੋਰਾਂ ਨੇ ਜਿਹੜੀ ਥੋੜ੍ਹੀ ਜਿਹੀ ਹਾਲਾਂਕਿ ਕੀਤੀ, ਤਾਂ ਉਹਨਾਂ ਨੇ ਗੱਲ ਇਸੇ ਕਰਕੇ ਵੀ ਜਿਹੜੀ ਸਰਕਾਰ ਸਾਨੂੰ ਇਨਸਾਫ ਨਹੀਂ ਦਿੰਦੀ, ਫਿਰ ਅਸੀਂ ਉਹਦੇ ਤੋਂ ਇਨਸਾਫ ਦੀ ਉਮੀਦ ਹੋਰ ਕਰੀਏ ਕੀ। ਤੇ ਲੋਕੋ ਤੁਸੀਂ ਸਾਡਾ ਸਾਥ ਤਾਂ ਇੱਦਾਂ ਹੀ ਦੇ ਸਕਦੇ ਆ ਵੀ ਤੁਸੀਂ ਵੀ ਕਿਤੇ ਨਾ ਕਿਤੇ ਜਿਹੜਾ ਆਪਣਾ ਵਿਰੋਧ ਆ ਦਰਜ ਕਰਾਓ, ਤੇ ਉਹ ਵਿਰੋਧ 'ਚ ਤੁਸੀਂ ਚਾਹੇ ਵੋਟਾਂ ਉਲਟ ਪਾ ਕੇ ਕਰੋ। ਹੁਣ ਜਲੰਧਰ ਵਾਲੀ ਜ਼ਿਮਨੀ ਚੋਣ ਦੀ ਉਹਨੇ ਜ਼ਿਕਰ ਕੀਤੀ ਵੀ ਸੰਗਰੂਰ 'ਚ ਤੇ ਤੁਸੀਂ ਵੋਟਾਂ ਉਲਟ ਪਾਈਆਂ, ਜਲੰਧਰ ਵਾਲੀ ਜ਼ਿਮਨੀ ਚੋਣ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਉਲਟ ਵੋਟਾਂ ਪਾਉਣ ਮੂਸੇਵਾਲੇ ਦੇ ਸਪੋਰਟਰ, ਇਹ ਉਹਨਾਂ ਦੇ ਪਰਿਵਾਰ ਨੇ ਕਿਹਾ। ਹੁਣ ਇੱਕ ਤੋਂ ਵੱਲੋਂ ਤੇ ਲੱਗਦੀ ਹੈ ਗੱਲ ਵੀ ਉਹ ਕਹਿੰਦੇ ਵੀ ਦੇਖੋ ਅਸੀਂ ਜਿੱਦਣ ਵਿਧਾਨ ਸਭਾ ਦੇ ਬਾਹਰ ਗਏ ਸੀ, ਉਦੋਂ ਸਾਨੂੰ ਕਹਿੰਦੇ ਸੀ ਵੀ ਕੋਈ ਨਹੀਂ ਜੀ 20 ਤਰੀਕ ਤੋਂ ਬਾਅਦ ਤੁਹਾਨੂੰ ਮੁੱਖ ਮੰਤਰੀ ਸਾਹਿਬ ਨਾਲ ਮਿਲਾ ਦਾਂਗੇ, ਪਰ ਕਹਿੰਦੇ ਵੀ ਹੁਣ ਅਪ੍ਰੈਲ ਆ ਗਿਆ ਤੇ ਸਾਡੇ ਨਾਲ ਕਿਸੇ ਨੇ ਕੋਈ ਸੰਪਰਕ ਨਹੀਂ ਕੀਤਾ। ਸੋ ਇਹਦਾ ਮਤਲਬ ਇਹ ਹੋ ਗਿਆ ਵੀ ਸਾਨੂੰ ਇਗਨੋਰ ਕੀਤਾ ਜਾ ਰਿਹਾ, ਤੇ ਜਿਹੜੀ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਫਿਰ ਅਸੀਂ ਆਪਣੇ ਤੌਰ ਦੇ ਉੱਪਰ ਉਹਦੇ ਖਿਲਾਫ ਤੇ ਭੁਗਤਾਂਗੇ। ਹਾਲਾਂਕਿ ਇਸ਼ਾਰਾ ਉਹਨਾਂ ਨੇ ਇਹ ਵੀ ਕੀਤਾ ਵੀ ਜੇ ਕੱਲ੍ਹ ਨੂੰ ਪ੍ਰਚਾਰ ਹੁੰਦਾ ਤੇ ਉੱਥੇ ਸ਼ਾਇਦ ਜਲੰਧਰ ਜਾ ਕੇ ਵੀ ਉਹ ਆਮ ਆਦਮੀ ਪਾਰਟੀ ਦੇ ਖਿਲਾਫ ਚੋਣ ਪ੍ਰਚਾਰ ਕਰਨ। ਹੁਣ ਜਦੋਂ ਵੋਟਾਂ ਵਾਲੇ ਪਾਸੇ ਨੂੰ ਲਿਜਾਇਆ ਗਿਆ, ਜਾਂ ਉਹਨਾਂ ਦਾ ਇੱਕ ਬਿਆਨ ਤੋਂ ਇਹ ਗੱਲ ਲੱਗਦੀ ਹੈ ਕਿ ਸਿੱਧੂ ਮੂਸੇਵਾਲੇ ਦਾ ਪਰਿਵਾਰ ਜਾਂ ਉਹਦੇ ਮਾਤਾ ਪਿਤਾ ਇਹ ਵੋਟਾਂ ਵਾਲੇ ਪਾਸੇ ਗੱਲ ਕਰਨਗੇ ਜਾਂ ਜਾਣਗੇ, ਚਾਹੇ ਉਹ ਆਪਣੇ ਪੁੱਤ ਦੇ ਇਨਸਾਫ ਦੇ ਜ਼ਰੀਏ ਕਰਨ ਵੀ ਹਾਂ ਯਾਰ ਸਾਡੀ ਗੱਲ ਹੀ ਨਹੀਂ ਕੋਈ ਸੁਣਦਾ ਤੇ ਅਸੀਂ ਹੋਰ ਦੱਸੋ ਰਗੜ ਕੇ ਫੋੜੇ ਤੋਂ ਥੋੜ੍ਹਾ ਲਾਉਣਾ ਇਹਨਾਂ ਨੂੰ। ਪਰ ਮੈਨੂੰ ਲੱਗਦਾ ਵੀ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਇਹ ਗੱਲ, ਕਿਉਂਕਿ ਪੋਲੀਟੀਕਲ ਲੀਡਰ ਜਿਹੜੇ ਨੇ ਹੌਲੀ ਹੌਲੀ ਉਹਨਾਂ ਕੋਲੇ ਛੱਜ ਤੇ ਇੱਕ ਹੁੰਦਾ ਰਾਜਨੀਤੀ ਵਾਲਾ, ਉਹਦੇ 'ਚ ਪਾ ਲੈਂਦੇ ਆ, ਤੇ ਇਹ ਨਾ ਹੋਵੇ ਵੀ ਇਹ ਗੱਲ ਫਿਰ ਹੌਲੀ ਹੌਲੀ ਸਿਆਸਤ ਵਾਲੇ ਪਾਸੇ ਨੂੰ ਮੋੜਾ ਕੱਟ ਜੇ। ਕੁਝ ਵੀ ਹੋ ਸਕਦਾ ਸੰਧਾਲੀਆ ਸਾਹਿਬ, ਸਿਆਸਤ ਵਾਲੇ ਪਾਸੇ ਨੂੰ ਗੱਲ ਜਿਹੜੀ ਉਹ ਤੁਰ ਸਕਦੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਹਾਂ, ਇੱਕ ਗੱਲ ਤਾਂ ਹੈਗੀ ਹੈ, ਕਿਉਂਕਿ ਜਦੋਂ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲਦਾ ਸੀ, ਉਦੋਂ ਬਲਕੌਰ ਸਿੰਘ ਤੇ ਬੀਬੀ ਚਰਨ ਕੌਰ ਉਧਰਲੇ ਪਾਸੇ ਗਏ ਸੀ। ਆਪਾਂ ਨੂੰ ਪਤਾ ਹੈ ਉੱਥੇ ਬੈਠੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਆਏ ਤੇ ਉਹਨਾਂ ਨੇ ਕਿਹਾ ਸੀ ਕਿ ਭਾਈ ਤੁਹਾਡਾ ਪੁੱਤ ਨਹੀਂ, ਸਾਰੇ ਪੰਜਾਬ ਦਾ ਪੁੱਤ ਹੈ ਤੇ ਸਰਕਾਰ ਗੰਭੀਰ ਹੈ, ਇਨਸਾਫ ਦਿਵਾਊ, ਅਸੀਂ ਬੰਦੇ ਫੜ ਵੀ ਲੈ। ਉਹਨਾਂ ਨੇ ਉਦੋਂ ਵਾਅਦਾ ਕੀਤਾ ਸੀ ਪੱਤਰਕਾਰਾਂ ਦੇ ਸਾਹਮਣੇ ਕਿ ਮੁੱਖ ਮੰਤਰੀ ਸਾਹਿਬ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਜੇ ਵਾਅਦਾ ਕੀਤਾ ਤਾਂ ਪੂਰਾ ਕਰਨਾ ਚਾਹੀਦਾ। ਮੁੱਖ ਮੰਤਰੀ ਸਾਹਿਬ ਦੇ ਨਾਲ ਉਹਨਾਂ ਦੀ ਮੁਲਾਕਾਤ ਕਰਾ ਦੇਣੀ ਚਾਹੀਦੀ ਹੈ। ਉਹਨਾਂ ਨੇ ਵੈਸੇ ਵੀ ਮੁੱਖ ਮੰਤਰੀ ਸਾਹਿਬ ਦੇ ਕੋਲ ਕਿਹੜਾ ਚਾਹ ਪੀਣ ਜਾਣਾ, ਫਿਰ ਉਹਨਾਂ ਦੇ ਘਰੇ ਧਰਨੀ ਹੁੰਦੀ, ਬਣਦੀ ਨਹੀਂ। ਮੰਗਣਾ ਤਾਂ ਉਹਨਾਂ ਨੇ ਇਨਸਾਫ ਹੀ ਹੈ। ਜੇ ਉਹਨਾਂ ਦੀਆਂ ਮੰਗਾਂ ਜਾਇਜ਼ ਲੱਗਦੀਆਂ, ਜੇ ਲੱਗਦਾ ਹੈ ਕਿ ਕੁਝ ਇੱਕ ਕਾਰਵਾਈਆਂ ਜਿਹੜੀਆਂ ਕਿ ਉਹ ਚਾਹੁੰਦੇ ਆ ਕਿ ਭਾਈ ਤੁਸੀਂ ਕਰ ਦਿਓ, ਜੇ ਕਾਨੂੰਨ ਉਹਨਾਂ ਕਾਰਵਾਈਆਂ ਨੂੰ ਕਰਨ ਦੀ ਆਗਿਆ ਦਿੰਦਾ ਤੇ ਕਾਰਵਾਈ ਕਰ ਦੇਣੀ ਚਾਹੀਦੀ ਹੈ। ਅਗਲੇ ਮੰਗ ਹੀ ਨਾ ਕਰਨ ਕਿ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ। ਹਾਂ, ਪਰ ਜੇ ਵਾਅਦਾ ਕੀਤਾ ਸੀ, ਪ੍ਰੋਮਿਸ ਕੀਤਾ ਸੀ, ਉਹ ਵਾਅਦਾ ਨਿਭਾਉਣਾ ਚਾਹੀਦਾ। ਮੁੱਖ ਮੰਤਰੀ ਸਾਹਿਬ ਨਾਲ ਮੁਲਾਕਾਤ ਕਰਾ ਦੇਣੀ ਚਾਹੀਦੀ ਹੈ। ਜੇ ਉਦੋਂ ਉਹਨਾਂ ਦੇ ਬਰਾਬਰ ਆ ਕੇ ਬੈਠਿਆ ਜਾ ਸਕਦਾ ਤਾਂ ਫਿਰ ਭਾਈ ਹੁਣ ਵੀ ਬਰਾਬਰ ਆ ਕੇ ਬੈਠਿਆ ਜਾ ਸਕਦਾ। ਦੂਸਰੀ ਗੱਲ ਸੰਧਾਲੀਆ ਸਾਹਿਬ, ਜਿੱਥੋਂ ਤੱਕ ਵੋਟਾਂ ਦੀ ਹੈ, ਦੇਖੋ ਪਹਿਲੀ ਗੱਲ ਆਪਾਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਸਿਆਸੀ ਤੌਰ ਦੇ ਉੱਤੇ ਨਹੀਂ ਜੋੜਦੇ, ਕਿਉਂਕਿ ਜਿਨ੍ਹਾਂ ਦਾ ਪੁੱਤ ਗਿਆ, ਪੁੱਤ ਦਾ ਕਤਲ ਹੋ ਗਿਆ, ਸਾਲ ਹੋ ਚੱਲਿਆ, ਉਹ ਅਜੇ ਤੱਕ ਅੱਖੀਂ ਪਲਾਹੀ ਹੱਥ ਮਾਰਦੇ ਫਿਰਦੇ ਆ, ਪੱਲੇ ਉਹਨਾਂ ਦੇ ਕੁਛ ਨਹੀਂ। ਆਪਾਂ ਜੇ ਉਹਨਾਂ ਨੂੰ ਰਾਜਨੀਤੀ ਦੇ ਨਾਲ ਜੋੜੀਏ ਤਾਂ ਉਹ ਬਹੁਤਾ ਠੀਕ ਨਹੀਂ। ਹਾਂ, ਪਰਿਵਾਰ ਕੱਲ ਨੂੰ ਕੀ ਨਿਰਣਾ ਲੈਂਦਾ, ਕੀ ਡਿਸੀਜਨ ਲੈਂਦਾ, ਜੇ ਕਿਤੇ ਸ਼ਰੇਆਮ ਉਹ ਐਲਾਨ ਕਰਨਗੇ ਤਾਂ ਆਪਾਂ ਉਹਦੇ ਤੋਂ ਬਾਅਦ ਉਹ ਗੱਲ ਕਰਦੇ ਠੀਕ ਲੱਗਦੇ ਆ। ਪਰ ਆ ਜਿਹੜੀ ਗੱਲ ਮਾਤਾ ਚਰਨ ਕੌਰ ਹੋਰਾਂ ਨੇ ਕਹਿਤੀ ਸਿੱਧੂ ਮੂਸੇਵਾਲੇ ਦੀ ਮਾਤਾ ਜੀ ਨੇ ਕਿ ਭਾਈ ਫਿਰ ਜੇ ਉੱਥੇ ਜਾਣਾ ਵੀ ਪਿਆ ਜਾਂ ਤੁਸੀਂ ਵੋਟਾਂ ਕਿੱਦਾਂ ਪਾਉਣੀਆਂ, ਇਸ ਗੱਲ ਦਾ ਪ੍ਰਭਾਵ ਪੈ ਸਕਦਾ। ਕਿਉਂਕਿ ਜਲੰਧਰ ਲੋਕ ਸਭਾ ਸੀਟ ਦੇ ਵਿੱਚ ਪਹਿਲਾਂ ਹੀ ਲਤੀਫਪੁਰ ਵਾਲਾ ਮਸਲਾ ਖੜਾ, ਜਿਹੜੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਘਰ ਜਿਹੜੇ ਉਹ ਢਾਏ ਗਏ ਸੀ, ਉਹਦਾ ਮਸਲਾ ਜੇ ਜਿਉਂ ਦਾ ਤਿਉਂ ਆ। ਉੱਥੇ ਐਮਐਲਏ ਸਾਹਿਬਾਂ ਜਿਹੜੇ ਨੇ ਉਹਨਾਂ ਦੇ ਘਰਾਂ ਦੇ ਮੂਹਰੇ ਧਰਨੇ ਲੱਗ ਰਹੇ ਆ ਬਾਰੀ-ਬਾਰੀ। ਦੂਸਰੇ ਪਾਸੇ ਜੇ ਇਧਰਲੇ ਪਾਸਿਓਂ ਵੀ ਕਿਤੇ ਸਪਸ਼ਟ ਜਿਹਾ ਹੋਕਾ ਚਲੇ ਗਿਆ ਤਾਂ ਫਿਰ ਉਹਦਾ ਅਸਰ ਬਹੁਤ ਪੈ ਸਕਦਾ। ਮੈਨੂੰ ਲੱਗਦਾ ਕਿ ਪਰਿਵਾਰ ਦੇ ਇਸ ਐਲਾਨ ਤੋਂ ਬਾਅਦ ਕਿਸੇ ਵੇਲੇ ਵੀ ਸਰਕਾਰ ਵੱਲੋਂ ਕੋਈ ਨਾ ਕੋਈ ਐਲਾਨ ਜਿਹੜਾ ਹੋ ਸਕਦਾ, ਕੋਈ ਮੰਤਰੀ, ਕੋਈ ਵਿਧਾਇਕ ਆ ਕੇ ਉਹਨਾਂ ਨੂੰ ਕੋਈ ਸੱਦਾ ਦੇ ਸਕਦਾ ਕਿ ਭਾਈ ਆਓ ਤੁਹਾਨੂੰ ਮੁੱਖ ਮੰਤਰੀ ਸਾਹਿਬ ਨਾਲ ਮਿਲਾ ਦਿੰਦੇ ਆ। ਨਹੀਂ, ਇਹ ਤੇ ਕਰਨਾ ਹੀ ਪੈਣਾ। ਦੂਜੇ ਪਾਸੇ ਸਿੱਧੂ ਸਾਹਿਬ ਨੇ ਜਦੋਂ ਜਾਣਾ ਆ ਮੂਸੇਵਾਲੇ ਦੇ ਪਰਿਵਾਰ ਨੂੰ ਮਿਲਣਾ, ਤੇ ਮੈਨੂੰ ਲੱਗਦਾ ਵੀ ਆਪਾਂ ਇੱਕ ਐਂਗਲ ਹੋਰ ਥੋੜ੍ਹਾ ਜਿਹਾ ਜੋੜ ਕੇ ਦੇਖੀਏ, ਕਿਉਂਕਿ ਸਿੱਧੂ ਸਾਹਿਬ ਜੇ ਜਾਣਗੇ ਤੇ ਇਕੱਲੇ ਸਿੱਧੂ ਸਾਹਿਬ ਨਹੀਂ ਹੈਗੇ, ਸਿੱਧੂ ਸਾਹਿਬ ਦੇ ਨਾਲ ਹੁਣ ਇੱਕ ਧੜਾ ਆ। ਉਹ ਧੜਾ ਕਾਂਗਰਸ ਪਾਰਟੀ ਦੇ ਉਹਨਾਂ ਲੀਡਰਾਂ ਦਾ ਜਿਨ੍ਹਾਂ ਦਾ
ਬਾਕੀ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਨਾਲ ਕੋਈ ਬਹੁਤਾ ਮੇਲ ਮਿਲਾਪ ਜਾਂ ਮੇਲ ਜੋਲ ਹੈ ਨਹੀਂ, ਜਾਂ ਕਹਿ ਲਓ ਕਿ ਕਿਤੇ ਨਾ ਕਿਤੇ ਛੋਟੀ ਵੱਡੀ ਦਰਮਿਆਨੀ ਨਾਰਾਜ਼ਗੀ ਹੈਗੀ ਹੈ, ਉਹ ਚਾਹੇ ਪਾਰਟੀ ਨਾਲ ਹੋਵੇ ਚਾਹੇ ਪਾਰਟੀ ਦੀ ਪੰਜਾਬ ਵਾਲੀ ਲੀਡਰਸ਼ਿਪ ਨਾਲ ਹੋਵੇ। ਹੁਣ ਉਹ ਜਿਹੜਾ ਧੜਾ ਆ ਉਹ ਵੀ ਸਿੱਧੂ ਸਾਹਿਬ ਦੇ ਨਾਲ ਜਾਣਾ, ਪਰ ਜਿੱਥੇ ਆਪਾਂ ਜਾਣ ਦੀ ਗੱਲ ਕਰਦੇ ਹਾਂ ਮੂਸੇ ਵਾਲੇ ਦੇ ਪਰਿਵਾਰ ਨਾਲ ਜਾਂ ਮੂਸੇ ਵਾਲੇ ਦੀ ਗੱਲ ਕਰ ਲਈਏ ਤਾਂ ਉਹਦੇ ਨਾਲ ਨੇੜਤਾ ਰਾਜਾ ਵੜਿੰਗ ਸਾਹਿਬ ਦੀ ਆ। ਹੁਣ ਰਾਜਾ ਵੜਿੰਗ ਸਾਹਿਬ ਇਸ ਵਕਤ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ। ਹੁਣ ਜਿਹੜੇ ਬੰਦੇ ਦੀ ਉਸ ਪਰਿਵਾਰ ਨਾਲ ਨੇੜਤਾ ਆ ਉਸੇ ਪਰਿਵਾਰ ਨੂੰ ਇਸ ਧੜੇ ਨੇ ਮਿਲਣ ਜਾਣਾ, ਪਰ ਇਸ ਧੜੇ ਦੀ ਜਿਹੜੀ ਨਾਰਾਜ਼ਗੀ ਆ ਉਹ ਰਾਜਾ ਵੜਿੰਗ ਸਾਹਿਬ ਦੇ ਨਾਲ ਵੀ ਹੈਗੀ ਹੈ ਜਾਂ ਕੁਝ ਹੋਰ ਕਾਂਗਰਸ ਦੀ ਲੀਡਰਸ਼ਿਪ ਦੇ ਨਾਲ ਵੀ ਹੈਗੀ ਆ। ਹੁਣ ਇੱਕ ਹੀ ਪਰਿਵਾਰ ਉਹਨਾਂ ਦੇ ਨਾਲ ਹਮਦਰਦੀ ਦਾ ਐਂਗਲ ਵੀ ਹੈਗਾ, ਪਰ ਉਸੇ ਪਰਿਵਾਰ ਦੀ ਨੇੜਤਾ ਪ੍ਰਧਾਨ ਜੀ ਦੇ ਨਾਲ ਹੈ ਤੇ ਪ੍ਰਧਾਨ ਜੀ ਦੇ ਨਾਲ ਇੱਟ ਖੜਕਾ ਵੀ ਹੈਗਾ। ਹੁਣ ਇਹ ਸਾਰੀ ਤੈਅ ਕਿੱਦਾਂ ਬੈਠੂਗੀ, ਇਹ ਵੀ ਮੇਰਾ ਖਿਆਲ ਉਲਝਣ ਦਾ ਸਵਾਲ ਤੇ ਹੈਗਾ ਇੱਕ। ਨਹੀਂ, ਵੱਡੀ ਉਲਝਣ ਹੈ ਸੰਧਾਲੀਆ ਸਾਹਿਬ। ਦੇਖੋ, ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰੀ, ਉਹਨਾਂ ਦੇ ਬਾਬਤ ਤਾਂ ਸਰਦਾਰ ਬਲਕੌਰ ਸਿੰਘ ਹੋਰਾਂ ਨੇ ਕਈ ਵਾਰੀ ਕਿਹਾ ਕਿ ਭਾਈ ਰਾਜਾ ਵੜਿੰਗ ਨੇ ਸਾਥ ਦਿੱਤਾ, ਬੱਚਿਆਂ ਵਰਗਾ, ਕਈ ਵਾਰ ਉਹਨਾਂ ਨੇ ਆਖਿਆ। ਚਲੋ, ਪਰ ਇਹਦੇ ਬਾਵਜੂਦ ਉਹ ਇਹ ਵੀ ਬਾਰ-ਬਾਰ ਆਖਦੇ ਰਹੇ ਕਿ ਸਾਡਾ ਕੋਈ ਸਿਆਸੀ ਮੋਟਿਵ ਨਹੀਂ ਹੈ, ਸਾਡਾ ਕੋਈ ਸਿਆਸੀ ਲੈਣਾ ਦੇਣਾ ਨਹੀਂ ਹੈ, ਅਸੀਂ ਕਿਸੇ ਪਾਰਟੀ ਦੀ ਧਿਰ ਵਜੋਂ ਨਹੀਂ ਵਿਚਰਨਾ ਚਾਹੁੰਦੇ, ਅਸੀਂ ਸਿਰਫ ਇਨਸਾਫ ਮੰਗਦੇ ਹਾਂ। ਦੇਖੋ, ਨਵਜੋਤ ਸਿੰਘ ਸਿੱਧੂ ਹੋਰਾਂ ਨੇ ਆਪਣੀ ਸਿਆਸੀ ਪਾਰੀ ਹੁਣ ਦੁਬਾਰਾ ਸ਼ੁਰੂ ਕਰਨੀ ਇੱਕ ਕਿਸਮ ਦੀ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਕਾਂਗਰਸ ਦਾ ਇੱਕ ਧੜਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਮਿਲਣ ਜਾਂਦਾ ਰਿਹਾ, ਕਾਂਗਰਸ ਦਾ ਇੱਕ ਧੜਾ ਮਗਰੋਂ ਉਹਨਾਂ ਦੇ ਟੱਬਰ ਨੂੰ ਮਿਲਦਾ ਰਿਹਾ, ਪਰ ਇਹਦੇ ਬਾਵਜੂਦ ਵੀ ਜਿਸ ਤਰੀਕੇ ਉਹਨਾਂ ਦੀ ਰਿਹਾਈ ਦੇ ਵੇਲੇ ਮੁੱਖ ਧਾਰਾ ਦੇ ਕਾਂਗਰਸੀ ਉੱਥੋਂ ਨਦਾਰਦ ਰਹੇ ਨੇ, ਉੱਥੋਂ ਗੈਰ ਹਾਜ਼ਰ ਰਹੇ ਨੇ, ਤੇ ਸਿੱਧੂ ਸਾਹਿਬ ਦੀ ਵੈਸੇ ਵੀ ਜਿਸ ਤਰੀਕੇ ਦੀ ਕਾਰਜਸ਼ੈਲੀ ਹੁੰਦੀ ਹੈ ਉਹਦੇ ਵਿੱਚ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਫਿੱਟ ਨਹੀਂ ਕਰ ਪਾਉਂਦੇ ਜਿਹੜੇ ਸਿਆਸੀ ਲੀਡਰ ਹੈ। ਹੁਣ ਅੱਜ ਜਦੋਂ ਨਵਜੋਤ ਸਿੰਘ ਸਿੱਧੂ ਸਾਹਿਬ ਜਾਣਗੇ ਤਾਂ ਕਿਹੜਾ ਕਿਹੜਾ ਕਾਂਗਰਸੀ ਉਹਨਾਂ ਦੇ ਨਾਲ ਹੋਏਗਾ, ਜਾਂ ਇਕੱਲੇ ਹੋਣਗੇ, ਜਾਂ ਰਾਹ ਦੇ ਵਿੱਚ ਜਾਂਦੇ ਆ ਜਾਂ ਉੱਥੋਂ ਵਾਪਸ ਆਉਂਦੇ ਆ, ਕਿਉਂਕਿ ਬਠਿੰਡਾ ਮਾਨਸਾ ਉਹ ਇਲਾਕਾ ਜਿੱਥੇ ਰਾਜਾ ਵੜਿੰਗ ਹੋਰਾਂ ਦੀ ਆਪਣੀ ਜਿਹੜੀ ਆ ਸਿਆਸੀ ਤੌਰ ਦੇ ਉੱਤੇ ਕਰਮ ਭੂਮੀ ਹੈ। ਕੌਣ ਉਹਨਾਂ ਨੂੰ ਮਿਲਦਾ ਹੈ, ਕੀ ਉਹ ਉੱਥੇ ਜਾ ਕੇ ਆਂਦੇ ਆ, ਕਿਉਂਕਿ ਸਿੱਧੂ ਸਾਹਿਬ ਦੇ ਮਨ ਦੇ ਵਿੱਚ ਜੇ ਅੱਜ ਵੀ ਉਹ ਫਿਰ ਬਹੁਤਾ ਵੇਖਦੇ ਨਹੀਂ ਹੁੰਦੇ। ਤੁਹਾਨੂੰ ਯਾਦ ਹੋਣਾ ਜਦੋਂ ਰਾਜਾ ਵੜਿੰਗ ਸਾਹਿਬ ਦੀ ਇਲੈਕਸ਼ਨ ਸੀ, ਪ੍ਰਚਾਰ ਕਰਨ ਗਏ ਸੀ ਸਿੱਧੂ ਸਾਹਿਬ, ਤੇ ਉਦੋਂ ਫਿਰ 25-75 ਵਾਲੀਆਂ ਕਈ ਗੱਲਾਂ ਉੱਥੋਂ ਕਰਕੇ ਆਏ ਸੀ। ਇਹਦੇ ਤੋਂ ਬਿਨਾਂ ਜਦੋਂ ਰਾਹੁਲ ਗਾਂਧੀ ਹੋਰੀ ਆਏ ਸੀ, ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਨ, ਅਗਲੀ ਵਾਰ ਦੇ ਲਈ ਮੁੱਖ ਮੰਤਰੀ ਉਹਨਾਂ ਨੂੰ ਐਲਾਨਣਾ ਸੀ, ਤੇ ਉਦੋਂ ਲੁਧਿਆਣੇ ਦੇ ਨੇੜੇ ਜਿਹੜੀ ਰੈਲੀ ਹੋਈ ਸੀ ਤਾਂ ਉਹਦੇ ਵਿੱਚ ਵੀ ਤਾਂ ਕਈ ਕੁਛ ਆ ਗਿਆ ਸੀ। ਉਹਨਾਂ ਨੂੰ ਕਈ ਵਾਰ ਕਹਿ ਕੇ ਗਏ ਸੀ ਕਿ ਭਾਈ ਆਓ ਸੰਬੋਧਨ ਕਰੋ, ਉਹ ਉੱਠੇ ਨਹੀਂ ਸੀ। ਜਾਣੀ ਉਹ ਕਹਿਣ ਲੱਗੇ ਝੱਕਦੇ ਨਹੀਂ, ਜੋ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਫਿਰ ਕਹਿ ਦਿੰਦੇ ਆ। ਸੋ ਅੱਜ ਦੋ ਚੀਜ਼ਾਂ ਦੇ ਉੱਤੇ ਸਪਸ਼ਟ ਜਿਹੀਆਂ ਨਜ਼ਰਾਂ ਜਿਹੜੀਆਂ ਸੰਧਾਲੀਆ ਸਾਹਿਬ ਟਿਕਣੀਆਂ। ਪਹਿਲੀ ਗੱਲ ਕਿ ਉਹ ਅਮਨ ਕਾਨੂੰਨ ਦੀ ਸਥਿਤੀ ਦੇ ਬਾਬਤ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਨਾਲ ਅਫਸੋਸ ਪ੍ਰਗਟ ਕਰਨ ਤੋਂ ਬਾਅਦ ਕੀ ਕਹਿੰਦੇ ਆ, ਕਿਉਂਕਿ ਉਧਰੋਂ ਸਿੱਧੂ ਸਾਹਿਬ ਜੇਲ੍ਹ ਜਾਂਦੇ ਆ, ਹਫ਼ਤੇ ਕੁ ਬਾਅਦ ਹੀ ਮੈਨੂੰ ਲੱਗਦਾ ਕਿ ਸਿੱਧੂ ਮੂਸੇਵਾਲੇ ਦਾ ਮਰਡਰ ਹੋ ਗਿਆ ਸੀ। ਉਹਨਾਂ ਨੇ ਅਜੇ ਅਫਸੋਸ ਕਰਨਾ, ਪਰ ਉੱਥੇ ਜਾ ਕੇ ਕਹਿਣਗੇ ਕੀ, ਇਹ ਵੀ ਆਪਣੇ ਆਪ 'ਚ ਵੱਡਾ ਇੱਕ ਮੁੱਦਾ ਹੋਣਾ, ਜਿਗਿਆਸਾ ਹੋਣੀ ਹੈ। ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਦਾ ਕਿਹੜਾ ਸਥਾਨਕ ਲੀਡਰ ਉਹਨਾਂ ਦੇ ਨਾਲ ਤੁਰਦਾ, ਜਾਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੇ ਪ੍ਰਤੀ ਉਹਨਾਂ ਦੀ ਕੋਈ ਸਟੇਟਮੈਂਟ ਕਿੱਦਾਂ ਦੀ ਆਉਂਦੀ ਹੈ, ਪੰਜਾਬ ਦੀ ਲੀਡਰਸ਼ਿਪ ਜਿਹੜੀ ਹੈ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਮਸਲਾ ਜਿਹੜਾ ਹੋਣਾ। ਪਰ ਦੂਸਰੇ ਪਾਸੇ ਕਹਿੰਦੇ ਆ ਕਿ ਉਹਨਾਂ ਨੂੰ ਕਰਨਾਟਕ ਵੀ ਹਾਈਕਮਾਂਡ ਛੇਤੀ ਬੁਲਾ ਸਕਦੀ ਹੈ ਮੁਲਾਕਾਤ ਦੇ ਲਈ। ਤੇ ਚਲੋ ਕਰਨਾਟਕ ਵਾਲਾ ਮੇਲਾ ਵੀ ਤੇ ਮੁੱਕ ਹੀ ਜਾਣਾ। ਕਰਨਾਟਕ ਵਾਲਾ ਮੇਲਾ ਕੋਈ ਲੰਮਾ ਤੇ ਲੱਗਣਾ ਨਹੀਂ, ਅੱਧ ਮਈ ਦੇ ਵਿੱਚ ਕਰਨਾਟਕ ਵਾਲਾ ਮੇਲਾ ਮੁੱਕ ਜਾਣਾ। ਸੋ ਮਈ ਅੱਧ ਤੋਂ ਬਾਅਦ ਫਿਰ ਰਹਿਣਾ ਤੇ ਪੰਜਾਬ 'ਚ ਹੀ ਆ। ਫਿਰ ਉਹ ਕੋਈ ਨਾ ਕੋਈ ਹੱਲ ਤੈਅ ਤਾਂ ਬਿਠਾਉਣੀ ਪੈਣੀ ਹੈ ਕੇਂਦਰੀ ਜਿਹੜੀ ਲੀਡਰਸ਼ਿਪ ਹੈ ਕਾਂਗਰਸ ਪਾਰਟੀ ਦੀ। ਦੂਜੀ ਗੱਲ ਕਰੀਏ ਤੇ ਕੱਲ੍ਹ ਅਚਾਨਕ ਬੜੀ ਇਸ ਪਾਸੇ ਸਰਗਰਮੀ ਗਹਿਮੀ ਹੋ ਗਈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋਣ ਦੇ ਲਈ ਪਹੁੰਚਦੇ ਨੇ ਬੀਬੀ ਰੀਨਾ ਰਾਏ ਹੋਰੀ। ਰੀਨਾ ਰਾਏ ਬੀਬੀ ਉਹੀ ਆਪਾਂ ਦੱਸ ਦਈਏ ਕਿ ਦੀਪ ਸਿੱਧੂ ਹੋਰਾਂ ਦੇ ਮੰਗੇਤਰ ਉਹ ਆਪਣੇ ਆਪ ਨੂੰ ਦੱਸਦੇ ਨੇ, ਤੇ ਉਹਨਾਂ ਦੇ ਨਾਲ ਵੀ ਸੀਗੇ। ਹਾਲਾਂਕਿ ਪਿਛਲੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਵੀ ਉਹਦਾ ਆਪਣੇ ਪਰਿਵਾਰ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਬਹੁਤ ਛੇਤੀ ਅਸੀਂ ਵਿਆਹ ਕਰਵਾ ਰਹੇ ਸੀ, ਮੈਂ ਉਹਨਾਂ ਦੇ ਪਰਿਵਾਰ ਨੂੰ ਵੀ ਮਿਲਦੀ ਸੀ। ਪਰ ਅਚਾਨਕ ਜਦੋਂ ਉਹ ਹਾਦਸਾ ਹੁੰਦਾ ਆ ਉਹਦੇ ਤੋਂ ਬਾਅਦ ਰੀਨਾ ਰਾਏ ਹੋਰੀ ਵਾਪਸ ਚਲੇ ਜਾਂਦੇ ਨੇ। ਹੁਣ ਥੋੜ੍ਹੀ ਦੇਰ ਬਾਅਦ ਉਹ ਦੁਬਾਰਾ ਵਾਪਸ ਆਉਂਦੇ ਆ। ਜਦੋਂ ਪਹਿਲੀ ਵਾਰ ਉਹ ਮੀਡੀਆ ਦੇ ਸਾਹਮਣੇ ਆਏ ਸੀ ਉਦੋਂ ਇਸ ਰੂਪ ਦੇ ਵਿੱਚ ਨਹੀਂ ਨਜ਼ਰ ਆਏ ਜਿੱਦਾਂ ਦੇ ਰੂਪ 'ਚ ਉਹ ਕੱਲ੍ਹ ਨਜ਼ਰ ਆਏ ਦਰਬਾਰ ਸਾਹਿਬ ਨਤਮਸਤਕ ਹੋਣ ਗਿਆ ਦਿਨ। ਉਹਨਾਂ ਨੇ ਦੱਸਿਆ ਕਿ ਦੀਪ ਸਿੱਧੂ ਹੋਰਾਂ ਦਾ ਕਿਉਂਕਿ ਜਨਮ ਦਿਨ ਸੀਗਾ ਤੇ ਉਹਨਾਂ ਦੇ ਬਰਥਡੇ ਦੇ ਉੱਪਰ ਮੈਂ ਇੱਥੇ ਪਹੁੰਚੀ ਹਾਂ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ ਆ। ਮੇਰਾ ਖਿਆਲ ਉਹ ਤੇ ਹਰੇਕ ਨੂੰ ਸਮਝ ਆਉਂਦੀ ਗੱਲ, ਪਰ ਜਿਸ ਤਰ੍ਹਾਂ ਦਾ ਪਹਿਰਾਵਾ ਉਹਨਾਂ ਨੇ ਪਾਇਆ ਸੀ ਕਿ ਚਿੱਟੇ ਬਸਤਰ ਸੀ ਤੇ ਸਿਰ ਦੇ ਉੱਪਰ ਕੇਸਰੀ ਰੰਗ ਦੀ ਦਸਤਾਰ ਉਹਨਾਂ ਨੇ ਸਜਾਈ ਸੀ, ਉਹਨੂੰ ਲੈ ਕੇ ਥੋੜ੍ਹੀ ਜਿਹੀ ਗੱਲ ਡਿਫਰੈਂਟ ਤਰ੍ਹਾਂ ਨਾਲ ਸੋਸ਼ਲ ਮੀਡੀਆ 'ਚ ਜਾਂ ਮੀਡੀਆ ਦੇ ਹਲਕਿਆਂ ਦੇ ਵਿੱਚ ਚੱਲੀ। ਮੈਨੂੰ ਇਹ ਕਿ ਥੋੜ੍ਹੀ ਜਿਹੀ ਗੱਲਬਾਤ ਆਪਾਂ ਉਸ ਕੇਸ ਦੀ ਵੀ ਕਰ ਲਈਏ। ਸੰਧਾਲੀਆ ਸਾਹਿਬ, ਬਿਲਕੁਲ ਦੇਖੋ, ਜਿਹੜੀ ਵਾਰਿਸ ਪੰਜਾਬ ਦੇ ਜਥੇਬੰਦੀ ਦੀਪ ਸਿੱਧੂ ਹੋਰਾਂ ਨੇ ਬਣਾਈ ਸੀ ਚੱਲਦੇ ਕਿਸਾਨ ਅੰਦੋਲਨ ਦੇ ਵਿੱਚ, ਚਰਚਾ ਉਦੋਂ ਵੀ ਬਹੁਤ ਸੀ, ਲੋਕਾਂ ਦੀ ਸਹਿਮਤੀ ਵੀ ਬੜੀ ਸੀ ਤੇ ਲੋਕਾਂ ਦੀ ਅਸਹਿਮਤੀ ਵੀ ਬਹੁਤ ਸੀ ਸਿਖਰ ਤੇ ਉੱਤੇ।
ਉਹਦੇ ਤੋਂ ਬਾਅਦ ਦੀਪ ਸਿੱਧੂ ਹੋਰਾਂ ਦੀ ਮੌਤ ਹੁੰਦੀ ਹੈ। ਨਾਲ ਇਹੀ ਬੀਬੀ ਰੀਨਾ ਰਾਏ ਹੋਰੀ ਜਿਹੜੇ ਉਹਨਾਂ ਦੇ ਨਾਲ ਸੀ ਕਾਰ ਦੇ ਵਿੱਚ ਜ਼ਖਮੀ ਹੋਏ, ਪਰ ਬਚਾਅ ਹੋ ਗਿਆ। ਫਿਰ ਇਹ ਅਮਰੀਕਾ ਚਲੇ ਗਏ। ਉਹਦੇ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੀ ਚਰਚਾ ਛਿੜੀ ਕਿ ਭੋਗ ਤੇ ਕਿਉਂ ਨਹੀਂ ਆਏ, ਅੰਤਮ ਅਰਦਾਸ ਤੇ ਕਿਉਂ ਨਹੀਂ ਆਈ ਬੀਬੀ ਰੀਨਾ ਰਾਏ। ਬੀਬੀ ਰੀਨਾ ਰਾਏ ਵਾਪਸ ਆਉਂਦੀ ਹੈ, ਉੱਥੋਂ ਵੀ ਇੰਟਰਵਿਊਜ਼ ਕੁਝ ਕਰਦੀ ਹੈ ਬੀਬੀ। ਉਹਨਾਂ ਨੇ ਪਰਿਵਾਰ ਦੇ ਕੁਝ ਇੱਕ ਮੈਂਬਰਾਂ ਤੇ ਉਹਨਾਂ ਦੇ ਸੱਜਣਾ ਮਿੱਤਰਾਂ ਦੇ ਉੱਤੇ ਦੋਸ਼ ਲਾਇਆ ਕਿ ਭਾਈ ਉਹਨਾਂ ਨੇ ਮੈਨੂੰ ਉੱਥੇ ਭੇਜ ਦਿੱਤਾ ਸੀ, ਮੈਨੂੰ ਕੋਈ ਸਪਸ਼ਟ ਗੱਲ ਨਹੀਂ ਦੱਸੀ। ਬਹੁਤ ਕੁਝ ਪਿਛਲੇ ਸਮੇਂ ਦੇ ਵਿੱਚ ਹੋਇਆ। ਕੁਝ ਇੱਕ ਬੀਬੀ ਰੀਨਾ ਰਾਏ ਦੇ ਪੱਖ ਚ ਆਏ, ਕੁਝ ਇੱਕ ਨੇ ਕਿਹਾ ਕਿ ਭਾਈ ਇਹ ਹੁਣ ਮਿੱਟੀ ਰੋਲਣ ਡਿਆ ਸਾਰੇ ਲੋਕ। ਹਾਲਾਂਕਿ ਪਰਿਵਾਰ ਇਸ ਗੱਲ ਤੋਂ ਮੁਨਕਰ ਹੁੰਦਾ ਹੈ। ਉਹ ਪਰਿਵਾਰ ਕਹਿੰਦਾ ਜੀ ਮੰਗਣੇ ਵਾਲੀ ਜਾਂ ਐਸੀ ਕੋਈ ਗੱਲ ਨਹੀਂ ਸੀ। ਫਿਲਮਾਂ ਕੀਤੀਆਂ ਸੀ ਦੀਪ ਸਿੱਧੂ ਹੋਰਾਂ ਨੇ ਬੀਬੀ ਦੇ ਨਾਲ। ਫਿਲਮਾਂ ਦਾ ਬਾਕੀ ਕਰੂ, ਬਾਕੀ ਟੀਮ ਮੈਂਬਰ ਵੀ ਘਰਾਂ ਦੇ ਵਿੱਚ ਆਉਂਦੇ ਸੀ, ਇਹ ਵੀ ਆਉਂਦੇ ਸੀ। ਜਾਣੀ ਬੀਬੀ ਆਪਣਾ ਰਿਸ਼ਤਾ ਨਾਤਾ ਕੁਝ ਹੋਰ ਦੱਸਦੀ ਹੈ, ਪਰਿਵਾਰ ਵਾਲੇ ਜਿਹੜੇ ਉਸ ਗੱਲ ਨੂੰ ਡਿਨਾਈ ਕਰਦੇ ਆ। ਚਲੋ ਉਹਦੇ ਵਿੱਚ ਸੱਚ ਕੀ ਹੈ, ਝੂਠ ਕੀ ਹੈ, ਜਾਣ ਵਾਲਾ ਸੰਧਾਲੀਆ ਸਭ ਚਲੇ ਗਿਆ। ਹੁਣ ਆਪਾਂ ਉਧਰਲੇ ਪਾਸੇ ਬਹੁਤਾ ਨਹੀਂ ਜਾਂਦੇ। ਪਰ ਇੱਕ ਪਾਸੇ ਵਾਰਿਸ ਪੰਜਾਬ ਦੇ ਜਥੇਬੰਦੀਆਂ ਵੀ ਦੋ ਬਣ ਗਈਆਂ ਸੀ। ਇੱਕ ਪਾਸੇ ਅਮਰਤਪਾਲ ਸਿੰਘ ਹੋਰੀ ਸੀ, ਦੂਸਰੀ ਜਥੇਬੰਦੀ ਵੀ ਬਣ ਗਈ ਸੀ। ਹੁਣ ਹਾਲਾਂਕਿ ਸਿੱਧੇ ਤੌਰ ਦੇ ਉੱਤੇ ਕੋਈ ਰੌਲਾ ਰੱਪਾ ਨਹੀਂ ਸੀ ਪਿਆ, ਪਰ ਉਹ ਵੀ ਦੀਪ ਸਿੱਧੂ ਹੋਰਾਂ ਦਾ ਜਿਹੜਾ ਨਾਂ ਜੁੜਦਾ ਉਧਰਲੇ ਪਾਸੇ। ਇਧਰ ਬੀਬੀ ਰੀਨਾ ਰਾਏ ਹੋਰੀ ਅਚਾਨਕ ਆ ਕੇ ਜਿਸ ਤਰੀਕੇ ਸਰਗਰਮ ਹੋਏ ਹੈ, ਪਿਛਲੇ ਦਿਨ ਹੀ ਤੁਹਾਨੂੰ ਯਾਦ ਹੋਣਾ ਜਿੱਥੇ ਸੜਕ ਹਾਦਸਾ ਹੋਇਆ ਸੀ ਉੱਥੇ ਵੀ ਬੀਬੀ ਦੀ ਇੱਕ ਵੀਡੀਓ ਆਈ ਸੀ ਕਿ ਉਹ ਕਹਿੰਦੇ ਜੀ ਮੈਂ ਇੱਥੇ ਬੂਟਾ ਲਾਇਆ ਤੇ ਜਿਹੜੇ ਵੀ ਦੀਪ ਸਿੱਧੂ ਨੂੰ ਪਿਆਰ ਕਰਨ ਵਾਲੇ ਆ ਜਦੋਂ ਦਿੱਲੀ ਨੂੰ ਆਉਂਦੇ ਆ ਜਾਂ ਦਿੱਲੀ ਤੋਂ ਵਾਪਸ ਪੰਜਾਬ ਨੂੰ ਜਾਂਦੇ ਆ, ਤੁਸੀਂ ਉਸ ਬੂਟੇ ਨੂੰ ਪਾਣੀ ਪਾ ਕੇ ਜਾਇਓ। ਆਪਾਂ ਉਹ ਬੂਟਾ ਵੱਡਾ ਕਰਨਾ ਹੈ, ਦੀਪ ਸਿੱਧੂ ਦੀ ਯਾਦ ਚ ਲਾਇਆ। ਉਹਦੇ ਮੁੱਦੇ ਦੇ ਉੱਤੇ ਵੀ ਕੋਈ ਪ੍ਰਤੀਕਰਮ ਦੂਸਰੇ ਪਾਸਿਓਂ ਨਹੀਂ ਸੀ ਆਇਆ। ਕਿੰਨੇ ਕੁ ਲੋਕ ਜਾ ਕੇ ਪਾਣੀ ਪਾਉਂਦੇ ਇੱਕ ਵੱਖਰੀ ਗੱਲ ਹੈ। ਹੁਣ ਬੀਬੀ ਜੀ ਨੇ ਇੱਕ ਵਾਰੀ ਫੇਰ ਜਦੋਂ ਤਾਂ ਅਮਰਤਪਾਲ ਸਿੰਘ ਹੋਰਾਂ ਬਾਰੇ ਸਵਾਲ ਪੁੱਛਿਆ, ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ, ਚੁੱਪੀ ਧਾਰੀ। ਜਦੋਂ ਸਵਾਲ ਇਹ ਪੁੱਛਿਆ ਕਿ ਭਾਈ ਉਦੋਂ ਹੋਇਆ ਕੀ ਸੀ, ਉਹ ਬੀਬੀ ਕਹਿੰਦੀ ਜੀ ਨਰੋਲ ਸੜਕ ਹਾਦਸਾ ਸੀ, ਹੋਰ ਕੋਈ ਗੱਲ ਨਹੀਂ ਸੀ। ਤੀਸਰੇ ਪਾਸੇ ਉਹ ਬੀਬੀ ਕਹਿੰਦੀ ਜੀ ਐਜੂਕੇਸ਼ਨ ਨੂੰ ਲੈ ਕੇ ਦੀਪ ਸਿੱਧੂ ਦਾ ਵਿਜ਼ਨ ਸੀ ਕਿ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ, ਸਾਡੇ ਬੱਚੇ ਜਿਹੜੇ ਪੰਜਾਬ ਦੇ, ਉਹ ਪੜ੍ਹਨੇ ਚਾਹੀਦੇ ਆ, ਸਿੱਖਿਅਤ ਹੋਣੇ ਚਾਹੀਦੇ ਆ। ਤੇ ਉਹ ਬੀਬੀ ਜੀ ਕਹਿੰਦੇ ਬੜੀ ਛੇਤੀ ਅਸੀਂ ਐਜੂਕੇਸ਼ਨ ਨਾਲ ਸੰਬੰਧਿਤ ਕੁਝ ਇੱਕ ਨਵੇਂ ਐਲਾਨ ਕਰਾਂਗੇ। ਹੁਣ ਰੀਨਾ ਰਾਏ ਹੋਰਾਂ ਦਾ ਪੰਜਾਬ ਦੇ ਵਿੱਚ ਆਉਣਾ, ਆ ਕੇ ਸਿੱਧੇ ਤੌਰ ਦੇ ਉੱਤੇ ਸਰਗਰਮ ਹੋਣਾ, ਦੀਪ ਸਿੱਧੂ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਨਤਮਸਤਕ ਹੋਣਾ, ਦੁਬਾਰਾ ਇਹ ਕਹਿਣਾ ਕਿ ਉਹ ਇੱਕ ਨਰੋਲ ਹਾਦਸਾ ਸੀ, ਤੇ ਇਹ ਵੀ ਕਹਿਣਾ ਕਿ ਦੀਪ ਸਿੱਧੂ ਦੀ ਸੋਚ ਨੂੰ ਇੱਕ ਅੱਗੇ ਵਧਾਵਾਂਗੇ, ਉਹ ਯੋਧਾ ਹੈ। ਹੁਣ ਬਰਾਬਰ ਜਿਹੜੀ ਇਹ ਚੀਜ਼ ਚੱਲਣ ਲੱਗ ਪਈ ਹੈ, ਇਹਦੇ ਵਿੱਚੋਂ ਬਹੁਤ ਕੁਝ ਨਿਕਲੂ। ਤੁਹਾਨੂੰ ਯਾਦ ਹੋਣਾ ਜਦੋਂ ਬੀਬੀ ਰੀਨਾ ਰਾਏ ਇੰਟਰਵਿਊ ਆਪਣੀਆਂ ਦੇਣ ਲੱਗੀ ਸੀ, ਬਹੁਤ ਸਾਰੇ ਸਵਾਲ ਉਹਨਾਂ ਨੇ ਕਿਹਾ ਸੀ ਮੇਰੇ ਕੋਲ WhatsApp ਚੈਟ ਪਈ ਹੈ। ਉਦੋਂ ਵੀ ਬਹੁਤ ਸਾਰੇ ਲੋਕਾਂ ਨੇ ਕਿਹਾ ਸੀ ਕਿ ਬੀਬੀ ਨੂੰ ਸਿਖਾ ਕੇ ਕੌਣ ਲਿਆਇਆ, ਸਾਨੂੰ ਪਤਾ ਹੈ ਬੀਬੀ ਨੂੰ ਕੌਣ ਪੰਜਾਬ ਚ ਲਈ ਫਿਰਦਾ, ਪਤਾ ਹੈ ਸਾਨੂੰ ਬੀਬੀ ਤੋਂ ਹੁਣ ਕੀ ਕਰਾਉਣਾ ਚਾਹੁੰਦੇ ਆ, ਸਾਨੂੰ ਪਤਾ ਹੈ। ਪਰ ਜਿਸ ਤਰੀਕੇ ਦੇ ਨਾਲ ਇਹ ਸਾਰੀਆਂ ਸਰਗਰਮੀਆਂ ਲਗਾਤਾਰ ਅੱਗੇ ਵਧ ਰਹੀਆਂ, ਸੰਧਾਲੀਆ ਸਾਹਿਬ, ਆਮ ਲੋਕਾਂ ਨੂੰ ਜਗਿਆਸਾ ਤਾਂ ਪੈਦਾ ਹੁੰਦੀ ਹੈ ਜੀ। ਨਹੀਂ, ਜਗਿਆਸਾ ਵੀ ਪੈਦਾ ਹੁੰਦੀ ਆ, ਪਲੱਸ ਬਹੁਤਾ ਕਰਕੇ ਉਹ ਜਿਸ ਸਰੂਪ ਦੇ ਵਿੱਚ ਆਏ ਨਾ ਜੀ ਮੱਥਾ ਟੇਕਣ, ਉਹਦੇ ਤੇ ਜ਼ਿਆਦਾ ਲੋਕਾਂ ਦੇ ਧਿਆਨ 'ਚ ਗੱਲ ਆਈ ਵੀ ਯਾਰ ਇਹ ਇਸ ਤਰ੍ਹਾਂ ਦਾ ਸਰੂਪ ਬਣਾਉਣ ਪਿੱਛੇ ਕਾਰਨ ਕੀ। ਹੁਣ ਮੇਰਾ ਖਿਆਲ ਵਿੱਚ ਜੇ ਚਰਚਾ ਚੱਲਦੀ ਵੀ ਸੀਗੀ, ਉਹ ਕਹਿੰਦੇ ਕਿ ਵੀ ਹਾਂਜੀ ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਸ਼ਾਇਦ ਉਹ ਹੁਣ, ਕਿਉਂਕਿ ਦੀਪ ਸਿੱਧੂ ਹੋਰਾਂ ਨੇ ਉਹ ਬਣਾਈ ਸੀ, ਤੇ ਉਹ ਕਹਿੰਦੇ ਵੀ ਉਹਨਾਂ ਦੀ ਉਸ ਜਥੇਬੰਦੀ ਨੂੰ ਨਾਲ ਲੈ ਕੇ ਉਸੇ ਤਰ੍ਹਾਂ ਜੋ ਸੋਚਦੇ ਸੀ, ਜੋ ਉਹਨਾਂ ਦਾ ਵਿਜ਼ਨ ਸੀਗਾ, ਅਸੀਂ ਉਸ ਪਾਸੇ ਤੁਰਾਂਗੇ। ਬੱਚਿਆਂ ਨੂੰ ਮੇਰਾ ਖਿਆਲ ਉਹਨਾਂ ਨੇ ਬੈਕਪੈਕ ਵਗੈਰਾ ਦਿੱਤੇ, ਉਹ ਕਹਿੰਦੇ ਵੀ ਉਹਨਾਂ ਦੀ ਸਿੱਖਿਆ ਦੇ ਲਈ ਵੀ ਆਪਾਂ ਕੰਮ ਕਰਨਾ। ਪਰ ਇੱਕ ਗੱਲ ਦੇਖੋ ਤੁਸੀਂ ਵੀ ਅਮਰਤਪਾਲ ਸਿੰਘ ਹੋਰਾਂ ਦੇ ਮੁੱਦੇ ਦੇ ਉੱਪਰ ਇਸ ਤੋਂ ਪਹਿਲਾਂ ਜ਼ਰੂਰ ਬੋਲੇ ਸੀ, ਪਰ ਕੱਲ੍ਹ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਹਾਂਜੀ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਤਾਂ ਉਹ ਕਹਿੰਦੇ ਵੀ ਅੱਜ ਮੈਂ ਕੋਈ ਇਸ ਮੁੱਦੇ ਦੇ ਉੱਪਰ ਗੱਲ ਨਹੀਂ ਕਰਨੀ, ਮੈਂ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਮੈਂ ਤਾਂ ਸਿਰਫ ਗੁਰੂ ਮਹਾਰਾਜ ਦੇ ਅੱਗੇ ਨਤਮਸਤਕ ਹੋਣਾ ਹੀ ਆ। ਪੁੱਛਿਆ ਗਿਆ ਵੀ ਹਾਂਜੀ ਹੋਰ ਕੀ ਮੰਗੋਗੇ, ਉਹ ਕਹਿੰਦੇ ਜੀ ਸਾਰਾ ਕੁਛ ਗੁਰੂ ਮਹਾਰਾਜ ਜਾਣੀ ਜਾਣ ਹੈ, ਮੈਂ ਤਾਂ ਬਸ ਜਾ ਕੇ ਸੀ ਝੁਕਾਉਣਾ ਨਿਵਾਉਣਾ। ਇਹ ਜਿਹੜੀ ਗੱਲ ਕਿ ਪਹਿਲਾਂ ਇੱਕ ਮੁੱਦੇ ਦੇ ਉੱਪਰ ਉਹ ਕਾਫੀ ਜ਼ਿਆਦਾ ਬੋਲੇ, ਤੇ ਹੁਣ ਜਦੋਂ ਉਹਨਾਂ ਨੂੰ ਲੱਗਿਆ ਕਿ ਵੀ ਹਾਂਜੀ ਆਹ ਉਹ ਮੁੱਦਾ ਮੌਕਾ ਨਹੀਂ ਹੈ, ਬਿਲਕੁਲ ਹੀ ਉਸ ਗੱਲ ਦਾ ਜਵਾਬ ਨਹੀਂ ਦੇਣਾ, ਇਹ ਵੀ ਥੋੜ੍ਹੀ ਜਿਹੀ ਹੈਰਾਨੀ ਪੈਦਾ ਕਰਦਾ ਗੱਲ ਕਿ ਨਹੀਂ? ਨਹੀਂ ਕਰਦਾ। ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਬੜੀ ਕਲੀਅਰ ਹੈ, ਕਿਉਂਕਿ ਉਹ ਬੀਬੀ ਜੀ ਬਹੁਤਾ ਸਮਾਂ ਵਿਦੇਸ਼ ਦੇ ਵਿੱਚ ਰਹੇ ਆ। ਉਹ ਬੀਬੀ ਜੀ ਇਸ ਤਰੀਕੇ ਦੇ ਨਾਲ ਆਪ ਨਹੀਂ ਵਿਚਰ ਸਕਦੇ, ਕੋਈ ਨਾ ਕੋਈ ਧਿਰ ਤਾਂ ਉਹਨਾਂ ਦੇ ਨਾਲ ਹੈਗੀ ਆ। ਅਸੀਂ ਨਹੀਂ ਕਹਿੰਦੇ ਕਿ ਧਿਰ ਕਿਸੇ ਦਾ ਹੋਣਾ ਮਾੜਾ ਜਾਂ ਚੰਗਾ ਹੁੰਦਾ, ਅਸੀਂ ਬਿਲਕੁਲ ਨਹੀਂ ਕਹਿੰਦੇ। ਜਾਣੀ ਕੁਝ ਨਾ ਕੁਝ ਤਾਂ ਉਹਨਾਂ ਦੇ ਸਾਥੀ, ਕੁਝ ਨਾ ਕੁਝ ਟੀਮ ਮੈਂਬਰ ਤਾਂ ਹੈਗੇ ਆ ਜਿਹੜੇ ਕਿ ਹੁਣ ਇਸ ਪਾਸੇ ਉਹਨਾਂ ਨੂੰ ਅੱਗੇ ਤੁਰਦੇ, ਉਹਨਾਂ ਦੀ ਸੋਚ ਕਿਹੋ ਜਿਹੀ ਆ, ਕਿੱਦਾਂ ਦੀ ਹੈ, ਆਪਾਂ ਉਧਰਲੇ ਪਾਸੇ ਨਹੀਂ ਜਾਂਦੇ। ਪਰ ਹਾਂ, ਪਿਛਲੇ 24 ਘੰਟਿਆਂ ਦੇ ਵਿੱਚ ਇਸ ਗੱਲ ਦੀ ਚਰਚਾ ਜਿਹੜੀ ਉਹ ਸਿਖਰ ਦੇ ਉੱਤੇ ਪੁੱਜੀ ਹੈ, ਕਿਉਂਕਿ ਇੱਕ ਪਾਸੇ ਵਾਰਿਸ ਪੰਜਾਬ ਦੇ ਜਥੇਬੰਦੀ, ਕਿਉਂਕਿ ਦੀਪ ਸਿੱਧੂ ਹੋਰਾਂ ਨੇ ਬਣਾਈ ਸੀ, ਦੀਪ ਸਿੱਧੂ ਹੋਰਾਂ ਦੀ ਮੌਤ ਤੋਂ ਬਾਅਦ ਅਮਰਤਪਾਲ ਸਿੰਘ ਹੋਰੀ ਉਹਦੇ ਮੁਖੀ ਬਣੇ। ਉਹ ਅੱਜ ਕੱਲ ਜਿਹੜੇ ਹੈ ਪੁਲਿਸ ਕਹਿੰਦੀ ਹੈ ਕਿ ਸਾਡੀ ਗ੍ਰਿਫਤ ਦੇ ਵਿੱਚ ਨਹੀਂ, ਅਸੀਂ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਨਾਂ ਦੀਆਂ ਵੀਡੀਓਜ਼ ਤੇ ਵੀਡੀਓਜ਼ ਆ ਰਹੀਆਂ ਨੇ। ਜਦੋਂ ਉਹ ਦ੍ਰਿਸ਼ ਤੋਂ ਬਾਹਰ ਨੇ,
ਐਨ ਉਸ ਵੇਲੇ ਬੀਬੀ ਰੀਨਾ ਰਾਏ ਹੋਰਾਂ ਦਾ ਆਉਣਾ ਤੇ ਇਹ ਕਹਿਣਾ ਕਿ ਭਾਈ ਦੀਪ ਸਿੱਧੂ ਦੀ ਸੋਚ ਨੂੰ ਆਪਾਂ ਅੱਗੇ ਲੈ ਕੇ ਜਾਣਾ ਹੈ, ਉਹ ਆਪਣੇ ਆਪ ਦੇ ਵਿੱਚ ਇੱਕ ਜਿਗਿਆਸਾ ਪੈਦਾ ਕਰਨ ਵਾਲੀ ਜਿਹੜੀ ਉਹ ਸਾਰੀ ਸਥਿਤੀ ਹੈ। ਦੇਖਦੇ ਹਾਂ ਕਹਾਣੀ ਸੰਧਾਲੀਆ ਸਾਹਿਬ ਕਿੱਧਰਲੇ ਪਾਸੇ ਨੂੰ ਜਾਂਦੀ ਹੈ। ਪਰ ਨਾਲ ਲੱਗਦੀ ਗੱਲ ਆਪਾਂ ਇੱਕ ਹੋਰ ਜ਼ਰੂਰ ਕਰ ਲੈਂਦੇ ਹਾਂ ਕਿ ਬਲਕੌਰ ਸਿੰਘ ਹੋਰਾਂ ਨੇ ਵੀ ਦੀਪ ਸਿੱਧੂ ਹੋਰਾਂ ਦਾ ਜ਼ਿਕਰ ਕੀਤਾ ਸੀ। ਬਲਕੌਰ ਸਿੰਘ ਜਿਹੜੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ, ਕਿਉਂਕਿ ਗੱਲ ਨਾਲ ਜੁੜਦੀ ਸੀ। ਉਹ ਕਹਿੰਦੇ ਜੀ ਦੇਖੋ ਜਿਹੜਾ ਦੀਪ ਸਿੱਧੂ ਹੋਰਾਂ ਵਾਲਾ ਮਸਲਾ ਉਦੋਂ ਵੀ ਕਈ ਕੁਝ ਸਾਹਮਣੇ ਲਿਆਂਦਾ ਗਿਆ। ਹੁਣ ਕਹਿੰਦੇ ਜੀ ਦੇਖੋ ਜਦੋਂ ਸਿੱਧੂ ਮੂਸੇਵਾਲੇ ਦੀ ਬਰਸੀ ਸੀ, ਅਸੀਂ ਸਾਰੇ ਪ੍ਰਬੰਧ ਕਰਨੇ ਸੀ, ਲੋਹੜੇ ਦਾ ਇਕੱਠ ਹੋਣਾ ਸੀ, ਤੇ ਉਸ ਵੇਲੇ ਵੀ ਕਹਿੰਦੇ ਜੀ ਲਾਰੈਂਸ ਬਿਸ਼ਨੋਈ ਦੀਆਂ ਇੰਟਰਵਿਊਜ਼ ਕੱਢ ਕੇ ਸਾਹਮਣੇ ਲੈ ਆਉਂਦੀਆਂ ਗਈਆਂ। ਜਾਂ ਕਹਿੰਦੇ ਹੁਣ ਅਮਰਤਪਾਲ ਦਾ ਮੁੱਦਾ ਕਿੱਥੇ ਗਿਆ? ਅਚਾਨਕ ਉਹ ਸਾਰਾ ਕੁਝ ਕਹਿੰਦੇ ਜਿਸ ਤਰੀਕੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲੋਕ ਸਾਰਾ ਕੁਝ ਆਪ ਸਮਝਦੇ ਆ। ਹੁਣ ਇਹ ਕੜੀਆਂ ਜਿਹੜੀਆਂ ਇੱਕ ਦੂਜੇ ਦੇ ਨਾਲ ਜਿਸ ਤਰੀਕੇ ਜੋੜੀਆਂ ਜਾ ਰਹੀਆਂ ਜਾਂ ਜੁੜ ਰਹੀਆਂ, ਆਮ ਲੋਕਾਂ ਦੇ ਲਈ ਸੰਧਾਲੀਆ ਸਾਹਿਬ ਬਹੁਤੀ ਵਾਰੀ ਗੱਲ ਜਿਹੜੀ ਆ ਸਮਝੋ ਬਾਹਰ ਹੋ ਜਾਂਦੀ ਹੈ। ਮੈਂ ਨਾ ਆਮ ਕੀ ਖਾਸ ਬੰਦਿਆਂ ਦੀ ਸਮਝ ਵੀ ਮੇਰਾ ਖਿਆਲ ਕੋਈ ਗੱਲ ਨਹੀਂ ਆ ਰਹੀ। ਹੁਣ ਖਾਸ ਤੋਂ ਖਾਸ ਬੰਦੇ ਜੇ ਆਪਾਂ ਕਹੀਏ ਤੇ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੋਂ ਖਾਸ ਕੌਣ ਹੋ ਸਕਦਾ? ਪਿਛਲੇ ਦਿਨੀ ਜੇ ਉਹ ਕਹਿ ਚੁੱਕੇ ਇਸ ਗੱਲ ਨੂੰ ਕਿ ਯਾਰ ਇਹ ਸਾਰਾ ਕੁਛ ਏਡਾ ਸਿੱਧਾ ਪੱਧਰਾ ਹੈ ਨਹੀਂ ਜਿੰਨਾ ਕਿ ਦਿਖਦਾ ਆ, ਇਹਦੇ ਤੇ ਹੋਰ ਥੋੜ੍ਹੀ ਜਿਹੀ ਪੜਚੋਲ ਕਰਨ ਦੀ ਲੋੜ ਹੈ। ਤੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਵੀ ਕਿਸੇ ਵੀ ਚੀਜ਼ ਨੂੰ ਇਹ ਸਮਝ ਲੈਣਾ ਵੀ ਹਾਂ ਇਹ ਇੱਦਾਂ ਹੀ ਆ ਜਾਂ ਇਹ ਉੱਦਾਂ ਨਹੀਂ ਉੱਦਾਂ ਆ, ਉਹ ਮੇਰਾ ਖਿਆਲ ਵੀ ਐਡੀ ਸੌਖੀ ਗੱਲਬਾਤ ਹੈ ਨਹੀਂ। ਬਾਕੀ ਉਹਨਾਂ ਦੀ ਇਸ ਐਂਟਰੀ ਤੋਂ ਬਾਅਦ ਹੁਣ ਹੋ ਸਕਦਾ ਵੀ ਇੱਕ ਦੋ ਜਿਹੜੇ ਉਹਨਾਂ ਨੂੰ ਚੰਗਾ ਚਾਹੁਣ ਵਾਲੇ ਉਹਨਾਂ ਦੇ ਜਾਂ ਜਿਹੜੇ ਉਹਨਾਂ ਦੇ ਵਿਰੋਧ ਵਾਲੇ ਨੇ ਉਹਨਾਂ ਦੇ ਬਿਆਨ ਵੀ ਆਉਣ, ਜਾਂ ਆਪਣੀ ਉਹ ਅਗਲੀ ਸਰਗਰਮੀ ਹੁਣ ਕੀ ਕਰਦੇ ਆ ਉਸ ਤੋਂ ਬਾਅਦ ਫਿਰ ਉਹਦੇ 'ਤੇ ਚਰਚਾ ਕਰ ਲਵਾਂਗੇ। ਪਰ ਜਿਸ ਤਰ੍ਹਾਂ ਨਾਲ, ਕਿਉਂਕਿ ਦੇਖੋ ਗੱਲ ਇਹ ਆ ਵੀ ਪੰਜਾਬ ਕਿਸੇ ਪਾਸੇ ਮਰਜ਼ੀ ਚੱਲ ਜੇ, ਸਿਆਸਤ 'ਚੋਂ ਤੇ ਕੱਢਿਆ ਨਹੀਂ ਜਾ ਸਕਦਾ। ਇਲੈਕਸ਼ਨਾਂ ਚਾਹੇ ਜ਼ਿਮਨੀ ਹੋਣ ਚਾਹੇ ਗਾਂ ਲੋਕ ਸਭਾ ਵਾਲੀਆਂ ਹੋਣ, ਇਹ ਹੁਣ ਇਲੈਕਸ਼ਨਾਂ ਦਾ ਹਿਸਾਬ ਕਿਤਾਬ ਕਿਤੇ ਨਾ ਕਿਤੇ ਜਾ ਕੇ ਜੁੜਦਾ, ਜਾਂ ਫਿਰ ਇਹ ਘਟਨਾਵਾਂ ਆਪੇ ਹੀ ਘਟੀ ਜਾਂਦੀਆਂ ਨੇ ਤੇ ਇਲੈਕਸ਼ਨਾਂ ਦਾ ਇਹਨਾਂ ਨਾਲ ਲਿੰਕ ਕੋਈ ਨਹੀਂ। ਇਹਦਾ ਹਿਸਾਬ ਤਾਂ ਮੈਂ ਨਾ ਪੰਜਾਬੀ ਆਪ ਲਾ ਲੈਣ। ਹਨੀ ਆਪ ਲਾਉਣਾ ਪਊਗਾ ਸੰਧਾਲੀਆ ਸਾਹਿਬ। ਤੇ ਇੱਕ ਹਿਸਾਬ ਕਿਤਾਬ ਲੱਗਾ ਸੀ ਕਿਸਾਨ ਅੰਦੋਲਨ 'ਚ ਪੰਜਾਬ ਤੋਂ ਸ਼ੁਰੂ ਹੋਇਆ ਕਿ 3 ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨਾ, ਜਿਹੜੇ ਹੁਣ ਵਾਪਸ ਲਏ ਜਾ ਚੁੱਕੇ ਆ। ਹਰਿਆਣੇ ਵਾਲੇ ਜੁੜੇ, ਯੂਪੀ ਵਾਲੇ ਆ ਗਏ, ਰਾਜਸਥਾਨ ਵਾਲੇ ਆ ਗਏ, ਮੱਧ ਪ੍ਰਦੇਸ਼ ਉੱਤਰਾਖੰਡ ਤੋਂ ਆ ਗਏ, ਫਿਰ ਤਾਂ ਉੜੀਸਾ, ਬੰਗਾਲ, ਮਹਾਰਾਸ਼ਟਰ, ਕਰਨਾਟਕ, ਕੋਈ ਸੂਬਾ ਭਾਰਤ ਦਾ ਇਦਾਂ ਦਾ ਰਿਹਾ ਹੀ ਨਹੀਂ ਜਿਹਨੇ 1.25 ਸਾਲ ਦੇ ਕਰੀਬ ਚੱਲੇ ਕਿਸਾਨ ਅੰਦੋਲਨ ਦੇ ਵਿੱਚ ਆਪਣਾ ਹਿੱਸਾ ਨਾ ਪਾਇਆ ਹੋਵੇ। ਕਿਸਾਨ ਅੰਦੋਲਨ ਕਾਹਦਾ ਸੀ? ਇੱਕ ਤਰ੍ਹਾਂ ਦਾ ਪਰਿਵਾਰਕ ਅੰਦੋਲਨ ਬਣ ਗਿਆ ਸੀ। ਲੋਕ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਦਿੱਲੀ ਦੀਆਂ ਹੱਦਾਂ ਤੇ ਬਹਿਣ ਲੱਗ ਪਏ ਸੀ। ਤੇ ਸੰਧਾਲੀਆ ਸਾਹਿਬ ਉਹ 1.25 ਸਾਲ ਦੇ ਵਿੱਚ ਸਾਡੇ ਕਿਸਾਨ ਆਗੂਆਂ ਦਾ ਕੱਦ ਬੜਾ ਉੱਚਾ ਹੋ ਗਿਆ ਸੀ। ਬਲਵੀਰ ਸਿੰਘ ਰਾਜੇਵਾਲ ਜਿਨ੍ਹਾਂ ਨੇ ਬਾਅਦ ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲੜੀਆਂ, ਹਰੀਆਂ, ਜ਼ਮਾਨਤ ਜ਼ਬਤ ਤੱਕ ਹੋਈ, ਉਹ ਬਹੁਤ ਵੱਡੇ ਲੀਡਰ ਬਣ ਕੇ ਉੱਭਰੇ ਸੀ ਕਿਉਂਕਿ ਲੌਜਿਕ ਦੇ ਨਾਲ ਗੱਲ ਕਰਦੇ ਸੀ। ਭਾਸ਼ਾ ਅੰਗਰੇਜ਼ੀ ਵੀ ਆਉਂਦੀ ਸੀ, ਹਿੰਦੀ ਵੀ ਆਉਂਦੀ ਸੀ, ਪੰਜਾਬੀ ਵੀ ਆਉਂਦੀ ਸੀ। ਤੇ ਜਦੋਂ ਉਹ ਸਟੇਜ ਦੇ ਉੱਤੋਂ ਖੜ ਕੇ ਕਹਿੰਦੇ ਹੁੰਦੇ ਸੀ ਕਿ ਭਾਈ ਜੇ ਸ਼ਾਂਤ ਰਹੋਗੇ ਤਾਂ ਜਿੱਤ ਜਾਓਗੇ, ਜੇ ਝਗੜਾ ਕਰੋਗੇ ਤਾਂ ਹਾਰ ਜਾਓਗੇ। ਜਦੋਂ ਵੀ ਕਦੇ ਸੰਕਟ ਵਾਲੀ ਸਥਿਤੀ ਹੁੰਦੀ ਸੀ ਤਾਂ ਬਲਵੀਰ ਸਿੰਘ ਰਾਜੇਵਾਲ ਸਾਹਿਬ ਨੂੰ ਸਟੇਜ ਤੇ ਖੜਾ ਕੀਤਾ ਜਾਂਦਾ ਸੀ। 30-32 ਜਥੇਬੰਦੀਆਂ ਕਿਸਾਨਾਂ ਦੀਆਂ ਪੰਜਾਬ ਦੀਆਂ, 150 ਤੋਂ ਵੱਧ ਜਥੇਬੰਦੀਆਂ ਸਾਰੇ ਦੇਸ਼ ਦੀਆਂ, ਉਹਨਾਂ ਦੇ ਵਿੱਚ ਜੇ 5-4 ਮੋਹਰੀ ਕਿਸਾਨ ਆਗੂ ਹੁੰਦੇ ਸੀ ਤਾਂ ਬਲਵੀਰ ਸਿੰਘ ਰਾਜੇਵਾਲ ਸਾਹਿਬ ਹੁੰਦੇ ਸੀ। ਮੁੱਖ ਵਕਤਾ ਦੇ ਤੌਰ ਦੇ ਉੱਤੇ ਹਰ ਵੱਡੇ ਸਮਾਗਮ ਦੇ ਵਿੱਚ 1.25 ਸਾਲ ਚੱਲੇ ਕਿਸਾਨ ਅੰਦੋਲਨ ਦੇ ਵਿੱਚ ਬਲਵੀਰ ਸਿੰਘ ਰਾਜੇਵਾਲ ਸਾਹਿਬ ਬੋਲਦੇ ਸੀ। ਯਾਨੀ ਇੱਕ ਬਹੁਤ ਵੱਡੀ ਤਾਕਤ ਬਣ ਗਿਆ ਸੀ। ਲੋਕ ਦੁਨੀਆ ਭਰ ਦੇ ਵਿੱਚ ਯਕੀਨ ਕਰਦੇ ਸੀ। ਕਿਸਾਨ ਅੰਦੋਲਨ ਜਿੱਤਿਆ ਗਿਆ। ਕੇਂਦਰ ਸਰਕਾਰ ਨੇ 3 ਖੇਤੀਬਾੜੀ ਕਾਨੂੰਨ ਖੁਦ ਪ੍ਰਧਾਨ ਮੰਤਰੀ ਸਾਹਿਬ ਨੇ ਅਨਾਉਂਸ ਕਰਕੇ ਵਾਪਸ ਲੈ ਲਏ। ਲੀਡਰ ਪੰਜਾਬ 'ਚ ਵਾਪਸ ਆ ਗਏ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਆ ਗਈਆਂ। ਅੱਧੀਆਂ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚਾ ਬਣਾ ਕੇ ਚੋਣਾਂ ਲੜ ਲਈਆਂ। ਰਾਜੇਵਾਲ ਸਾਹਿਬ ਦੀ ਅਗਵਾਈ ਹੋ ਗਈ। ਕਹਿੰਦੇ ਜੀ ਮੁੱਖ ਮੰਤਰੀ ਦੇ ਦਾਅਵੇਦਾਰ ਉਹ ਹੋਣਗੇ। ਉਹਦੇ ਤੋਂ ਬਾਅਦ ਸਾਰੇ ਬੰਦੇ ਹਰ ਗਏ। ਇੱਕ ਅੱਧੇ ਨੂੰ ਛੱਡ ਕੇ ਜ਼ਮਾਨਤਾਂ ਜ਼ਬਤ ਹੋ ਗਈਆਂ। ਬਲਵੀਰ ਸਿੰਘ ਰਾਜੇਵਾਲ ਜਿਨ੍ਹਾਂ ਦੇ ਇੱਕ ਹੋਕੇ ਦੇ ਉੱਤੇ ਸਾਰਾ ਪੰਜਾਬ ਦਿੱਲੀ ਨੂੰ ਤੁਰ ਪੈਂਦਾ ਸੀ, ਵੋਟਾਂ 10,000 ਤੋਂ ਘੱਟ ਨਿਕਲੀਆਂ। ਲੁਧਿਆਣੇ ਦੇ ਗੁਆਂਢ ਵਾਲੇ ਹਲਕੇ ਤੋਂ ਚੋਣ ਲੜੇ ਸੀ। ਜਾਣੀ ਕਿ 4 ਮਹੀਨਿਆਂ ਦੇ ਅੰਦਰ ਅੰਦਰ ਜਿਹੜਾ ਅਕਸ ਬਲਵੀਰ ਸਿੰਘ ਰਾਜੇਵਾਲ ਤੇ ਉਹਨਾਂ ਦੇ ਸਾਥੀਆਂ ਦਾ ਅਰਸ਼ ਦੇ ਉੱਤੇ ਸੀ, ਉਹ ਫਰਸ਼ ਦੇ ਉੱਤੇ ਆ ਗਿਆ। ਬੜੇ ਲੋਕ ਕਹਿਣ ਕਿ ਗਲਤੀ ਕੀਤੀ ਆ, ਉਦੋਂ ਹੀ ਕਹਿਣ ਲੱਗ ਪਿਆ ਸੀ ਨਹੀਂ ਇਲੈਕਸ਼ਨ ਲੜਨੀ ਚਾਹੀਦੀ, ਕੁਝ ਇੱਕ ਹੱਕ 'ਚ ਸੀ। ਹੁਣ ਅਚਾਨਕ ਬਲਵੀਰ ਸਿੰਘ ਰਾਜੇਵਾਲ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਪੱਤਰਕਾਰ ਸਵਾਲ ਬਹੁਤ ਕਰਦੇ ਹੁੰਦੇ ਆ ਕਿਉਂਕਿ ਬਹੁਤੇ ਲੋਕਾਂ ਨੂੰ ਲੱਗਦਾ ਸੀ ਕਿ ਚੋਣਾਂ ਲੜਨ ਦੇ ਫੈਸਲੇ ਨੇ ਬਹੁਤ ਜ਼ਿਆਦਾ ਤਾਕਤਵਰ ਹੋ ਚੁੱਕੀਆਂ ਕਿਸਾਨ ਧਿਰਾਂ ਨੂੰ 2 ਧੜਿਆਂ 'ਚ ਵੰਡਤਾ। ਲੋਕਾਂ ਦਾ ਦਿਲ ਟੁੱਟਿਆ, ਲੋਕਾਂ ਦਾ ਯਕੀਨ ਵੱਜਾ ਸੀ। ਲੋਕ ਇਹਨਾਂ ਤੋਂ ਆਸ ਤੇ ਉਮੀਦ ਰੱਖਦੇ ਸੀ। ਇਹਨਾਂ ਨੇ ਤੜਕ ਕਰਕੇ ਤੋੜਤਾ ਸਾਰਾ ਕੁਝ। ਹੁਣ ਅਚਾਨਕ ਸੰਧਾਲੀਆ ਸਾਹਿਬ ਬਲਵੀਰ ਸਿੰਘ ਰਾਜੇਵਾਲ ਸਾਹਿਬ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ, ਉਹ ਕਹਿੰਦੇ ਮੈਂ ਨਹੀਂ ਸੀ ਚੋਣਾਂ ਲੜਦਾ,
ਮੇਰੀ 80 ਸਾਲ ਦੀ ਉਹ ਕਹਿੰਦੇ ਉਮਰ, ਮੈਂ 54 ਸਾਲ ਤੋਂ ਇਸ ਸਰਗਰਮੀ 'ਚ ਹਾਂ। ਮੈਂ ਕਦੇ ਕੋਈ ਚੇਅਰਮੈਨੀ ਨਹੀਂ ਲਈ, ਕਦੇ ਕਿਸੇ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਇਆ, ਕਦੇ ਕਿਸੇ ਪਾਸੇ ਝੁਕਾ ਨਹੀਂ ਰੱਖਿਆ। ਸਾਰੀ ਉਮਰ ਸੰਘਰਸ਼ ਕੀਤਾ, ਸਾਰੀ ਉਮਰ ਸਟੱਡੀ ਕਰਕੇ ਲੌਜਿਕ ਦੇ ਆਧਾਰ ਦੇ ਉੱਤੇ ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਹੱਕ ਦਵਾਏ ਆ। ਉਹ ਕਹਿੰਦੇ ਜੀ ਸਾਡੇ ਕੁਝ ਬੰਦੇ ਬੇਈਮਾਨ ਹੋ ਗਏ। ਜਾਣੀ ਹੁਣ ਮੈਂ ਬਹੁਤ ਫਿਰ ਜ਼ੋਰ ਦੇ ਕੇ ਕਹਿ ਰਿਹਾ ਕਿ ਬਲਵੀਰ ਸਿੰਘ ਰਾਜੇਵਾਲ, ਜਿਨ੍ਹਾਂ ਦੇ ਉੱਤੇ ਦੋਸ਼ ਲੱਗਦਾ ਹੈ ਕਿ ਉਹਨਾਂ ਨੇ ਚੋਣਾਂ ਲੜੀਆਂ ਤੇ ਕਿਸਾਨ ਧਿਰਾਂ ਦੋ ਹਿੱਸਿਆਂ 'ਚ ਵੰਡੀਆਂ ਗਈਆਂ, ਕਿਸਾਨ ਧਿਰਾਂ ਕਮਜ਼ੋਰ ਹੋਈਆਂ, ਉਹ ਕਹਿੰਦੇ ਜੀ ਮੈਂ ਨਹੀਂ ਸੀ ਚੋਣਾਂ ਲੜਦਾ। ਮੈਨੂੰ ਤਾਂ ਕੁਝ ਇੱਕ ਸਾਥੀ ਇਕੱਠੇ ਹੋ ਕੇ ਆਏ ਤੇ ਉਹ ਕਹਿੰਦੇ ਜੀ ਚੋਣਾਂ ਲੜਨੀਆਂ ਤੇ ਤੁਸੀਂ ਨਾ ਨਹੀਂ ਕਰ ਸਕਦੇ, ਤੁਹਾਨੂੰ ਚੋਣਾਂ ਲੜਨੀਆਂ ਪੈਣਗੀਆਂ। ਉਹ ਕਹਿੰਦੇ ਜੀ ਮੈਨੂੰ ਚੋਣਾਂ ਲੜਾਤੀਆਂ। ਇੱਕ ਪ੍ਰੈਸ ਕਾਨਫਰੰਸ ਕੀਤੀ, ਮੈਨੂੰ ਕਹਿੰਦੇ ਪਤਾ ਹੀ ਨਾ, ਤੇ ਉਹਦੇ ਪਿੱਛੇ ਲਿਆ ਕੇ ਬੈਨਰ ਟੰਗ ਦਿੱਤੇ SSM ਦੇ, ਸੰਯੁਕਤ ਸਮਾਜ ਮੋਰਚਾ ਦੇ। ਮੈਨੂੰ ਕਹਿੰਦੇ ਪਤਾ ਹੀ ਨਹੀਂ ਸੀ ਕਿ ਉਹ ਬੈਨਰ ਕਿਹਨੇ ਬਣਾਏ, ਕਦੋਂ ਫੈਸਲਾ ਕੀਤਾ। ਮੈਂ ਤਾਂ ਉਦੋਂ ਦੇਖਿਆ ਜਦੋਂ ਮੀਟਿੰਗ ਹੋਈ ਅੰਦਰ ਤੇ ਬਾਹਰ ਆ ਕੇ ਪ੍ਰੈਸ ਕਾਨਫਰੰਸ ਹੋਈ, ਪਿੱਛੇ ਨੂੰ ਝਾਤੀ ਮਾਰੀ ਤਾਂ ਪਿੱਛੇ ਸੰਯੁਕਤ ਸਮਾਜ ਮੋਰਚਾ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਲਿਖਿਆ। ਮੈਂ ਤਾਂ ਕਹਿੰਦੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਸ਼ਬਦ ਵੀ ਨਹੀਂ ਬੋਲਿਆ। ਜਿਨ੍ਹਾਂ ਬੰਦਿਆਂ ਨੇ ਕਹਿੰਦੇ ਜੀ ਪ੍ਰੈਸ਼ਰ ਪਾਇਆ ਸੀ ਕਿ ਤੁਹਾਨੂੰ ਚੋਣਾਂ ਲੜਨੀਆਂ ਪੈਣੀਆਂ, ਕਿਸਾਨ ਆਗੂਆਂ ਨੇ, ਉਹਨਾਂ ਨੇ ਕਹਿੰਦੇ ਜੀ ਉਹ ਸਾਰਾ ਉੱਥੇ ਐਲਾਨ ਕੀਤਾ। ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ, ਉਹਨਾਂ ਨੇ ਟਿਕਟਾਂ ਵੰਡੀਆਂ। ਤੇ ਜਦੋਂ ਕਹਿੰਦੇ ਸਾਰਿਆਂ ਨੂੰ ਟਿਕਟਾਂ ਵੰਡਦੀਆਂ ਤਾਂ ਫਿਰ ਮੈਨੂੰ ਕਹਿੰਦੇ ਹੁਣ ਕਾਗਜ਼ ਵਾਪਸ ਲੈ ਲਓ। ਤੇ ਉਹ ਕਹਿੰਦੇ ਜੀ ਮੈਂ ਕਿਹਾ 102 ਉਮੀਦਵਾਰ ਨੇ ਜਿਹੜੇ ਆਪਣੇ ਕਹੇ ਤੇ ਚੋਣਾਂ ਲੜ ਰਹੇ ਆ। ਪਤਾ ਕਹਿੰਦੇ ਮੈਨੂੰ ਵੀ ਸੀ ਕੀ ਹੋਣ ਵਾਲਾ, ਕਿ ਧੋਖਾ ਦੇਤਾ ਮੈਨੂੰ, ਪਰ ਕਹਿੰਦੇ ਮੈਂ ਜ਼ੁਬਾਨੋਂ ਮੁਕਰਨਾ ਨਹੀਂ ਸੀ ਚਾਹੁੰਦਾ। ਹੁਣ ਸੰਧਾਲੀਆ ਸਾਹਿਬ ਇੱਥੇ ਦੋ ਚੀਜ਼ਾਂ ਨੇ। ਪਹਿਲੀ ਗੱਲ, ਮੈਨੂੰ ਨਹੀਂ ਪਤਾ, ਉਹ ਤਾਂ ਸਾਡੇ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰ ਦੱਸ ਸਕਦੇ ਆ ਕਿ ਕਿੰਨੇ ਕੁ ਲੋਕ, ਕਿੰਨੇ ਕੁ ਸੱਜਣ, ਕਿੰਨੇ ਕੁ ਟੱਬਰ ਦੇ ਮੈਂਬਰ ਰਾਜੇਵਾਲ ਸਾਹਿਬ ਦੀ ਇਸ ਗੱਲ ਦੇ ਨਾਲ ਸਹਿਮਤ ਹੈ ਕਿ ਉਹਨਾਂ ਤੇ ਪ੍ਰੈਸ਼ਰ ਪਾ ਕੇ ਚੋਣ ਲੜਾਈ ਗਈ ਤੇ ਉਹ ਚੋਣ ਲੜਨਾ ਨਹੀਂ ਸੀ ਚਾਹੁੰਦੇ। ਦੂਸਰਾ, ਉਹ ਕਿਹੜੇ ਲੋਕ ਸੀ, ਜੇ ਉਹਨਾਂ ਦੀ ਗੱਲ ਸੱਚ ਮੰਨੀਏ, ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਵੀ ਸੀ, ਕਿਸਾਨ ਧਿਰਾਂ ਦੇ ਆਗੂ ਵੀ ਸੀ। ਪਹਿਲਾਂ ਉਹਨਾਂ ਨੇ ਇਹਨਾਂ ਨੂੰ ਚੋਣਾਂ ਲੜਨ ਦੇ ਲਈ ਮਜਬੂਰ ਕੀਤਾ, ਚੁੱਪ ਚਪੀਤੇ SSM ਬਣਾਇਆ ਤੇ ਮੁੜ ਕੇ ਅੱਧ ਵਿਚਾਲਿਓਂ ਪਿਛਾਂਹ ਹਟ ਗਏ। ਵੈਸੇ ਤਾਂ ਜੇ ਉਹਨਾਂ ਲੀਡਰਾਂ ਨੂੰ ਲੱਭਣਾ ਹੋਵੇ, ਜੇ ਰਾਜੇਵਾਲ ਸਾਹਿਬ ਦੀ ਗੱਲ ਸੱਚ ਹੋਵੇ, ਤਾਂ ਸੰਧਾਲੀਆ ਸਾਹਿਬ ਜਿੱਦਣ ਸੰਯੁਕਤ ਸਮਾਜ ਮੋਰਚਾ ਇਲੈਕਸ਼ਨ ਲੜਨ ਲਈ ਬਣਾਇਆ ਸੀ, ਉਸ ਪ੍ਰੈਸ ਕਾਨਫਰੰਸ ਵਿੱਚ ਬਹੁਤ ਸਾਰੇ ਆਗੂ ਬੈਠੇ ਸੀ ਜਿਹੜੇ ਬਾਹਾਂ ਖੜੀਆਂ ਕਰ ਕਰਕੇ ਕਹਿੰਦੇ ਸੀ ਇਲੈਕਸ਼ਨ ਲੜਨੀ ਹੈ। ਬਾਅਦ ਚ ਉਹਨਾਂ ਦੇ ਵਿੱਚੋਂ ਕਈ ਬੰਦੇ ਪਿੱਛੇ ਗਏ। ਹੁਣ ਜਦੋਂ ਰਾਜੇਵਾਲ ਸਾਹਿਬ ਨੇ ਨਾਂ ਤਾਂ ਨਹੀਂ ਕਿਸੇ ਦਾ ਲਿਆ, ਪਰ ਉਹਨਾਂ ਦੀ ਸਟੇਟਮੈਂਟ ਵੱਡੀ ਹੈ ਤੇ ਇਹਦੇ ਤੋਂ ਬਾਅਦ ਕਈ ਤਰ੍ਹਾਂ ਦੇ ਬਿਆਨ ਆਉਣਗੇ, ਕਈ ਤਰ੍ਹਾਂ ਦੇ ਚਰਚੇ ਚੱਲਣਗੇ, ਕਈ ਤਰ੍ਹਾਂ ਦੇ ਖੁਲਾਸੇ ਹੋਣਗੇ। ਮੇਰਾ ਖਿਆਲ ਜਿੱਦਾਂ ਤੁਸੀਂ ਕਿਹਾ ਨਾ ਕਿ ਵੀ ਕਿੰਨੇ ਕੁ ਲੋਕਾਂ ਨੂੰ ਯਕੀਨ ਆਉਂਦਾ ਇਸ ਗੱਲ ਦਾ ਕਿ ਰਾਜੇਵਾਲ ਸਾਹਿਬ ਕੋਲੋਂ ਧੱਕੇ ਨਾਲ ਇਲੈਕਸ਼ਨ ਲੜਵਾਈ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ। ਕਿਉਂਕਿ ਜਾਂ ਤਾਂ ਆਪਾਂ ਇਹ ਕਹਿ ਲਈਏ ਕਿ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਦੋਂ ਸੀ, ਉਹਦੀਆਂ ਜਿੰਨੀਆਂ ਧਿਰਾਂ ਸੀ ਜਾਂ ਸਾਰੀਆਂ ਕਿਸਾਨ ਯੂਨੀਅਨਾਂ ਨੇ ਇਕੱਠਿਆਂ ਨੇ ਮਨ ਬਣਾ ਕੇ ਕਿਹਾ ਕਿ ਵੀ ਆਪਾਂ ਇਲੈਕਸ਼ਨ ਲੜਨੀ ਆ, ਤੇ ਉਹਦੇ 'ਚੋਂ ਕੁਛ ਬੰਦੇ ਬਾਅਦ ਦੇ ਵਿੱਚ ਚਲੇ ਗਏ ਹੋਣ ਤੇ ਫਿਰ ਤੇ ਚਲੋ ਸਮਝ ਆਉਂਦੀ ਹੈ ਵੀ ਯਾਰ ਪਹਿਲਾਂ ਇੱਕ ਪਾਸੇ ਤੁਰੇ ਜਾਪਿਆ ਵੀ ਹਾਂ ਯਾਰ ਆਪਾਂ ਇਹ ਕੰਮ ਕਰਨਾ, ਤੇ ਵਿੱਚੋਂ ਕੁਛ ਛੱਡ ਗਏ। ਆਪਾਂ ਨੂੰ ਬੜਾ ਚੰਗੀ ਤਰ੍ਹਾਂ ਯਾਦ ਹੈ ਵੀ ਉਹਦੇ ਵਿੱਚ ਵੀ ਸੰਯੁਕਤ ਕਿਸਾਨ ਮੋਰਚਾ ਜਿਹੜਾ ਸੀਗਾ ਬਣਿਆ, ਉਹਦੇ 'ਚੋਂ ਵੀ ਦੋ ਧਿਰਾਂ ਬਣ ਗਈਆਂ ਸੀ। ਕੁਛ ਇੱਕ ਨੇ ਕਲੀਅਰ ਕੱਟ ਲੀਕ ਖਿੱਚ ਦਿੱਤੀ ਸੀ ਕਿ ਅਸੀਂ ਇਲੈਕਸ਼ਨ ਨਹੀਂ ਲੜਨੀ, ਐਂਡ ਉਹਦੇ ਨਾਲ ਮੇਰਾ ਖਿਆਲ ਆਪਾਂ ਵੀ ਮੀਡੀਆ ਦੇ ਵਿੱਚ ਸ਼ਬਦ ਗੈਰ ਰਾਜਨੀਤਿਕ ਜਿਹੜਾ ਸੀ ਉਹ ਵਰਤਣ ਲੱਗ ਪਏ ਸੀ ਇੱਕ ਤਰ੍ਹਾਂ ਨਾਲ ਵੀ ਹਾਂਜੀ ਇਹ ਸੰਯੁਕਤ ਕਿਸਾਨ ਮੋਰਚਾ ਜੀ ਇਹ ਗੈਰ ਰਾਜਨੀਤਿਕ ਹੈ। ਉਹ ਕਹਿੰਦੇ ਵੀ ਰਾਜਨੀਤੀ ਨਾਲ ਸਾਡਾ ਲਿੰਕ ਕੋਈ ਨਹੀਂ, ਨਾ ਅਸੀਂ ਇਲੈਕਸ਼ਨ ਲੜਨੀ। ਇਹਦਾ ਮਤਲਬ ਕਿਤੇ ਨਾ ਕਿਤੇ ਇੱਕ ਚੋਇਸ ਸੀਗੀ ਉਦੋਂ ਵੀ ਮੌਕੇ ਦੇ ਉੱਪਰ ਵੀ ਯਾਰ ਠੀਕ ਹੈ ਤੁਸੀਂ ਲੜਨੀ ਇਲੈਕਸ਼ਨ ਤੁਸੀਂ ਲੜ ਲਓ, ਮੈਂ ਇਸ ਪਾਸੇ ਨਹੀਂ ਜਾਣਾ। ਉਹ ਜਿਹੜੇ ਬਾਕੀ ਧਿਰਾਂ ਕਲੀਅਰ ਕੱਟ ਕਹਿ ਚੁੱਕੀਆਂ ਵੀ ਅਸੀਂ ਇਲੈਕਸ਼ਨ ਨਹੀਂ ਲੜਨੀ, ਤੇ ਮੈਂ ਵੀ ਉਹਨਾਂ ਦੇ ਨਾਲ ਨਹੀਂ ਲੜਦੇ ਇਲੈਕਸ਼ਨ। ਹਾਂ, ਉਦੋਂ ਕੋਈ ਨਾ ਕੋਈ ਦਬਾਅ, ਉਹ ਦਬਾਅ ਕਿਹੋ ਜਿਹਾ ਹੋ ਸਕਦਾ, ਇਹ ਤਾਂ ਮੇਰਾ ਖਿਆਲ ਰਾਜੇਵਾਲ ਸਾਹਿਬ ਵੀ ਦੱਸ ਸਕਦੇ ਵੀ ਜਿਹੜਾ ਉਹ ਨਾ ਨਹੀਂ ਕਰ ਸਕੇ, ਉਹਨਾਂ ਨੂੰ ਉਦੋਂ ਜਾਪਦਾ ਸੀ ਵੀ ਹਾਂ ਯਾਰ ਇਹ ਬੰਦੇ ਠੀਕ ਕਹਿੰਦੇ ਆ, ਜੇ ਆਪਾਂ ਇਲੈਕਸ਼ਨ ਲੜੀ ਆ, ਇੰਨਾ ਚਿਰ ਲੋਕ ਆਪਣੇ ਮਗਰ ਲੱਗੇ ਰਹੇ ਆ, ਹੁਣ ਵੋਟਾਂ ਦੇ ਪਾਉਣਗੇ, ਇਹ ਲਾਲਚ ਸੀਗਾ ਜਾਂ ਫਿਰ ਕੋਈ ਹੋਰ ਕਾਰਨ ਸੀਗਾ ਜਿਹਦਾ ਕਰਕੇ ਉਹਨਾਂ ਨੂੰ ਜਾਪਿਆ ਵੀ ਯਾਰ ਹੁਣ ਇਹਨਾਂ ਨੂੰ ਮਨਾ ਨਹੀਂ ਕੀਤਾ ਜਾ ਸਕਦਾ। ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ। ਪਰ ਇੱਕ ਗੱਲ ਹੈ ਇੱਥੇ ਸੋਚਣ ਵਾਲੀ ਬਾਟ ਸਾਹਿਬ ਕਿ ਜੋ ਉਹ ਸਾਰੇ ਮੋਰਚੇ ਦੇ ਖਤਮ ਹੋਣ ਤੋਂ ਬਾਅਦ ਕਿਸਾਨ ਯੂਨੀਅਨਾਂ ਤੇ ਕਿਸਾਨ ਲੀਡਰਾਂ ਦਾ ਹੋਇਆ, ਜਿਸ ਤਰ੍ਹਾਂ ਆਪਸ ਦੇ ਵਿੱਚ ਇਹਨਾਂ ਦਾ ਕਾਟੋ ਕਲੇਸ਼ ਹੋਇਆ, ਇੱਕ ਦੋ ਕਿਸਾਨ ਯੂਨੀਅਨਾਂ ਪਾਟੋ ਧਾੜ ਵੀ ਹੋ ਗਈਆਂ, ਇੱਕ ਦੂਸਰੇ ਦੇ ਉੱਪਰ ਇਲਜ਼ਾਮ ਤਰਾਸ਼ੀਆਂ ਵੀ ਹੋਈਆਂ, ਹੁਣ ਵੀ ਹੁੰਦੀਆਂ ਪਈਆਂ ਨੇ। ਉਹਦੇ ਤੋਂ ਮੈਂ ਨਾ ਪੰਜਾਬ ਦੇ ਲੋਕ ਕਿਤੇ ਨਾ ਕਿਤੇ ਇਸ ਗੱਲ ਦੇ ਲਈ ਵਧਾਈ ਦੇ ਪਾਤਰ ਹੈ ਵੀ ਉਹਨਾਂ ਦੇ ਸ਼ਾਇਦ ਦਬਾਅ ਨੇ, ਪ੍ਰੈਸ਼ਰ ਨੇ ਹੀ ਇਹਨਾਂ ਨੂੰ ਇਕੱਠਿਆਂ ਕਰ ਛੱਡਿਆ ਇੰਨਾ ਚਿਰ। ਨਹੀਂ ਤੇ ਤੁਸੀਂ ਦੇਖੋ ਜਦੋਂ ਉਹ ਕੰਮ ਨਿਬੜਿਆ ਉਸ ਤੋਂ ਬਾਅਦ ਤੇ ਇੱਕ ਦਿਨ ਨਹੀਂ ਇਕੱਠੇ ਰਿਹਾ ਗਿਆ ਇਹਨਾਂ ਦੇ ਕੋਲੋਂ, ਤੇ ਜਦੋਂ ਇਕੱਠੇ ਸੀ ਉਦੋਂ ਉਹਨਾਂ ਦੀ ਤਾਕਤ ਇੱਥੋਂ ਤੱਕ ਸੀ ਕਿ ਮੁਲਕ ਦੀ ਐਡੀ ਵੱਡੀ ਤਾਕਤ ਰੱਖਣ ਵਾਲੀ ਸਰਕਾਰ ਜਿਹੜੀ ਆ ਉਹ ਬਣੇ ਕਾਨੂੰਨ ਜਿਹੜੀ ਉਹ ਪਾਰਲੀਮੈਂਟ ਦੇ ਵਿੱਚ ਬਣਾਉਣ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਰੱਦ ਕਰ ਗਈ।
ਤੇ ਕਿੱਥੇ ਜਦੋਂ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਏਕਤਾ ਛੱਡ ਦਿੱਤੀ ਤੇ ਅੱਜ ਵੇਖ ਲਓ ਵੀ ਕੋਈ ਕਿਤੇ ਬਿਆਨ ਦਿੰਦਾ, ਕੋਈ ਕਿਤੇ ਬਿਆਨ ਦਿੰਦਾ, ਤੇ ਜਿਹੜੇ ਬਿਆਨ ਆਉਂਦੇ ਵੀ ਆ ਉਹਦੇ ਤੇ ਵੀ 3600 ਸਵਾਲ ਆਉਂਦੇ ਨੇ ਵੀ ਯਾਰ ਇਹ ਬਿਆਨ ਦੇ ਵਿੱਚ ਸੱਚਾਈ ਹੈ ਕਿੰਨੀ ਕੁ, ਜੇ ਇਦਾਂ ਆ ਤੇ ਇਦਾਂ ਕਿਉਂ ਨਾ ਕੀਤਾ, ਜੇ ਆਹ ਕਹਿੰਦੇ ਹੋ ਤੇ ਫਿਰ ਉਦੋਂ ਆਹ ਕਿਉਂ ਨਾ ਕਿਹਾ। ਇਹ ਵੀ ਮੇਰੇ ਖਿਆਲ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਡਿਬੇਟ ਦਾ ਵਿਸ਼ਾ ਬਣ ਜਾਣਾ। ਨਹੀਂ ਬਣੂਗਾ ਸੰਧਾਲੀਆ ਸਾਹਿਬ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਬਹੁਤ ਸਾਰੇ ਕਿਸਾਨ ਲੀਡਰਾਂ ਦੀ ਬਹੁਤ ਵੱਡੀ ਜਿਹੜੀ ਯੋਗਦਾਨ ਵੱਡੇ ਨੇ। ਕਿਸੇ ਨੂੰ 20 ਸਾਲ, ਕਿਸੇ ਨੂੰ 40 ਸਾਲ, ਕਿਸੇ ਨੂੰ 50 ਸਾਲ ਹੋ ਗਏ ਸੰਘਰਸ਼ ਕਰਦੇ ਆ, ਜੇਲਾਂ ਕੱਟੀਆਂ, ਰੈਲੀਆਂ ਕੀਤੀਆਂ, ਡਾਂਗਾਂ ਖਾਧੀਆਂ, ਘਰੋਂ ਬੇਘਰ ਹੋਏ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਇਹਨਾਂ ਦੇ ਵਿੱਚੋਂ ਕਈ ਬੰਦੇ ਜਿਹੜੇ ਆ ਉਹ ਬਗਾਨੇ ਬਸ ਵੀ ਪਏ ਹੋਣੇ ਆ। ਤੁਹਾਨੂੰ ਯਾਦ ਹੋਣਾ ਚੱਲਦੇ ਕਿਸਾਨ ਅੰਦੋਲਨ ਦੇ ਵਿੱਚ ਵੀ ਤਾਂ ਰੌਲਾ ਪੈਂਦਾ ਸੀ ਨਾ ਕਿ ਇਹਨਾਂ ਦੇ ਵਿੱਚੋਂ ਹੋ ਸਕਦਾ ਕਿ ਕਈਆਂ ਦੇ ਨਾਲ ਸਿੱਧੀ ਵੀ ਅਗਲੇ ਚਰਚਾ ਕਰਦੇ ਹੋਣ। ਉਦੋਂ ਇਹ ਵੀ ਚਰਚਾ ਚੱਲਦੀ ਸੀ ਨਾ ਕਿ ਭਾਈ ਇਹਨਾਂ ਦੇ ਵਿੱਚੋਂ ਕਈ ਬੰਦੇ ਹੋ ਸਕਦਾ ਕਿ ਉਧਰਲੇ ਪਾਸੇ ਰਲਿਓ ਹੋਣ। ਅਸੀਂ ਕਿਸੇ ਦੇ ਉੱਤੇ ਉਂਗਲ ਨਹੀਂ ਚੁੱਕਦੇ। ਅਸੀਂ ਤਾਂ ਕਹਿੰਦੇ ਕਿ ਬਲਵੀਰ ਸਿੰਘ ਰਾਜੇਵਾਲ ਸਾਹਿਬ ਬਜ਼ੁਰਗ ਨੇ, ਤਜਰਬੇਕਾਰ ਨੇ, ਸਤਿਕਾਰਯੋਗ ਨੇ, ਤੇ ਬਾਕੀ ਕਿਸਾਨ ਲੀਡਰ ਵੀ। ਹੁਣ ਤੁਸੀਂ ਇਦਾਂ ਨਾ ਰਾਜੇਵਾਲ ਸਾਹਿਬ ਕਹੋ ਕਿ ਕਈ ਬੰਦੇ ਸੀ ਜਿਨ੍ਹਾਂ ਨੇ ਪ੍ਰੈਸ਼ਰ ਪਾਇਆ। ਦੁਨੀਆ ਭਰ ਦੇ ਲੋਕਾਂ ਨੇ ਤੁਹਾਡੇ ਤੇ ਯਕੀਨ ਕੀਤਾ ਸੀ, ਸਾਰੀਆਂ ਜਥੇਬੰਦੀਆਂ ਤੇ। ਲੋਕਾਂ ਨੇ, ਰਿਕਸ਼ੇ ਵਾਲਿਆਂ ਨੇ, ਫੈਕਟਰੀਆਂ ਦੇ ਮਾਲਕਾਂ ਨੇ, ਦਿਹਾੜੀਦਾਰਾਂ ਨੇ, ਸਾਰਿਆਂ ਨੂੰ ਤੁਹਾਨੂੰ ਯੋਗਦਾਨ ਦਿੱਤਾ ਸੀ ਤੁਹਾਡੇ ਤੇ ਯਕੀਨ ਕਰਕੇ ਕਿ ਭਾਈ ਇਹ ਬੰਦੇ ਚੰਗੇ ਨੇ, ਇਹਨਾਂ ਦੇ ਪਿੱਛੇ ਲੱਗਣਾ। ਤੇ ਅੱਜ ਆਪਾਂ ਇਹ ਕਹੀਏ ਕਿ ਭਾਈ ਕੁਝ ਕੁ ਲੋਕਾਂ ਨੇ ਪ੍ਰੈਸ਼ਰ ਪਾਇਆ ਸੀ। ਤੁਸੀਂ ਦੱਸ ਦਿਓ ਨਾ ਕਿ ਕਿਹੜੇ ਕਿਹੜੇ ਲੋਕ ਸੀ। ਤੁਸੀਂ ਦੱਸ ਦਿਓ ਕਿ ਕਿਹੜੇ ਕਿਹੜੇ ਮੁੜ ਕੇ ਪਿੱਛੇ ਭੱਜੇ। ਤੁਸੀਂ ਦੱਸ ਦਿਓ ਕਿ ਭਾਈ ਜੇ ਤੁਹਾਨੂੰ ਪਤਾ ਨਹੀਂ ਸੀ ਤਾਂ ਸੰਯੁਕਤ ਸਮਾਜ ਮੋਰਚੇ ਦੇ ਬੈਨਰ ਕੌਣ ਛਾਪ ਕੇ ਲੈ ਆਇਆ। ਤੁਸੀਂ ਦੱਸ ਦਿਓ ਕਿ ਉਹ ਕਿਹੜੇ ਬੰਦੇ ਸੀ ਜਿਨ੍ਹਾਂ ਨੇ ਅਰਜ਼ੀਆਂ ਮੰਗੀਆਂ, ਮੁੜ ਕੇ ਟਿਕਟਾਂ ਵੰਡੀਆਂ ਤੇ ਮੁੜ ਕੇ ਲਾਂਭੇ ਹੋ ਗਏ। ਜੇ ਕੋਈ ਹੋਰ ਵੀ ਗੱਲ ਦੱਸਣ ਵਾਲੀ ਤਾਂ ਦੱਸ ਦਿਓ, ਕਿਉਂਕਿ ਹੁਣ ਤਾਂ ਕਿਸਾਨ ਧਿਰਾਂ ਪਾਟ ਗਈਆਂ, ਹੁਣ ਤਾਂ ਕਿਸਾਨ ਧਿਰਾਂ ਟੁੱਟ ਗਈਆਂ, ਖਿੰਡ ਗਈਆਂ, ਧੜਿਆਂ 'ਚ ਵੰਡੀਆਂ ਗਈਆਂ। ਫੰਡ ਦੇ ਕਈ ਤਰ੍ਹਾਂ ਦੇ ਇੱਕ ਦੂਜੇ ਤੇ ਇਲਜ਼ਾਮ ਤੱਕ ਲਾਤੇ। ਪਰ ਘੱਟੋ ਘੱਟ ਚਿਹਰੇ ਨੰਗੇ ਕਰ ਦਿਓ ਜੇ ਤੁਸੀਂ ਠੀਕ ਹੋ, ਜੇ ਤੁਸੀਂ ਸਾਫ਼ ਹੋ, ਜੇ ਤੁਸੀਂ ਟਰਾਂਸਪੇਰੈਂਟ ਹੋ, ਜੇ ਤੁਸੀਂ ਕੁਝ ਗਲਤੀ ਨਹੀਂ ਕੀਤੀ। ਉਹ ਚਿਹਰੇ ਨੰਗੇ ਕਰੋ ਤਾਂ ਜੋ ਉਹ ਲੋਕਾਂ ਦੇ ਵਿੱਚ ਜਾ ਕੇ ਦੁਬਾਰਾ ਉਹ ਕੰਮ ਨਾ ਕਰ ਸਕਣ। ਪਰ ਇੱਕ ਗੱਲ ਪੱਕੀ ਆ, ਤੁਸੀਂ ਠੀਕ ਕਿਹਾ ਸੰਧਾਲੀਆ ਸਾਹਿਬ, ਇਹ ਲੋਕਾਂ ਦਾ ਪ੍ਰੈਸ਼ਰ ਸੀ ਕਿਸਾਨ ਅੰਦੋਲਨ ਦੇ ਵਿੱਚ ਕਿ ਜੇ ਕੋਈ ਕਿਸਾਨ ਆਗੂ ਵਾਪਸ ਮੁੜਨਾ ਵੀ ਚਾਹੁੰਦਾ, ਜੇ ਕੋਈ ਕਿਸਾਨ ਆਗੂ ਸਮਝੌਤਾ ਕਰਨਾ ਵੀ ਚਾਹੁੰਦਾ, ਤੇ ਲੋਕਾਂ ਦੇ ਦਬਾਅ ਨੇ ਉਹ ਕਰ ਨਹੀਂ ਦਿੱਤਾ। ਲੋਕਾਂ ਦੇ ਦਬਾਅ ਕਰਕੇ ਇਹ ਇਕੱਠੇ ਰਹੇ। ਤੇ ਮੁੜ ਆਪਾਂ ਤਾਂ ਉਦੋਂ ਵੀ ਬਾਰ-ਬਾਰ ਕਹਿੰਦੇ ਸੀ ਕਿ ਭਾਈ 3 ਕਿਸਾਨ ਜਾਂ ਖੇਤੀ ਕਾਨੂੰਨਾਂ ਤੱਕ ਇਹ ਲੜਾਈ ਨਹੀਂ ਹੈਗੀ ਤੁਹਾਡੀ। ਪੰਜਾਬ ਦੇ ਵਿੱਚ ਵਾਪਸ ਜਾਓਗੇ, ਉੱਥੇ ਧੜੇ ਬਣੇ ਆ, ਉੱਥੇ ਤੁਹਾਡੀਆਂ ਯੂਨੀਅਨ ਦਾ ਆਪਸ ਦੇ ਵਿੱਚ ਖੱਪਖਾਨਾ, ਉੱਥੇ ਤੁਸੀਂ ਮਜ਼ਦੂਰਾਂ ਦੇ ਮੁੱਦੇ ਵੀ ਲੈਣੇ ਆ, ਉੱਥੇ ਦਿਹਾੜੀਦਾਰ ਕਾਮਿਆਂ ਦੇ ਮੁੱਦੇ ਵੀ ਲੈਣੇ ਆ, ਉੱਥੇ ਤੁਹਾਨੂੰ ਕਰਮਚਾਰੀਆਂ ਦੀਆਂ ਜਥੇਬੰਦੀਆਂ ਦੇ ਨਾਲ ਵੀ ਤੁਰਨਾ ਪੈਣਾ। ਆਪਸ ਦੇ ਵਿੱਚ ਸਾਂਝ ਰੱਖਿਓ, ਆਪਸ ਵਿੱਚ ਆਹ ਕੁਛ ਨਾ ਕਰਿਓ। ਲੋਕ ਤਾਂ ਨਹੀਂ ਇੰਨੀ ਛੇਤੀ ਟੁੱਟੇ ਸੀ ਜਿੰਨੀ ਛੇਤੀ ਛਿੱਤਰੋ ਛਿੱਤਰੀ ਸਾਡੀਆਂ ਕਿਸਾਨ ਜਥੇਬੰਦੀਆਂ ਦੇ ਲੀਡਰ ਹੋਏ ਨੇ। ਪਤਾ ਲੱਗਣਾ ਚਾਹੀਦਾ ਕਿ ਦਾਲ ਕਿਹੜੀ ਹੈ ਤੇ ਦਾਲ ਦੇ ਵਿੱਚ ਕੋਕੜੂ ਕਿਹੜਾ, ਉਹ ਸਾਰਾ ਕੁਝ ਕਲੀਅਰ ਕਰਕੇ ਲੋਕਾਂ ਨੂੰ ਦੱਸੋ। ਗੋਲ ਨਹੀਂ ਹੋਣੀ ਚਾਹੀਦੀ ਹੁਣ ਗੱਲ। ਤੁਸੀਂ ਦੇਖ ਲਓ ਨਾ, ਨਿਗਾਰ ਹੁਣ ਕਿੱਥੋਂ ਤੱਕ ਆ ਗਿਆ ਕਿ ਕਿੱਥੇ ਤੇ ਉਦੋਂ ਕਿਸਾਨ ਯੂਨੀਅਨਾਂ ਇੱਕ ਕਾਲ ਦਿੰਦੀਆਂ ਸੀ ਤੇ ਲੋਕੀ ਮੰਨ ਲੈਂਦੇ ਸੀ ਅੱਖਾਂ ਮੀਟ ਕੇ ਵੀ ਹਾਂ ਬਈ ਹੁਣ ਟੋਲ ਪਲਾਜ਼ੇ ਰੋਕਣੇ ਆ, ਰੋਕ ਲਓ ਜੀ, ਹੁਣ ਰੇਲਾਂ ਰੋਕਣੀਆਂ, ਰੋਕ ਲਓ ਜੀ, ਸੜਕਾਂ ਰੋਕਣੀਆਂ, ਰੋਕ ਲਓ ਜੀ, ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰਾਂ ਦੇ ਅੱਗੇ ਬਹਿਣਾ ਬਹਿ ਜਾਓ ਜੀ, ਦਿੱਲੀ ਨੂੰ ਜਾਣਾ ਚਲੇ ਜਾਓ ਜੀ। ਉਸ ਤੋਂ ਬਾਅਦ ਜਿੰਨੀਆਂ ਕਾਲਾਂ ਆਈਆਂ ਵੀ ਆਪਾਂ ਫਲਾਣੇ ਥਾਂ ਬਹਿਣਾ, ਉਹ ਅੱਧੀਆਂ ਦੇ ਦੂਸਰੀਆਂ ਯੂਨੀਅਨ ਵਾਲਿਆਂ ਦਾ ਬਿਆਨ ਆ ਜਾਂਦਾ ਅਸੀਂ ਇਹਨਾਂ ਦੇ ਨਾਲ ਸਹਿਮਤ ਨਹੀਂ, ਵੀ ਇਹ ਇੱਦਾਂ ਨਹੀਂ ਹੈ ਜੀ, ਇੱਦਾਂ ਨਹੀਂ, ਇੱਦਾਂ ਹੋਣਾ ਨਹੀਂ ਚਾਹੀਦਾ। ਉਹ ਲੋਕ ਵਿਚਾਰੇ ਅੱਧੇ ਭੰਬਲ ਭੂਸੇ 'ਚ ਪੈ ਜਾਂਦੇ ਵੀ ਯਾਰ ਸਹੀ ਕਿਹਨੂੰ ਮੰਨੀਏ ਤੇ ਗਲਤ ਕਿਹਨੂੰ ਮੰਨੀਏ। ਯਾਨੀ ਕਿ ਹੁਣ ਇਹ ਹੋ ਗਿਆ ਹਾਲ ਕਿ ਕਿਸਾਨ ਯੂਨੀਅਨਾਂ ਵੱਲੋਂ ਇੱਕ ਦੀ ਕਾਲ ਆਉਂਦੀ ਆਪਾਂ ਰੇਲ ਪਟੜੀਆਂ ਰੋਕਾਂਗੇ, ਦੂਜਾ ਕਹਿੰਦਾ ਨਹੀਂ ਨਹੀਂ ਸਾਡਾ ਕੋਈ ਪ੍ਰੋਗਰਾਮ ਨਹੀਂ, ਇਹਦੇ ਧੱਕੇ ਨਾ ਆਖੀਆਂ ਦੇ ਰੇਲ ਪਟੜੀਆਂ ਅਸੀਂ ਬਿਲਕੁਲ ਨਹੀਂ ਰੋਕਾਂਗੇ, ਅਸੀਂ ਤੇ ਉਧਰਲੇ ਪਾਸੇ ਟੋਲ ਪਲਾਜ਼ਿਆਂ 'ਤੇ ਬਹਿਣਾ ਜਾ ਕੇ। ਇਹ ਕੰਮ ਇਹਦੋਂ ਪਹਿਲਾਂ ਵੀ ਇਹ ਕਰਦੇ ਸੀ। ਆਪਾਂ ਉਦੋਂ ਬਿਲਕੁਲ ਸਹੀ ਕਿਹਾ ਤੁਸੀਂ ਵੀ ਉਦੋਂ ਸਵਾਲ ਇੱਕ ਸਭ ਤੋਂ ਵੱਡਾ ਖੜਾ ਹੁੰਦਾ ਸੀ ਵੀ ਜੇ ਦੇਸ਼ ਦੇ ਵੱਖ-ਵੱਖ ਸਟੇਟਾਂ 'ਚੋਂ ਕਿਤੇੋਂ ਇੱਕ ਜਾਂ ਵੱਧ ਤੋਂ ਵੱਧ 2 ਕਿਸਾਨ ਯੂਨੀਅਨਾਂ ਜਾਂ ਕਿਸਾਨ ਮਜ਼ਦੂਰ ਯੂਨੀਅਨਾਂ ਆਉਂਦੀਆਂ ਸੀ ਤੇ ਐਸੀ ਪੰਜਾਬ ਵਾਲੇ ਪਾਸੇ ਕੀ ਵਾਹ ਵਗੀ ਆ ਵੀ 33 32 34 ਤੁਰੇ ਫਿਰਦੇ ਨੇ ਤੇ ਉਹਦੀ ਵੀ ਗਿਣਤੀ ਹੁਣ ਹੋਰ ਵਧਾਈ ਜਾਂਦੇ ਨੇ। ਇਹ ਸਵਾਲਾਂ ਦਾ ਜਵਾਬ ਜ਼ਰੂਰ ਕਿਸਾਨ ਲੀਡਰਾਂ ਨੂੰ ਦੇਣਾ ਪਊਗਾ। ਜੇ ਕਿਤੇ ਇਕੱਠੇ ਰਹਿੰਦੇ ਤੇ ਜਿੰਨਾ ਵਧੀਆ ਉਦੋਂ ਇਹਨਾਂ ਬਜ਼ੁਰਗਾਂ ਦਾ ਆਪਸ ਦੇ ਵਿੱਚ ਪ੍ਰਭਾਵ ਬਣਿਆ ਸੀ, ਭਾਵੇਂ ਦੇਸ਼ ਲੈਵਲ ਤੇ ਲਾ ਲਈਏ ਭਾਵੇਂ ਪੰਜਾਬ ਲੈਵਲ ਤੇ, ਹੁਣ ਤੱਕ ਮੇਰੇ ਖਿਆਲ ਨਾਲ ਸਰਕਾਰਾਂ ਕੋਲੋਂ ਚਾਹੇ ਪੰਜਾਬ ਦੀ ਚਾਹੇ ਕੇਂਦਰ ਦੀ ਜੋ ਮਰਜ਼ੀ ਕਰਵਾਈ ਜਾਂਦੇ, ਪਰ ਉਹ ਏਕਾ ਰਿਹਾ ਨਹੀਂ। ਤੇ ਹੁਣ ਤੁਸੀਂ ਦੇਖ ਲਓ ਵੀ ਬਿਆਨ ਇੱਥੋਂ ਤੱਕ ਆਉਣ ਲੱਗ ਪਏ ਨੇ। ਮੈਨੂੰ ਤਾਂ ਲੱਗਦਾ ਵੀ ਕਿਤੇ ਨਾ ਕਿਤੇ ਜਿਹੜਾ ਇੱਕ ਪੰਜਾਬੀ 'ਚ ਨਹੀਂ ਕਹਿੰਦੇ ਖਿੱਦੋ ਖਿਰਨ ਵਾਲੀ ਗੱਲ ਅਜੇ ਸ਼ੁਰੂ ਹੋਈ ਆ ਕਹਾਣੀ, ਪਤਾ ਨਹੀਂ ਗਾਂਹ ਲੀਰਾਂ ਕਿਹੋ ਜਿਹੀਆਂ ਨਿਕਲਣ। ਹਾਂ ਨਹੀਂ, ਬਹੁਤ ਕੁਝ ਸਾਹਮਣੇ ਆਊਗਾ। ਜੇ ਕੁਝ ਮਾੜਾ ਚੰਗਾ ਹੋਇਆ ਤੇ ਸੰਧਾਲੀਆ ਸਾਹਿਬ ਸਾਹਮਣੇ ਆਉਣਾ ਵੀ ਚਾਹੀਦਾ ਤੇ ਲੋਕ ਉਸ ਗੱਲ ਨੂੰ ਪੋਜ਼ਿਟਿਵ ਲੈਣ ਕਿ ਭਾਈ ਲੋਕਾਂ ਨੂੰ ਪਤਾ ਲੱਗੂਗਾ ਕਿ ਕਿਹੜਾ ਬੰਦਾ ਕਿਹੜੇ ਤਰੀਕੇ ਦੇ ਨਾਲ ਕਿੱਧਰਲੇ ਪਾਸੇ ਗਲਤ ਤੇ ਕਿੱਧਰਲੇ ਪਾਸੇ ਸਹੀ ਚੱਲਦਾ ਸੀ। ਕਿਉਂਕਿ ਜੇ ਸੰਧਾਲੀਆ ਸਾਹਿਬ ਸ਼ਰਾਰਤਨ ਸਾਜ਼ਿਸ਼ਨ ਕਿਸੇ ਬੰਦੇ ਨੇ ਪਹਿਲਾਂ ਚੋਣਾਂ ਲੜਨ ਲਈ ਦਬਾਅ ਪਾਇਆ ਤੇ ਮੁੜ ਕੇ ਅੱਧ ਵਿਚਾਲਿਓਂ ਭੱਜਾ, ਇਹਦਾ ਮਤਲਬ ਕਿ ਉਹਦੀ ਸੀਟੀ ਕਿਸੇ ਹੋਰ ਨਾਲ ਰਲੀ ਹੋਊਗੀ, ਕਿਉਂਕਿ ਕਿਸੇ ਨੇ ਕਿਸੇ ਧਿਰ ਦੀ ਤਾਂ ਰਲੀ ਹੋ ਸੀ। ਤੇ ਉਹ ਸੀਟੀ ਵਾਲਾ ਬੰਦਾ ਕਿਹੜਾ ਹੈ?
ਉਹਨੂੰ ਲੱਭਣਾ ਬੜਾ ਜ਼ਰੂਰੀ ਹੈ, ਨਹੀਂ ਤਾਂ ਭਵਿੱਖ ਦੇ ਵਿੱਚ ਫਿਰ ਦੁਬਾਰਾ ਨੁਕਸਾਨ ਕਰੂਗਾ। ਬਾਕੀ ਰਾਜੇਵਾਲ ਸਾਹਿਬ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਸਵਾਲ ਹੋਣਗੇ, ਬਹੁਤ ਕੁਝ ਪੁੱਛਿਆ ਗਿੱਛਿਆ ਜਾਊਗਾ। ਉਹਨਾਂ ਦੇ ਜਿਹੜੇ ਵਿਰੋਧੀ ਨੇ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਡੱਲੇਵਾਲ ਸਾਹਿਬ ਦੇ ਨਾਲ ਵੀ ਤਾਂ ਇਟਖੜਕਾ ਰਿਹਾ, ਕਈ ਤਰ੍ਹਾਂ ਦੇ ਇਲਜ਼ਾਮ ਇੱਕ ਦੂਸਰੇ ਤੇ ਲਾਉਂਦੇ ਆ, ਉਹਦੇ ਵਿੱਚੋਂ ਬਹੁਤ ਕੁਝ ਨਿਕਲਦਾ ਹੁੰਦਾ। ਹੁਣ ਦੇਖਦੇ ਆ ਕਹਾਣੀ ਕਿੱਧਰ ਜਾਊਗੀ। ਪਰ ਇੱਕ ਪਾਸੇ ਤਾਂ ਹਰਿਆਣੇ ਦੇ ਵਿੱਚ ਪਿੱਛੇ ਵੱਡੀ ਮੀਟਿੰਗ ਕਰਕੇ ਕਿਸਾਨ ਧਿਰਾਂ ਨੇ ਦੁਬਾਰਾ ਇਕੱਠਿਆਂ ਹੋਣ ਦਾ ਸਬੂਤ ਦਿੱਤਾ ਸੀ, ਤੇ ਦੂਜੇ ਪਾਸੇ ਗੱਲ ਜੇ ਪਤੀਲਾ ਧੋਣ ਤੱਕ ਹੀ ਪੰਜਾਬ ਦੇ ਵਿੱਚ ਤੁਰੀ ਆ, ਉਹ ਥੋੜਾ ਜਿਹਾ ਔਖਾ ਹੋ ਜਾਊਗਾ। ਤੇ ਸੰਧਾਲੀਆ ਸਾਹਿਬ, ਥੋੜੀ ਜਿਹੀ ਗੱਲ ਆਪਾਂ ਜੇ ਖੇਤੀਬਾੜੀ ਦੀ ਤੁਰੀ ਆ ਤਾਂ ਪਿਛਲੇ ਦਿਨੀ ਜਿਹੜੀ ਕਣਕ ਨੁਕਸਾਨੀ ਗਈ ਸੀ ਉਧਰਲੇ ਪਾਸੇ ਲੈ ਚਲੀਏ। ਮੱਧ ਪ੍ਰਦੇਸ਼ ਦੇ ਵਿੱਚ ਵੀ ਤੂਫਾਨ ਦੇ ਕਰਕੇ, ਮੀਂਹ ਦੇ ਕਰਕੇ ਨੁਕਸਾਨ ਹੋਇਆ। ਉੱਥੇ ਕੇਂਦਰ ਦੀ ਸਰਕਾਰ ਨੇ ਕਹਿੰਦੇ ਜੀ 10% ਦੀ ਛੋਟ ਦਿੱਤੀ ਆ ਕਿ ਭਾਈ ਜੇ ਦਾਣਾ ਥੋੜਾ ਜਿਹਾ ਮਰਿਆ ਜਿਹਾ, ਜੇ ਥੋੜਾ ਜਿਹਾ ਬਦਰੰਗ ਵੀ ਹੈ, ਜੇ ਥੋੜੀ ਕੁਆਲਿਟੀ ਦੇ ਵਿੱਚ ਘਾਟ ਵੀ ਹੈ, ਤੇ ਆਪਾਂ ਕੋਈ ਗੱਲ ਨਹੀਂ, ਥੋੜਾ ਜਿਹਾ ਕਰਾਂਗੇ, ਫਲੈਕਸੀਬਲ ਰਹਾਂਗੇ, ਲਚਕੀਲਾਪਣ ਰੱਖਾਂਗੇ। ਜਦੋਂ ਕਿਸਾਨ ਮੰਡੀ ਦੇ ਵਿੱਚ ਲੈ ਕੇ ਆਊਗਾ ਕਣਕ, ਇੰਨੀ ਕੁ ਛੋਟ ਉਹਨੂੰ ਦੇਾਂਗੇ, ਬਹੁਤੀ ਕਣਕ ਉਹਦੇ ਨਾਲ ਵਿਕ ਜੂ। ਹੁਣ ਪੰਜਾਬ ਦੇ ਵਿੱਚ ਤੂਫਾਨ, ਮੀਂਹ, ਗੜੇਮਾਰੀ ਸਾਰਾ ਕੁਝ ਸਿਖਰ ਲਾ ਰਿਹਾ। ਪੰਜਾਬ ਦੇ ਵਿੱਚ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ, ਸਟੈਂਡਰਡ ਮਿਆਰ ਉਹਦਾ ਥੱਲੇ ਆਉਣਾ। ਖਰੀਦ ਸ਼ੁਰੂ ਹੋ ਗਈ ਹੈ, ਹਾਲਾਂਕਿ ਅਜੇ ਬਹੁਤ ਘੱਟ ਕਣਕ ਮੰਡੀਆਂ ਚ ਆਈ ਹੈ। ਹਾਲਾਂਕਿ ਜਿਹੜੀ ਕਣਕ ਆਈ ਵੀ ਆ ਉਹਦੇ ਵਿੱਚੋਂ ਵੀ ਬਹੁਤ ਘੱਟ ਕਣਕ ਜਿਹੜੀ ਉਹ ਵਿਕੀ ਹੈ। ਪਰ ਆਸ ਤੇ ਉਮੀਦ ਇਧਰ ਪੰਜਾਬ ਦੀ ਕਿਸਾਨ ਜਿਹੜੀ ਕਿਸਾਨ ਤਬਕਾ ਉਹ ਵੀ ਕਰ ਰਿਹਾ ਕਿ ਕੇਂਦਰ ਦੀ ਸਰਕਾਰ ਕੋਈ ਐਲਾਨ ਕਰਦਾ ਹੈ ਕਿ ਭਾਈ ਸਾਡਾ ਜੇ ਮਿਆਰ ਕਣਕ ਦਾ ਥੋੜਾ ਜਿਹਾ ਥੱਲੇ ਵੀ ਹੋਵੇ ਕਿ ਸਾਡੇ ਵੱਸ ਨਹੀਂ, ਅਸੀਂ ਬਦਲਾਂ ਦੇ ਵਿੱਚ ਢਾਂਗੀ ਮਾਰ ਕੇ ਮੀਂਹ ਨਹੀਂ ਪਵਾਇਆ, ਅਸੀਂ ਤੂਫਾਨ ਆਪ ਨਹੀਂ ਲੈ ਕੇ ਆਏ, ਅਸੀਂ ਕਿਹੜਾ ਗੜਿਆਂ ਨੂੰ ਚਿੱਠੀ ਪਾਈ ਸੀ ਕਿ ਭਾਈ ਆਣ ਕੇ ਸਾਡੇ ਖੇਤਾਂ ਤੇ ਵਰਜਾ। ਵੀ ਜੇ ਥੋੜਾ ਜਿਹਾ ਕੇਂਦਰ ਸਰਕਾਰ ਛੋਟ ਦੇ ਦੇਵੇ ਤਾਂ ਕੰਮ ਜਿਹੜਾ ਸੂਤਰ ਆ ਸਕਦਾ, ਨਹੀਂ ਤਾਂ ਕਿਸਾਨ ਦਾ ਨੁਕਸਾਨ ਵਾਹਵਾ ਹੋਊਗਾ। ਨਹੀਂ, ਵੈਸੇ ਮੰਤਰੀ ਕਟਾਰੂ ਚੱਕ ਸਾਹਿਬ ਦਾ ਬਿਆਨ ਤੇ ਆਇਆ, ਉਹ ਕਹਿੰਦੇ ਵੀ ਅਸੀਂ ਆਪਣੇ ਵੱਲੋਂ ਬੇਨਤੀ ਜਿਹੜੀ ਉਹ ਕੇਂਦਰ ਸਰਕਾਰ ਨੂੰ ਕਰਾਂਗੇ, ਕਿਉਂਕਿ ਜੇ ਮੰਨ ਲਓ MP ਨੂੰ ਚਿੱਠੀ ਤੋਂ ਬਾਅਦ ਉਹ 10% ਦੀ ਛੋਟ ਦੇ ਸਕਦੇ ਆ, ਤੇ ਇਹੋ ਜਿਹੀ ਛੋਟ ਪੰਜਾਬ ਨੂੰ ਵੀ ਮਿਲਣੀ ਚਾਹੀਦੀ ਹੈ। ਕਿਉਂਕਿ ਇਹਦੇ ਜਿਹੜਾ ਮਾਪਦੰਡ ਉਹਨਾਂ ਨੇ ਰੱਖਿਆ ਕਿ ਵੀ ਇੰਨੇ % ਹੋਈ ਤਾਂ ਇੰਨੇ % ਕੱਟ ਲੱਗੂਗਾ, ਇੰਨੇ %, ਇੱਕੋ ਸ਼ਬਦ ਵਰਤਦੇ ਨੇ, ਲਸਟਰ ਲਾਸ। ਲਸਟਰ ਲਾਸ ਦਾ ਮਤਲਬ ਇਹ ਹੋ ਗਿਆ ਵੀ ਜਿਹੜਾ ਦਾਣਾ ਹੈ ਉਹ ਬਦਰੰਗ ਵੀ ਹੋ ਸਕਦਾ, ਉਹ ਫੁੱਲਿਆ ਹੋ ਸਕਦਾ, ਭਿੱਜਾ ਹੋ ਸਕਦਾ, ਕੱਲ ਨੂੰ ਉਹਦੀ ਉਮਰ ਘਟ ਸਕਦੀ ਹੈ, ਉਹਦੀ ਨਿਊਟ੍ਰੀਸ਼ੀਅਸ ਵੈਲਿਊ ਘਟ ਸਕਦੀ ਹੈ, ਕਈ ਕੁਛ ਉਹਦੇ ਵਿੱਚ ਆ ਜਾਂਦਾ। ਉਹ ਸਾਰੇ ਮਾਪਦੰਡਾਂ ਨੂੰ ਮੈਨੂੰ ਲੱਗਦਾ ਹੁੰਦਾ ਵੀ ਮੋਟਾ ਜਿਹਾ ਰੱਖ ਕੇ, ਜੇ ਕਟਾਰੂ ਚੱਕ ਸਾਹਿਬ ਨੇ ਕਿਹਾ ਕਿ ਅਸੀਂ ਆਪਣੇ ਵੱਲੋਂ ਗੱਲ ਕਰ ਰਹੇ ਹਾਂ, ਤੇ ਥੋੜ੍ਹਾ ਜਿਹਾ ਇੱਕ ਵੱਡਾ ਦਿਲ ਕੇਂਦਰ ਸਰਕਾਰ ਹੋਰ ਵਿਖਾ ਲਵੇ। ਕਿਉਂਕਿ ਪੰਜਾਬ ਨੇ ਜੇ ਇੰਨੇ ਦਹਾਕਿਆਂ ਤੱਕ ਢਿੱਡ ਭਰਿਆ ਪੂਰੇ ਇੰਡੀਆ ਦਾ, ਤੇ ਜੇ ਆਹ ਸਮਾਂ ਮੰਨ ਲਓ ਕੁਦਰਤ ਦੀ ਕਰੋਪੀ ਕਰਕੇ ਔਖਾ ਹੈ, ਤੇ ਇਸ ਮੌਕੇ 'ਤੇ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਬਾਕੀ ਜਦੋਂ ਮੇਰਾ ਖਿਆਲ ਇਹ ਆ ਜਾਊਗੀ ਗੱਲਬਾਤ, ਉਹਨਾਂ ਦੀ ਚਿੱਠੀ ਦਾ ਜਵਾਬ ਆ ਜਾਊਗਾ, ਆਪਾਂ ਉਦੋਂ ਗੱਲ ਕਰ ਲਵਾਂਗੇ। ਪਰ ਦੂਜੇ ਪਾਸੇ ਪੰਜਾਬ ਸਰਕਾਰ ਜਿਹੜੀ ਮੁਆਵਜ਼ੇ ਦੀ ਗੱਲ ਕਰਦੀ ਸੀ, ਉਹਦੇ 'ਚ ਪਹਿਲਾਂ ਤਾਂ ਅਫਸਰਾਂ ਦੀ ਡਿਊਟੀ ਲੱਗੀ ਸੀ ਵੀ ਤੁਸੀਂ ਫਟਾਫਟ ਲਿਸਟਾਂ ਬਣਾ ਕੇ ਲੈ ਕੇ ਆਓ ਤੇ ਗਿਰਦਾਵਰੀ ਦਾ ਕੰਮ ਨਿਬੇੜ ਦਿਓ, ਤਾਂ ਜੋ ਵਿਸਾਖੀ ਤੱਕ ਆਪਾਂ ਸਾਰਿਆਂ ਨੂੰ ਮੁਆਵਜ਼ਾ ਦੇ ਦਈਏ। ਹੁਣ ਕਹਿੰਦੇ ਆ ਕਿ ਮੁੱਖ ਮੰਤਰੀ ਸਾਹਿਬ ਨੇ ਜਿੰਨੇ MLA ਸਾਹਿਬਾਨ ਨੇ ਉਹਨਾਂ ਦੀ ਡਿਊਟੀ ਵੀ ਲਾ ਦਿੱਤੀ ਹੈ ਵੀ ਆਪੋ ਆਪਣੇ ਹਲਕਿਆਂ 'ਚ ਆਪ ਜਾ ਕੇ ਗਿਰਦਾਵਰੀ ਦਾ ਕੰਮ ਕਰਵਾਓ, ਤਾਂ ਜੋ ਇੱਕ ਤਾਂ ਸਹੀ ਹੋਵੇ, ਦੂਸਰਾ ਛੇਤੀ ਨੇਪਰੇ ਚੜ੍ਹ ਜੇ। ਮੈਂ ਨਾ ਚੰਗੀ ਗੱਲ ਆ, MLA ਸਾਹਿਬ ਵੀ ਇਹ ਨਾ ਕਹਿਣ ਵੀ ਯਾਰ ਕਿੱਥੇ ਐਵੇਂ ਮੁੱਖ ਮੰਤਰੀ ਨੇ ਫਸਾਤ ਆਈ, ਚੰਡੀਗੜ੍ਹ ਬੈਠੇ ਆ ਮੌਜਾਂ ਕਰਦੇ ਹਾਂ। ਜੇ 2 ਦਿਨ ਮਤਲਬ ਘੁੱਟਵੀਂ ਪਜਾਮੀ ਟੰਗ ਕੇ ਕਿਸੇ ਦੀ ਗਿੱਲੀ ਕਣਕ ਤੁਰਨਾ ਫਿਰਨਾ ਪੈਂਦਾ, ਤੇ ਕੱਲ ਨੂੰ ਵੋਟਾਂ 'ਚ ਹੀ ਬਦਲੀ ਜਾਣੀ, ਉਹ ਕੋਈ ਫਰਕ ਨਹੀਂ ਪੈਂਦਾ, ਮੈਂ ਨਾ ਲਾ ਲੈਣ 2 ਦਿਨ। ਸੰਧਾਲੀਆ ਸਾਹਿਬ, ਮੈਂ ਤਾਂ ਕਹਿੰਦਾ 117 ਦੇ 117 ਬੰਦੇ ਜਾਣ। ਮੁੱਖ ਮੰਤਰੀ ਸਾਹਿਬ ਵੀ ਜੇ ਬਾਕੀ ਸੂਬਿਆਂ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਥੋੜਾ ਜਿਹਾ ਘਟਾ ਵੀ ਲੈਣਗੇ ਤਾਂ ਵੀ ਕੋਈ ਗੱਲ ਨਹੀਂ। ਕਾਂਗਰਸ ਦੇ MLA ਆ, ਬਸਪਾ ਦੇ ਆ, ਸ਼੍ਰੋਮਣੀ ਅਕਾਲੀ ਦਲ ਦੇ ਆ, BJP ਦੇ ਆ, ਉਹ ਵੀ ਜਾਣ, ਬਰਾਬਰ ਦੇ ਹੱਕਦਾਰ ਨੇ, ਉਹ ਅਧਿਕਾਰ ਹੈ ਉਹਨਾਂ ਦਾ, ਲੋਕਾਂ ਵੋਟਾਂ ਪਾ ਕੇ ਜਿਤਾਏ ਆ। ਕੱਲੇ ਆਮ ਆਦਮੀ ਪਾਰਟੀ ਵਾਲੇ ਕਿਉਂ ਜਾਣ, ਸਾਰੇ ਜਾਣ। ਕਿਸਾਨ ਦੀ ਮਾੜੀ ਮੋਟੀ ਮੁਸ਼ਕਲ ਦਾ ਪਤਾ ਲੱਗੇ, ਕਿਸਾਨ ਦੇ ਹਾਲਾਤ ਕੀ ਨੇ ਉਹ ਪਤਾ ਲੱਗੇ। ਇਹ ਤਾਂ ਮੈਨੂੰ ਲੱਗਦਾ ਬੜਾ ਵਧੀਆ ਚਾਂਸ ਹੈ ਸੰਧਾਲੀਆ ਸਾਹਿਬ, ਸਾਰਾ ਪਿੰਡ ਇਕੱਠਾ ਹੋਣਾ। ਜਿਹੜਾ ਤਾਂ ਜ਼ਮੀਨ ਵਾਲਾ ਬੰਦਾ ਉਹਨੇ ਤਾਂ ਆਉਣਾ ਹੀ ਆ ਕਿ ਅੱਜ ਗਿਰਦਾਵਰੀ ਹੋਣੀ ਆ, ਤੇ ਜਿਹੜੇ ਮੇਰੇ ਵਾਲੇ ਦੇ ਕੋਲ ਮਰਲਾ ਨਹੀਂ ਹੁੰਦਾ ਉਹਨੇ ਵੀ ਉੱਥੇ ਜਾਣਾ ਕਿ ਅੱਜ ਵੇਹਨੇ ਆ ਭਾਈ, ਕਹਿੰਦੇ ਅਫਸਰਾਂ ਆਉਣੇ, ਅੱਜ ਵੇਹਨੇ ਆ ਕਿ ਕੀ ਕਹਿੰਦਾ, ਅੱਜ ਦੇਖਦੇ ਆ ਕਿ 4 ਪੈਸੇ ਮਿਲਣ ਵਾਲੀ ਰਿਪੋਰਟ ਲਿਖੀ ਜਾਂਦੀ ਹੈ ਜਾਂ ਰਿਪੋਰਟ ਕਿਹੜੀ ਲਿਖੀ ਜਾਂਦੀ ਹੈ। ਅੱਜ ਵੇਹਨੇ ਆ ਕਿ ਭਾਈ ਅਫਸਰਾਂ ਦੇ ਨਾਲ ਪਿੰਡ ਦਾ ਕਿਹੜਾ ਮੋਹਤਬਰ ਬੰਦਾ ਮੋਢੇ ਨਾਲ ਮੋਢਾ ਜੋੜ ਕੇ ਤੁਰਦਾ। ਸਾਰੇ ਇਕੱਠੇ ਹੋਣੇ, MLA ਸਾਹਿਬ ਉੱਥੇ ਜਾਣ, ਆਪ ਪੁੱਛ ਕੇ ਜਾਣ ਤੇ ਸਮੇਂ ਤੋਂ ਪਹਿਲਾਂ ਪੁੱਜਣ, ਤੇ ਕੱਲੇ ਥਾਂ ਦੇ ਉੱਤੇ ਜਾਣ। ਕਿਉਂਕਿ ਵਿਆਹ ਤੇ ਭੋਗਾਂ ਦਾ ਵੈਸੇ ਵੀ ਸੀਜ਼ਨ ਘਟ ਗਿਆ, ਹੁਣ ਅਪ੍ਰੈਲ ਮਹੀਨਾ ਚੱਲਦਾ, ਨਾ ਬਹੁਤੇ ਵਿਆਹ ਨੇ ਨਾ ਬਹੁਤੇ ਭੋਗ ਨੇ, ਇਕੱਠ ਚਾਹੀਦਾ ਹੁੰਦਾ ਲੀਡਰਾਂ ਨੂੰ। ਉਹ ਇਕੱਠ ਹੁਣ ਤੁਹਾਨੂੰ ਖੇਤਾਂ 'ਚ ਮਿਲ ਜਾਣਾ, ਤੁਹਾਨੂੰ ਇਹ ਵੀ ਪਤਾ ਲੱਗ ਜੂਗਾ। ਇੱਕ ਕਾਪੀ ਪੈਨ ਅਸੀਂ MLA ਸਾਹਿਬਾਨ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਕੋਲ ਵੀ ਰੱਖਿਓ। ਪਟਵਾਰੀ ਸਾਹਿਬ, ਨੈਬ ਸਾਹਿਬ, ਤਹਿਸੀਲਦਾਰ ਸਾਹਿਬ, ਕਾਨੂੰਗੋ ਸਾਹਿਬ, ਜਿਹੜਾ ਵੀ ਕੋਈ ਆਪਣੀ ਕਾਪੀ ਦੇ ਵਿੱਚ ਦਰਜ ਕਰਨ, ਉਹਦਾ ਇੱਕ ਇੱਕ ਸ਼ਬਦ ਤੁਸੀਂ ਆਪਦੀ ਕਾਪੀ 'ਚ ਵੀ ਦਰਜ ਕਰ ਲਿਓ। ਕਿਉਂਕਿ ਕੱਲ੍ਹ ਨੂੰ ਜਦੋਂ ਰਿਪੋਰਟਾਂ ਬਣ ਕੇ ਆਉਣੀਆਂ, ਇੱਦਾਂ ਨਾ ਹੋਵੇ ਕਿ ਜਿਹਦੀ ਘੱਟ ਢਿੱਠੀ ਆ ਉਹਦੀ ਵੱਧ ਢਿੱਠੀ ਦੱਸਣ, ਜਿਹਦੀ ਬਹੁਤੀ ਨਸ਼ਟ ਹੋਈ ਉਹਦੀ ਘੱਟ ਨਸ਼ਟ ਹੋਈ ਦੱਸਣ। ਤੇ ਦੂਸਰਾ,
ਤੁਹਾਨੂੰ ਅਸਲ ਦੇ ਵਿੱਚ ਪਤਾ ਵੀ ਲੱਗ ਜੂਗਾ, ਕਿਉਂਕਿ ਸਾਲ ਹੋ ਗਿਆ ਵੋਟਾਂ ਪਈਆਂ ਨੂੰ, ਐਮਐਲਏ ਬਣਿਆ ਨੂੰ। ਹੁਣ ਚਿੱਟੇ ਕੁੜਤੇ ਪਜਾਮੇ ਬਥੇਰੇ ਹੋ ਗਏ ਆ, ਮਾੜਾ ਮੋਟਾ ਧੁੱਪ ਦਾ ਵੀ ਪਤਾ ਲੱਗ ਜੂਗਾ ਕਿ ਅੱਜ ਕੱਲ ਕਿੰਨੀ ਕੁ ਹੈ। ਲਗਾਤਾਰ ਜਿਹੜਾ ਮੀਂਹ ਪੈ ਰਿਹਾ ਉਹਦੇ ਤੋਂ ਬਾਅਦ ਵੀ ਪਤਾ ਲੱਗ ਜੂ, ਤੇ ਜਿਹੜੇ ਸੱਤਾਧਾਰੀ ਆ ਉਹਨਾਂ ਨੂੰ ਵੀ ਪਤਾ ਲੱਗ ਜੂ ਕਿ ਬਿਜਲੀ ਮੁਫਤ ਦਿੱਤੀ ਹੈ ਜਾਂ ਮੁਹੱਲਾ ਕਲੀਨਿਕ ਖੋਲੇ ਨੇ, ਉਹਨਾਂ ਦਾ ਅਸਰ ਲੋਕਾਂ 'ਚ ਕਿੰਨਾ। ਵਿਰੋਧੀ ਧਿਰਾਂ ਨੂੰ ਵੀ ਪਤਾ ਲੱਗ ਜੂ ਕਿ ਭਾਈ ਸਰਕਾਰ ਦੀ ਜਿੱਥੇ ਕਿ ਨੁਕਤਾਚੀਨੀ ਨਖੇਦੀ ਉਹ ਕਰਦੇ ਨੇ, ਕਿ ਆਮ ਲੋਕਾਂ ਦੇ ਉੱਤੇ ਉਹਦਾ ਅਸਰ ਪ੍ਰਭਾਵ ਚੰਗੇ ਤਰੀਕੇ ਦਾ ਹੈਗਾ। ਵੈਸੇ ਤਾਂ ਸੰਧਾਲੀਆ ਸਾਹਿਬ, ਮੈਂ ਇਸ ਗੱਲੋਂ ਹੈਰਾਨ ਆ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਾਹਿਬ ਨੂੰ ਕਹਿਣਾ ਪਿਆ ਕਿ ਸਾਡੇ ਐਮਐਲਏ ਖੁਦ ਜਾ ਕੇ ਗਿਰਦਾਵਰੀ ਕਰਾਉਣਗੇ। ਹੋਰ ਐਮਐਲਏ ਸਾਹਿਬ ਨੇ ਕਰਨਾ ਕੀ ਆ, ਕਹਿਣਾ ਕਿਉਂ ਪਵੇ? ਮਾਸਟਰ ਨੂੰ ਕਹਿਣਾ ਥੋੜੀ ਪੈਂਦਾ ਜਾ ਕੇ ਪੜਾਓ, ਕਹਿਣਾ ਨਹੀਂ ਪੈਂਦਾ। ਪਟਵਾਰੀ ਸਾਹਿਬ ਨੂੰ ਕਹਿਣਾ ਨਹੀਂ ਪੈਂਦਾ ਕਿ ਜਰੀਬ ਖਿੱਚੋ ਜਾਂ ਖਿਚਵਾਓ, ਉਹਨਾਂ ਦਾ ਕੰਮ ਹੈ। ਫਰਦ ਕੱਟ ਕੇ ਦਿਓ, ਉਹਨਾਂ ਦਾ ਕੰਮ ਹੈ। ਤਹਿਸੀਲਦਾਰ ਸਾਹਿਬ ਨੇ ਰਜਿਸਟਰੀਆਂ ਕਰਨੀਆਂ, ਉੱਥੇ ਆ ਕੇ ਬਹਿਣਾ, ਸਾਈਨ ਕਰਨੇ, ਫੋਟੋਆਂ ਖਿਚਾਉਣੀਆਂ, ਉਹਨਾਂ ਦਾ ਕੰਮ ਹੈ। ਸਾਡੇ ਵਿਧਾਇਕਾਂ ਦਾ ਵੀ ਕੰਮ ਹੈ। ਨਾ ਵਿਧਾਨ ਸਭਾ ਦਾ ਸੈਸ਼ਨ ਚੱਲਦਾ, ਨਾ ਕੋਈ ਹੋਰ ਕਮੇਟੀਆਂ ਦੀਆਂ ਬਹੁਤੀਆਂ ਬੈਠਕਾਂ ਚੱਲਦੀਆਂ। ਸੋ ਸਾਡੇ ਵਿਧਾਇਕ ਸਾਹਿਬ ਜਿਹੜੇ ਆ, ਉਹਨਾਂ ਦੀ ਡਿਊਟੀ ਬਣਦੀ ਹੈ, ਕਹਿਣ ਦੀ ਲੋੜ ਹੀ ਨਹੀਂ, ਉਹ ਤਾਂ ਖੁਦ ਉੱਥੇ ਹਾਜ਼ਰ ਹੀ ਚਾਹੀਦੇ ਆ। ਲੋਕਾਂ ਦੇ ਚੁਣੇ ਨੁਮਾਇੰਦੇ ਆ, ਰੁਪਈਏ ਤਨਖਾਹਾਂ ਦੇ ਮਿਲਦੇ ਆ, ਲੋਕ ਖੁਸ਼ ਹੋਣਗੇ। ਤੁਸੀਂ ਚਾਹੇ ਸੱਤਾਧਾਰੀ ਹੋ ਚਾਹੇ ਵਿਰੋਧੀ ਧਿਰ ਦੇ ਹੋ, ਜਾ ਕੇ ਲੋਕਾਂ ਦੇ ਨਾਲ ਖੜੋ, ਲੋਕਾਂ ਨੂੰ ਚੰਗਾ ਲੱਗੂ। ਇਹ ਬੜਾ ਜ਼ਰੂਰੀ ਆ। ਬਾਕੀ ਚਲੋ ਅਸੀਂ ਆਸ ਉਮੀਦ ਕਰਦੇ ਹਾਂ ਵੀ ਇਹ ਗਿਰਦਾਵਰੀ ਦਾ ਕੰਮ ਇੱਕ ਤੇ ਸਹੀ ਨਿਬੜੇ, ਜਿਹਦਾ ਜਿੰਨਾ ਨੁਕਸਾਨ ਹੋਇਆ ਉੱਥੋਂ ਤੱਕ ਗੱਲ ਪਹੁੰਚੇ। ਤੇ ਦੂਸਰੀ ਗੱਲ ਇਹ ਕਿ ਜਿਹੜਾ ਖੇਤੀ ਵਾਲਾ ਨੁਕਸਾਨ ਉਹ ਤਾਂ ਹੈਗਾ। ਪਿਛਲੇ ਦਿਨੀ ਕੈਬਨਿਟ ਮੀਟਿੰਗ ਦੇ ਫੈਸਲਿਆਂ 'ਚ ਇਹ ਵੀ ਗੱਲ ਹੋਈ ਸੀ ਵੀ ਜੇ ਕਿਸੇ ਦਾ ਕੋਈ ਘਰ ਘਾਟ ਟੱਠਾ, ਕੋਈ ਕੱਚਾ ਕਿਸੇ ਦਾ ਮਕਾਨ ਸੀਗਾ, ਕੋਈ ਮੰਨ ਲਓ ਮਜ਼ਦੂਰ ਹੈ, ਕੋਈ ਗਰੀਬ ਆ, ਉਹਦਾ ਵੀ ਮੁਆਵਜ਼ਾ ਦੇਣਾ। ਸੋ ਉਹ ਵੀ ਨਾਲ ਹੋ ਕੇ ਜਿਹੜਾ ਉਹ ਵਿਖਾਤਾ ਜਾਵੇ, ਤਾਂ ਜੋ ਕਾਗਜ਼ਾਂ 'ਚ ਲਿਖਿਆ ਜਾਵੇ ਉਹਨੂੰ ਇਹ ਤੋਂ ਕੋਈ 2-4 ਪੈਸੇ ਮਿਲ ਜਾਣ। ਦੂਜੀ ਗੱਲ, ਜਿਹੜੇ ਰਾਹੁਲ ਗਾਂਧੀ ਵਾਲਾ ਕੇਸ ਸੀਗਾ ਬੜੇ ਦਿਨਾਂ ਦਾ ਚੱਲਦਾ, ਕਿ ਵੀ ਉਹਨਾਂ ਨੂੰ ਹੁਣ ਪਾਰਲੀਮੈਂਟ ਦੇ ਵਿੱਚੋਂ ਤੇ ਰੁਖਸਤ ਕਰ ਦਿੱਤਾ ਤੇ ਘਰ 'ਚੋਂ ਰੁਖਸਤ ਹੋਣ ਦੇ ਲਈ 22 ਅਪ੍ਰੈਲ ਦੀ ਤਰੀਕ ਦਿੱਤੀ ਆ। ਤੇ ਇਹ ਪਤਾ ਨਹੀਂ ਹੁਣ ਉਹ 22 ਅਪ੍ਰੈਲ ਤੱਕ ਕੋਈ ਟਰੱਕ ਕਿਰਾਏ ਤੇ ਕਰਦੇ ਵੀ ਸੋਫੇ ਸਾਫੇ ਚੁੱਕ ਲਈਏ ਜਾਂ ਫਿਰ ਕੁਛ ਨਾ ਕੁਛ ਹੋਰ ਕਰਨਗੇ। ਵਾਹਵਾ ਦਿਨਾਂ ਦੀ ਇਸ ਚੀਜ਼ ਦੀ ਚਰਚਾ ਸੀ ਵੀ ਉਹ ਕਿਉਂ ਨਹੀਂ ਅਗਲੀ ਅਦਾਲਤ ਦੇ ਵਿੱਚ ਜਾ ਰਹੇ, ਉਹ ਜਿਹੜੀ ਉਹਨਾਂ ਨੂੰ ਸਜ਼ਾ ਹੋਈ ਆ ਉਹਦੇ ਖਿਲਾਫ ਕਿਉਂ ਜਾ ਕੇ ਪਟੀਸ਼ਨ ਨਹੀਂ ਪਾਉਂਦੇ। ਤੇ ਹੁਣ ਵਾਹਵਾ ਦਿਨਾਂ ਦੀ ਜੱਦੋਜਹਿਦ ਤੋਂ ਬਾਅਦ ਅੱਜ ਕਹਿੰਦੇ ਆ ਕਿ ਵੀ ਉਹਨਾਂ ਨੇ ਅਦਾਲਤ ਦੇ ਵਿੱਚ ਜਾ ਕੇ ਤੇ ਉਹ ਜਿਹੜੀ ਪਟੀਸ਼ਨ ਹੈ ਉਹ ਪਾਉਣੀ ਆ, ਜਿਹਦੇ 'ਚ ਉਹਨਾਂ ਨੇ ਇਹ ਦੱਸਣਾ ਕਿ ਵੀ ਜੋ ਪਿਛਲੇ ਸਮੇਂ ਦੇ ਵਿੱਚ ਉਹ ਕੇਸ ਹੋਇਆ, ਉਸ ਕੇਸ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੂੰ ਸਜ਼ਾ ਹੋਈ ਉਹ ਗਲਤ ਹੋਈ ਜਾਂ ਉਹਦੇ ਵਿੱਚ ਉਹਨਾਂ ਦਾ ਕੋਈ ਪੱਖ ਰਹਿ ਗਿਆ, ਉਹਦੇ 'ਤੇ ਦੁਬਾਰਾ ਸੁਣਵਾਈ ਹੋਵੇ। ਇਹੋ ਜਿਹੀ ਗੱਲਬਾਤ ਹੁਣ ਰਾਹੁਲ ਗਾਂਧੀ ਸਾਹਿਬ ਵੱਲੋਂ ਅੱਜ ਪਟੀਸ਼ਨ ਦਾਇਰ ਕਰਕੇ ਕਹੀ ਜਾਣੀ। ਦੇਖੋ ਸੰਧਾਲੀਆ ਸਾਹਿਬ, ਜਿੱਦਣ ਉਹਨਾਂ ਨੂੰ ਸਜ਼ਾ ਹੋਈ ਸੀ ਤੇ ਉਹਨਾਂ ਦੀ ਮੈਂਬਰੀ ਲੋਕ ਸਭਾ ਦੀ ਖਤਮ ਕੀਤੀ, ਜੇ ਉਹਦੇ ਤੋਂ ਬਾਅਦ ਉਹ ਆਣ ਕੇ ਅਨਾਉਂਸ ਕਰਦੇ ਅਸੀਂ ਅਦਾਲਤ ਦੇ ਵਿੱਚ ਜਾਵਾਂਗੇ, ਅਸੀਂ ਇਸ ਫੈਸਲੇ ਨੂੰ ਚੁਣੌਤੀ ਦੇਵਾਂਗੇ, ਉਹ ਇੱਕ ਖਬਰ ਬਣਨੀ ਸੀ ਖੂੰਜੇ ਵਾਲੀ। ਤੁਸੀਂ ਦੇਖੋ, ਸਮਾਂ ਤਾਂ ਹੁੰਦਾ ਨਾ ਕਿ ਤੁਸੀਂ ਕਿੰਨੇ ਦਿਨਾਂ ਦੇ ਵਿੱਚ ਅਪੀਲ ਕਰ ਸਕਦੇ ਹੋ। ਉਹਦੇ ਵਿੱਚ ਉਹਨਾਂ ਨੇ ਸਾਰੇ ਦੇਸ਼ ਦੇ ਵਿੱਚ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਕਮੇਟੀਆਂ ਨੇ ਸੂਬਾ ਪੱਧਰੀ, ਉਹਨਾਂ ਨੂੰ ਕਹਿਤਾ ਕਿ ਭਾਈ ਤੁਸੀਂ ਪ੍ਰਦਰਸ਼ਨ ਕਰੋ, ਚਾਂਸ ਮਿਲਿਆ। ਬੀਜੇਪੀ ਤੇ ਦੋਸ਼ ਲਾਇਆ ਕਿ ਭਾਈ ਇਹ ਸੰਵਿਧਾਨ ਦਾ ਗਲਾ ਘੁੱਟ ਰਿਹਾ, ਸੰਵਿਧਾਨ ਨੂੰ ਜਾਨੋਂ ਮਾਰ ਰਿਹਾ, ਸੰਵਿਧਾਨ ਦੇ ਪੱਲੇ ਕੱਖ ਨਹੀਂ ਛੱਡ ਰਹੇ, ਇਸ ਕਰਕੇ ਇਹਨਾਂ ਦੇ ਨਾਲ ਤੁਸੀਂ ਬਿਹਾਰ ਜਿਹੜਾ ਠੋਕ ਵਜਾ ਕੇ ਕਰੋ। ਸਾਰੇ ਦੇਸ਼ 'ਚ ਖਬਰਾਂ ਲੱਗੀਆਂ, ਰੈਲੀਆਂ ਕੀਤੀਆਂ, ਪ੍ਰੈਸ ਕਾਨਫਰੰਸਾਂ ਕੀਤੀਆਂ। ਮੇਰੇ ਹਿਸਾਬ ਨਾਲ 300 ਤੋਂ ਵੱਧ ਪ੍ਰੈਸ ਕਾਨਫਰੰਸਾਂ ਸਾਰੇ ਦੇਸ਼ ਦੇ ਵਿੱਚ ਕਾਂਗਰਸ ਪਾਰਟੀ ਦੀ ਸੁਭਾਈ ਲੀਡਰਸ਼ਿਪ ਨੇ ਕੀਤੀਆਂ। ਫਿਰ ਹਾਈ ਕਮਾਂਡ ਵੱਲੋਂ ਜਿੰਨੇ ਸਾਬਕਾ ਕੇਂਦਰੀ ਮੰਤਰੀ, ਸਾਬਕਾ ਰਾਜ ਸਭਾ ਦੇ ਮੈਂਬਰ, ਮੌਜੂਦਾ ਰਾਜ ਸਭਾ ਦੇ ਮੈਂਬਰ, ਲੋਕ ਸਭਾ ਮੈਂਬਰ, ਉਹਨਾਂ ਦੀਆਂ ਅੱਡ ਡਿਊਟੀਆਂ ਲਾਈਆਂ ਕਿ ਭਾਈ ਆਪੋ ਆਪਣੇ ਹਲਕੇ ਦੇ ਵਿੱਚ ਜਾ ਕੇ ਕਰੋ। ਫਿਰ ਮਾਰਚ ਕੀਤੇ, ਮੰਗ ਪੱਤਰ ਦਿੱਤੇ। ਜਾਣੀ ਕਿ ਜਿਸ ਦਿਨ ਤੋਂ ਰਾਹੁਲ ਗਾਂਧੀ ਹੋਰਾਂ ਨੂੰ ਸਜ਼ਾ ਹੋਈ ਹੈ 2 ਸਾਲ ਦੀ, ਉਹਨਾਂ ਦੀ ਮੈਂਬਰੀ ਖਤਮ ਹੋਈ ਹੈ, ਉਹਦੇ ਤੋਂ ਬਾਅਦ ਲਗਾਤਾਰ ਉਹਨਾਂ ਨੇ ਸਵਾਲ ਚੁੱਕੇ ਤੇ ਰਾਹੁਲ ਗਾਂਧੀ ਤੋਂ ਇਹ ਬਿਆਨ ਨਹੀਂ ਦਵਾਇਆ ਕਿ ਮੈਂ ਅਪੀਲ ਕਰਾਂਗਾ। ਰਾਹੁਲ ਗਾਂਧੀ ਹੋਰਾਂ ਨੂੰ ਕਿਹਾ ਤੁਸੀਂ ਅਡਾਨੀ ਸਾਹਿਬ ਦੇ ਦੁਆਲੇ ਹੋ ਜਾਣਾ ਕਿ ਭਾਈ ਅਡਾਨੀ ਸਾਹਿਬ ਨੇ ਕੀ ਕੀਤਾ, ਅਡਾਨੀ ਸਾਹਿਬ ਦੇ ਮੁੱਦੇ ਤੇ ਜਵਾਬ ਦਿਓ, ਬੋਲਦੇ ਕਿਉਂ ਨਹੀਂ। ਤੇ ਕਾਂਗਰਸ ਪਾਰਟੀ ਵਾਲੇ ਕਹਿੰਦੇ ਜੀ ਅਸੀਂ ਡਿਸਾਈਡ ਕੀਤਾ ਤੇ ਅਸੀਂ ਰਾਹੁਲ ਗਾਂਧੀ ਨੂੰ ਹੁਕਮ ਕੀਤਾ ਕਿ ਕਾਨੂੰਨੀ ਲੜਾਈ ਲੜਨੀ ਆ, ਅਪੀਲ ਕਰੋ। ਹੁਣ ਜੇ ਕਾਨੂੰਨੀ ਲੜਾਈ ਲੜਨੀ ਆ, ਅਪੀਲ ਕਰੋ ਵਾਲਾ ਮਸਲਾ ਉਧਰਲੇ ਪਾਸੇ ਆ ਗਿਆ, ਉਹਦੀਆਂ ਅੱਡ ਖਬਰਾਂ ਲੱਗੀਆਂ। ਫਿਰ ਤੁਸੀਂ ਦੇਖੋ ਹੁਣ ਰੌਲਾ ਕਿੱਡਾ ਵੱਡਾ ਪੈ ਗਿਆ ਜਦੋਂ ਰਾਹੁਲ ਗਾਂਧੀ ਸਾਹਿਬ ਅਡਾਨੀ ਸਾਹਿਬ ਦੇ ਉੱਤੇ ਵਰੇ, ਕੇਂਦਰ ਸਰਕਾਰ ਤੇ ਅਡਾਨੀ ਘਰਾਣੇ ਦੀਆਂ ਜਿਹੜੀਆਂ ਉਹ ਆਪਸੀ ਗੱਠਜੋੜ ਦੇ ਉੱਤੇ ਦੋਸ਼ ਲਾਉਂਦੇ ਰਹੇ, ਤੇ ਉਧਰੋਂ ਫਿਰ ਭਾਰਤੀ ਜਨਤਾ ਪਾਰਟੀ ਨੂੰ ਨਵਾਂ ਕੰਮ ਕਰਨਾ ਸ਼ੁਰੂ ਪਿਆ, ਕਿਉਂਕਿ ਇਹਦੇ ਵਿੱਚ ਕਾਂਗਰਸ ਨੇ ਕੁਝ ਇੱਕ ਵੀਡੀਓਜ਼ ਜਾਰੀ ਕੀਤੀਆਂ ਸੀ ਲੋਕਾਂ ਤੱਕ ਅੱਪੜਨ ਦੇ ਲਈ। ਹੁਣ ਬੀਜੇਪੀ ਨੇ ਕਾਂਗਰਸ ਫਾਈਲਸ ਨਾਂ ਦੀ ਇੱਕ ਵੀਡੀਓ ਸੀਰੀਜ਼ ਸ਼ੁਰੂ ਕਰਤੀ। ਸੰਧਾਲੀਆ ਸਾਹਿਬ, ਮੈਂ ਹੈਰਾਨ ਸੀ। ਭਾਰਤੀ ਜਨਤਾ ਪਾਰਟੀ ਨੇ ਦੋਸ਼ ਲਾਇਆ, ਉਹ ਕਹਿੰਦੇ ਜੀ 4.82 ਲੱਖ ਕਰੋੜ ਦੇ ਘਪਲੇ ਕੀਤੇ ਆ ਜਦੋਂ ਵੀ ਕਾਂਗਰਸ ਦੀਆਂ ਕੇਂਦਰ 'ਚ ਸਰਕਾਰਾਂ ਰਹੀਆਂ। ਤਕਰੀਬਨ ਆਪਾਂ 5 ਲੱਖ ਕਰੋੜ ਹੀ ਮੰਨ ਲੈਨੇ, ਥੋੜਾ ਜਿਹਾ ਵਿਆਜ ਪਾ ਲਓ ਵਿੱਚ, 5 ਲੱਖ ਕਰੋੜ।
ਰਕਮ ਕਿੱਡੀ ਵੱਡੀ ਹੈ। ਤੇ ਨਾਲ ਬੀਜੇਪੀ ਵਾਲੇ ਪਤਾ ਕਹਿੰਦੇ ਜੀ ਜੇ ਇਹ ਕੱਪੜੇ ਨਾ ਕੀਤੇ ਹੁੰਦੇ ਤੇ ਇੰਨੇ ਪੈਸਿਆਂ ਦੇ ਨਾਲ ਜਿਹੜਾ ਮੰਗਲ ਗ੍ਰਹਿ ਆ ਨਾ ਉੱਥੇ 10 ਮਿਸ਼ਨ ਭੇਜੇ ਜਾ ਸਕਦੇ ਸੀ ਖੋਜ ਕਰਨ ਦੇ ਲਈ। 10 ਮਿਸ਼ਨ ਏਡਾ ਵੱਡਾ, ਕਹਿੰਦੇ ਜੀ ਘਪਲਾ ਕਰਕੇ ਰੁਪਈਏ ਹੀ ਖਾ ਗਏ। ਹੁਣ ਗੱਲ ਉੱਪਰ ਤੱਕ ਚਲੇ ਗਈ ਹੈ। ਇੱਕ ਪਾਸੇ ਕਾਂਗਰਸੀ ਕਹਿੰਦੇ ਜੀ ਇਹਨਾਂ ਨੇ ਸਭ ਕੁਝ ਅਡਾਨੀ ਸਾਹਿਬ ਨੂੰ ਦੇ ਦਿੱਤਾ, ਉਸੇ ਘਰਾਣੇ ਨੂੰ ਦੇ ਦਿੱਤਾ, ਛੋਟਾ ਵਪਾਰੀ ਮਾਰਤਾ, ਲੋਕਤੰਤਰ ਦਾ ਗਲ ਘੁੱਟਣ ਲੱਗ ਪਏ। ਅਗਲਿਆਂ ਨੇ ਉਧਰਲੇ ਪਾਸੇ ਵੀਡੀਓ ਸੀਰੀਜ਼ ਸ਼ੁਰੂ ਕਰ ਦਿੱਤੀ ਕਿ ਆ ਦੇਖੋ ਭਾਈ ਤੁਹਾਡੇ ਸਾਹਮਣੇ ਹਾਲਾਤ ਕੀ ਨੇ ਤੇ ਅਸੀਂ ਕਾਂਗਰਸ ਪਾਰਟੀ ਦਾ ਕੱਚਾ ਚਿੱਠਾ ਸਾਹਮਣੇ ਲੈ ਕੇ ਆਉਣਾ। ਸੰਧਾਲੀਆ ਸਾਹਿਬ, ਮੈਨੂੰ ਇਹ ਤਾਂ ਪਤਾ ਨਹੀਂ ਕਿ ਵੀਡੀਓ ਕਿੰਨੀਆਂ ਕੁ ਕਾਰਗਰ ਹੋਣੀਆਂ ਦੋਨਾਂ ਧਿਰਾਂ ਦੀਆਂ, ਪਰ ਪਾਰਲੀਮੈਂਟ ਦੇ ਵਿੱਚ ਕੰਮ-ਕੁੰਮ ਹੋਣਾ ਕਿ ਨਹੀਂ ਹੋਣਾ ਇਹ ਭਾ ਗੁਰਪ੍ਰੀਤ ਸੰਧਾਲੀਆ ਦੱਸੂ। ਕੰਮ ਕਿੱਥੋਂ ਹੋਣਾ? ਦੇਖੋ ਗੱਲ ਇਹ ਆ ਵੀ ਜੇ ਅਗਲਿਆਂ ਨੇ ਰਾਹੁਲ ਗਾਂਧੀ ਹੋਰਾਂ ਨੂੰ ਕੱਢਿਆ ਪਾਰਲੀਮੈਂਟ ਦੇ ਵਿੱਚੋਂ ਤੇ ਗੱਲ ਤੁਸੀਂ ਜਿੱਦਾਂ ਕਹੀ ਵੀ ਉਹ ਉੱਥੇ ਹੀ ਅਦਾਲਤ 'ਚ ਚਲੇ ਜਾਂਦੇ, ਰੋਕ ਲੱਗ ਜਾਂਦੀ ਉਹ ਪਿਛਲੀ ਸਜ਼ਾ ਦੇ ਉੱਪਰ ਤੇ ਗੱਲ ਕੁਛ ਵੀ ਨਹੀਂ ਸੀ ਬਣਨੀ। ਉਹਨਾਂ ਨੇ ਵੀ ਸਮਾਂ ਲਿਆ, ਜਿਹਨੂੰ ਆਪਾਂ ਅੱਜ ਕੱਲ੍ਹ ਕਿਤੇ ਨਾ ਕਿਤੇ ਸ਼ਬਦ ਵਰਤਿਆ ਜਾਂਦਾ ਕਿ ਵਿਕਟਮ ਕਾਰਡ ਉਹਨਾਂ ਨੇ ਆਪਣੇ ਵੱਲੋਂ ਖੇਡਿਆ ਕਿ ਆਹ ਦੇਖੋ ਜੇ ਸਾਨੂੰ ਤਾਂ ਵਿਕਟਮ ਬਣਾਇਆ ਗਿਆ, ਇਸ ਧੱਕੇ ਦੇ ਖਿਲਾਫ ਲੋਕ ਸਾਡੇ ਨਾਲ ਖੜਨ। ਤੇ ਨਾਲ ਦੀ ਨਾਲ ਜਿਹੜੀ ਉਹ ਪਾਰਲੀਮੈਂਟ ਵਾਲੀ ਗੱਲ ਸੀਗੀ, ਕਿਉਂਕਿ ਪਾਰਲੀਮੈਂਟ ਦੇ ਵਿੱਚ ਰੌਲਾ ਰਾਹੁਲ ਗਾਂਧੀ ਸਾਹਿਬ ਵਾਲਾ ਤਾਂ ਬੀਜੇਪੀ ਵਾਲਿਆਂ ਨੇ ਪਾਇਆ ਨਾ ਵੀ ਇਹ ਮਾਫੀ ਮੰਗਣ, ਉਹ ਜਿਹੜੀ ਪਿਛਲੇ ਦਿਨੀ ਯੂਕੇ ਵਾਲੀ ਸਪੀਚ ਸੀਗੀ। ਵਿਰੋਧੀ ਪਾਰਟੀਆਂ ਤੇ ਜਿਹੜਾ ਉਹ ਕੰਮ ਰੋਕ ਕੇ ਬੈਠੀਆਂ ਸੀ ਅਡਾਨੀ ਸਾਹਿਬ ਵਾਲੇ ਮੁੱਦੇ ਤੇ ਵੀ ਉਹਦੇ ਤੇ ਜਾਂਚ ਹੋਣੀ ਚਾਹੀਦੀ ਹੈ ਕਿ JPC ਬਣਾਓ ਜੀ, ਯਾਨੀ ਕਿ ਜੁਆਇੰਟ ਪਾਰਲੀਮੈਂਟਰੀ ਕਮੇਟੀ ਚਾਹੀਦੀ ਜਿਹੜੀ ਦੱਸੇ ਵੀ ਕਿੱਥੇ ਕਿੱਥੇ ਕੀ ਕੁਛ ਜਿਹੜਾ ਜੀ ਉਹ ਕਿੱਥੇ ਦੇਸ਼ ਦਾ ਜਿਹੜਾ ਉਹ ਤੁਸੀਂ ਇਸ ਬੰਦੇ ਨੂੰ ਦੇਤਾ ਤੇ ਕਿਉਂ ਇਹ ਸਾਰਾ ਕੁਝ ਹੋ ਗਿਆ। ਹੁਣ ਮੈਨੂੰ ਲੱਗਦਾ ਵੀ ਇਹ ਜਿਹੜਾ ਕਾਂਗਰਸ ਫਾਈਲਸ ਕਰਕੇ ਸੀਰੀਜ਼ ਆ ਇਹ ਕਿਤੇ ਨਾ ਕਿਤੇ ਅਡਾਨੀ ਸਾਹਿਬ ਵਾਲੇ ਸਵਾਲ ਦਾ ਜਵਾਬ ਤਾਂ ਨਹੀਂ ਦੇਣ ਦੀ ਕੋਸ਼ਿਸ਼ ਕਰ ਰਹੀ ਬੀਜੇਪੀ ਵੀ ਜੇ ਤੁਸੀਂ ਸਾਨੂੰ ਕਹਿੰਦੇ ਹੋ ਵੀ ਇੱਦਾਂ ਉੱਦਾਂ ਹੋ ਗਿਆ ਤੁਹਾਡੇ ਰਾਜ ਦੇ ਵਿੱਚ, ਤੇ ਜਿੰਨਾ ਚਿਰ ਤੁਸੀਂ ਰਾਜ 'ਚ ਰਹੇ ਤੁਸੀਂ ਦੇ ਕਈ ਲੱਖ ਕਰੋੜ ਖਾ ਗਏ ਹੋ ਜਾਂ ਤੁਸੀਂ ਨੁਕਸਾਨ ਕਰ ਦਿੱਤਾ ਦੇਸ਼ ਦਾ। ਹੁਣ ਜੇ ਦੋਸ਼ ਹੀ ਇੱਕ ਦੂਸਰੇ ਦੇ ਉੱਪਰ ਲੱਗ ਰਹੇ ਨੇ ਤੇ ਇਹੋ ਜਿਹੇ 'ਚ ਆਪਾਂ ਇਹ ਕਹੀਏ ਵੀ ਹਾਂਜੀ ਹੁਣ ਦੋਵੇਂ ਜਣੇ ਰਲ ਕੇ ਬਹਿ ਜਾਣਗੇ ਵੀ ਅਸੀਂ ਤੁਹਾਡੇ 'ਤੇ ਦੋਸ਼ ਲਾਏ, ਤੁਸੀਂ ਸਾਡੇ 'ਤੇ ਦੋਸ਼ ਲਾਏ ਤੇ ਆਓ ਹੁਣ ਆਪਾਂ ਬਹਿ ਕੇ ਪਾਰਲੀਮੈਂਟ ਚਲਾਈਏ, ਇਹਦੀ ਮੈਨੂੰ ਆਸ ਘੱਟ ਲੱਗਦੀ ਆ। ਇਹ ਬ੍ਰੇਕਾਂ ਤੇ ਮੈਨੂੰ ਲੱਗਦਾ ਇੱਦਾਂ ਵੱਜੀਆਂ ਰਹਿਣੀਆਂ। ਬਾਕੀ ਇਹਨਾਂ ਵੀ ਲੋਕ ਟਾਈਮ ਨਾਲ ਆਪਣਾ ਟੈਕਸ ਭਰਦੇ ਰਹਿਣ ਕਿਉਂਕਿ ਉੱਤੇ ਖਰਚਾ ਵੀ ਹੁੰਦਾ ਨਾ ਪਾਰਲੀਮੈਂਟ ਦੇ ਸੈਸ਼ਨ ਤੇ, ਭਾਵੇਂ ਚੱਲੇ ਭਾਵੇਂ ਨਾ ਚੱਲੇ। ਨਹੀਂ 100 200 ਰੁਪਈਆ ਵੱਧ ਹੀ ਭਰਨੇ, ਜਿਹੜਾ ਨਹੀਂ ਵੀ ਬਣਦਾ ਭਾਵੇਂ ਉਹ ਵੀ ਭਰ ਦੇਣ ਕਿਉਂਕਿ ਜ਼ੋਰ ਲੱਗਦਾ ਸਿਆਸੀ ਲੀਡਰਾਂ ਨੇ ਗਰਾਰੇ ਗਰੂਰੇ ਕਰਕੇ ਆਉਣਾ ਹੁੰਦਾ, ਚਾਹੇ 15-20 ਮਿੰਟ ਹੀ ਪਾਰਲੀਮੈਂਟ ਦਾ ਸੈਸ਼ਨ ਰੋਜ਼ ਚੱਲਦਾ, ਪਰ ਉਹਦੇ ਵਿੱਚ ਤਾਨੇ ਕੋਈ ਮਿਹਣੇ, ਕੋਈ ਇੱਕ ਦੂਸਰੇ ਤੋਂ ਉੱਚੀ ਆਵਾਜ਼ ਕੱਢਣਾ, ਕੋਈ ਕਾਗਜ਼ ਪੱਤਰ ਪਾੜਨੇ, ਮੁੜ ਕੇ ਬਾਹਰ ਆਉਂਦੇ ਆ ਤਾਂ ਜਿਹਨੂੰ ਝਈਆਂ ਲੈ ਕੇ ਪੈਣਾ। ਚਲੋ ਵਾਟ ਸਾਹਿਬ ਸਮਾਂ ਹੋ ਗਿਆ ਜੀ, ਬਹੁਤ ਧੰਨਵਾਦ ਤੁਹਾਡਾ ਮਹਾਰਾਜ, ਤੁਸੀਂ ਸਮਾਂ ਕੱਢਿਆ। ਸ਼ੁਕਰੀਆ ਜੀ, ਮਿਹਰਬਾਨੀ ਜੀ, ਧੰਨਵਾਦ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਭੇਜਦੇ ਰਿਹਾ ਕਰੋ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।